ਤੁਸੀਂ ਲੁਧਿਆਣੇ ਤੋਂ ਤੁਹਾਡੇ ਤੋਂ ਸਵਾਲ ਤਾਂ ਕਰਨਾ ਬਣਦਾ। ਕੱਲ੍ਹ ਸਾਡੀ ਬੀਜੇਪੀ ਜਿਹੜੇ ਲੁਧਿਆਣੇ ਦੇ ਪ੍ਰਧਾਨ ਨੇ ਪੁਸ਼ਪਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਹੋਈ। ਉਹ ਕਹਿੰਦੇ ਵੀ ਜਿਹੜੇ ਧਰਨਿਆਂ 'ਤੇ ਬੈਠੇ ਨੇ ਉਹ ਨਕਸਲਵਾਦੀ ਨੇ, ਅਰਬਨ ਨਕਸਲਵਾਦੀ ਕਹਿੰਦੇ। ਤੁਸੀਂ ਜਾ ਕੇ ਕਿਸੇ ਵੀ ਜਿਹੜਾ ਕਿਸਾਨ ਧਰਨਾ ਹੈ ਕਿਤੇ ਵੀ ਲੱਗਿਆ ਹੋਇਆ ਆਪਣੇ ਆਲੇ ਦੁਆਲੇ ਲਾ ਲਓ ਡਿਸਟ੍ਰਿਕਟ, ਆਹ ਟੋਲ 'ਚ ਹੀ ਚਲੇ ਜਾਓ। ਆਹ ਜਿਹੜਾ ਟੋਲ ਆਪਣਾ ਜਿੱਥੇ ਆਪਾਂ ਵੀ ਬਾਹਰ ਲਾਇਆ ਸੀ, ਉੱਥੇ ਜਾ ਕੇ ਉਹਨਾਂ ਨੂੰ ਫੋਟੋਆਂ ਖਿੱਚ ਕੇ ਜਾਂ ਮੈਂ ਉਹਨਾਂ ਦੇ ਘਰੇ ਭੇਜ ਦਿੰਦਾ ਵੀ ਇਹਦੇ ਵਿੱਚੋਂ ਕਿਹੜਾ ਬੁੱਧ ਸਿੰਘ ਵਾਲਾ ਹੈ, ਕਿਹੜਾ ਇਹ 'ਚੋਂ ਜਿਹੜਾ ਇਹਨਾਂ ਨੇ ਇਨਕਾਊਂਟਰ ਕੀਤਾ ਸੀ ਇੱਥੇ ਦੂਬੇ, ਕਿਹੜਾ ਦੂਬੇ ਆ, ਇੱਕ ਇੱਥੇ ਜੇਲ੍ਹ 'ਚ ਮੁਖਤਿਆਰ ਅੰਸਾਰੀ ਬੈਠਾ ਹੈ, ਕਿਹੜਾ ਉਹ ਆ ਤੇ ਉਹਦਾ ਕੋਈ ਭਾਈ ਆ, ਉਹਦਾ ਕੋਈ ਦੱਸੋ ਤਾਂ ਸਹੀ ਨਾ। ਤੁਸੀਂ ਦੀਪ ਸਿੱਧੂ ਬਾਰੇ ਖੁਲਾਸਾ ਕੀਤਾ ਸੀ ਵੀਡੀਓ ਦੇ ਵਿੱਚ ਵੀ ਉਹ ਬੀਜੇਪੀ ਵੱਲੋਂ ਮੈਨੂਪਲੇਟ ਕੀਤੇ ਹੋਏ ਨੇ, ਬੀਜੇਪੀ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ। ਜਦੋਂ ਇਹੀ ਸਵਾਲ ਲੈ ਕੇ ਅਸੀਂ ਉਹਨਾਂ ਕੋਲ ਪਹੁੰਚੇ ਹਾਂ ਤਾਂ ਉਹ ਇੱਕ ਗੁੱਸਾ ਉਹਨਾਂ ਦੇ ਅੰਦਰ ਦੇਖਣ ਨੂੰ ਮਿਲਿਆ ਤੇ ਉੱਤੋਂ ਉਲਟਾ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਵਾਰ-ਵਾਰ ਇਹ ਸਵਾਲ ਨਾ ਪੁੱਛੇ ਜਾਣ। ਕੀ ਕਾਰਨ ਹੈ ਵੀ ਜਿਹੜੀ ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਇੱਕ ਮੀਡੀਆ ਦਾ ਫਰਜ਼ ਨਹੀਂ ਹੈਗਾ ਵੀ ਉਸ ਚੀਜ਼ ਨੂੰ ਕਲੈਰੀਫਾਈ ਕੀਤਾ ਜਾਵੇ, ਉਸ 'ਤੇ ਸਵਾਲ ਪੁੱਛੇ ਜਾਣ। ਜਦੋਂ ਖਾਲਿਸਤਾਨ ਦਾ ਜਿੱਥੇ ਨਾਂ ਆ ਗਿਆ, ਉਹ ਮੈਂ ਜਾਂ ਮੇਰੇ ਸਾਥੀ ਜਾਂ ਅਸੀਂ ਉਹ ਚੀਜ਼ ਫਿਰ ਪੱਟ ਕੇ ਹਟਣੀ ਆ। ਇਸ ਕਰਕੇ ਇਹ ਤੰਬੂ ਵੀ ਤੇ ਨਾ ਤੰਬੂ ਲਾਉਣ ਵਾਲਿਆਂ ਨੂੰ ਰਹਿਣ ਦੇਣਾ, ਇਹ ਤੁਹਾਡੇ ਮੂਹਰੇ ਆ। ਇਹਨਾਂ ਨੂੰ ਨੰਗੇ ਕਰਨਾ ਹੀ ਕਰਨਾ, ਕਿ ਜਿੰਨਾ ਮਰਜ਼ੀ ਪੁੱਠਾ ਬੋਲਣ ਉਲਟ ਬੋਲਣ, ਪਰ ਜਿੱਥੇ ਕੋਈ ਖਾਲਿਸਤਾਨ ਦਾ ਨਾਂ ਲਊਗਾ ਉਹ ਭਾਈ ਮੈਂ ਤਾਂ ਪਹਿਲਾ ਬੰਦਾ ਹੋਊਗਾ ਉਹਨਾਂ ਨੂੰ ਜੜੋਂ ਪੱਟਣ ਦੇ। ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ ਅਲੱਗ ਤੋਂ ਮੋਰਚਾ ਲਗਾਇਆ ਗਿਆ ਜਾਂ ਉੱਥੇ ਲੋਕ ਬੈਠੇ ਨੇ, ਤਾਂ ਦੂਜੇ ਪਾਸੇ ਬੀਜੇਪੀ ਦੇ ਲੋਕ ਇਹ ਕਹਿ ਰਹੇ ਨੇ ਵੀ ਰਵਨੀਤ ਬਿੱਟੂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਭਾਵੇਂ ਉਹ ਇੱਕ ਇਹਨਾਂ ਦੇ ਪ੍ਰਧਾਨ ਤੇ ਹਮਲਾ ਤੁਸੀਂ ਉਹ ਬਿਆਨ ਦਿੱਤਾ ਸੀ ਵੀ ਪਰਚਾ ਮੇਰੇ 'ਤੇ ਦਰਜ ਕੀਤਾ ਜਾਵੇ, ਉਸੇ ਆਧਾਰ ਨੂੰ ਲੈ ਕੇ ਉਹ ਕਹਿ ਰਹੇ ਵੀ ਜਿਹੜੇ ਜਿੱਥੇ ਇੱਥੇ ਵਿਰੋਧ ਹੋ ਰਿਹਾ ਵਾ ਸਾਰਾ ਰਵਨੀਤ ਸਿੰਘ ਬਿੱਟੂ ਦੀ ਸ਼ਹਿ 'ਤੇ ਹੋ ਰਿਹਾ। ਮਰਨ ਹੋ ਜਾਂਦਾ ਜਦੋਂ ਕਿਸਾਨ ਨੂੰ ਦਲਾਲ ਕਹਿ ਦੇ, ਜਿਹੜਾ ਹਿੱਕ ਪਾੜ ਕੇ ਧਰਤੀ 'ਚੋਂ ਆਪਣੀ ਧਰਤੀ ਮਾਂ 'ਚੋਂ ਉਹ 'ਚੋਂ ਆਪਣੇ ਪੁੱਤ ਵਰਗੀ ਫਸਲ ਬੀਜ ਕੇ ਢਿੱਡ ਭਰਦਾ ਏ, ਉਹਨੂੰ ਦਲਾਲ ਕਹਿਣ। ਉਹ ਕਿਹਦੇ ਫਿਰ ਹੁਣ ਮੈਂ ਪੁਰੀ ਨੂੰ ਹੋਰ ਕੀ ਉਹਨਾਂ ਦੇ ਹਾਰ ਪਾਵਾਂ? ਜਿਹੜੇ ਨਾਲ ਬਹਿ ਕੇ ਉਧਰ ਕਿਸਾਨ ਗਏ ਹੁਣ, ਇਹ ਪੂਰੇ 20 ਮੰਤਰੀ ਦਲਾਲ ਕਹਿੰਦੇ ਫਿਰਨ ਸਾਨੂੰ, ਹਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ, ਹੁਣ ਕਰਕੇ ਦਿਖਾਉਣ ਤਾਂ ਕੋਈ। ਹੁਣ ਜਿਵੇਂ ਆਪਣਾ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਤੇ ਇਹ ਵਾਪਸ ਲਓ। ਇਸ ਗੱਲ ਨੂੰ ਤਾਂ ਉਹਨਾਂ ਨੇ ਸਾਫ਼ ਨਾ ਕਰਤਾ ਵੀ ਕੋਰੀ ਨਾ ਹੈ ਵੀ ਅੱਜ ਸੁਣ ਲਓ ਚਾਹੇ ਬਾਅਦ ਸੁਣ ਲਓ, ਬਿੱਲ ਤਾਂ ਇਹ ਲਾਗੂ ਹੋ ਗਏ ਤੇ ਇਹ ਰਹਿਣਗੇ। ਇਹ ਤਾਂ ਬੀਜੇਪੀ ਨੇ ਸਾਨੂੰ ਕਲੀਅਰ ਕੱਟ ਇਹ ਗੱਲ ਕਹਿਤੀ ਹੈ। ਜੋ ਕੁਛ ਨਹੀਂ ਉਹ ਕੁਛ ਪਿਊਸ਼ ਗੋਇਲ ਨੇ ਸਾਨੂੰ ਕਿਹਾ ਵੀ ਮੋਦੀ ਸਾਹਿਬ ਜਦੋਂ ਇੱਕ ਵਾਰ ਵੀ ਆਪਣੇ ਮੂੰਹ ਤੋਂ ਆਵਾਜ਼ ਕੱਢ ਦਿੰਦੇ ਆ ਤੇ ਕਿਸੇ ਮੁਲਕ ਦੀ ਕਿਸੇ ਸੂਬੇ ਦੀ ਹਿੰਮਤ ਨਹੀਂ ਕਿ ਨਾ ਬੋਲੇ। ਤੇ ਤੁਸੀਂ ਪੰਜਾਬੀ ਉਹਨਾਂ ਦੀ ਗੱਲ ਕਿਵੇਂ ਨਾ ਮੰਨੋ, ਕਿਵੇਂ ਨਾ ਬਿੱਲ ਉਹਨਾਂ ਦੇ ਇੰਪਲੀਮੈਂਟ ਕਰੋ, ਜੇ ਤੁਸੀਂ ਉਲਟਾ ਧਰਨਿਆਂ ਤੇ ਬੈਠੇ ਹੋ? ਤੁਹਾਡੀ ਹਿੰਮਤ ਕਿਵੇਂ ਹੋਈ? ਇਹ ਵੀ ਕਿਹਾ ਵੀ ਤੁਹਾਨੂੰ ਹਰਿਆਣੇ ਦੀ ਤੁਹਾਨੂੰ ਸੀ ਵੀ ਸਪੋਰਟ ਮਿਲੂਗੀ, ਉੱਥੇ ਨਹੀਂ ਤੁਹਾਨੂੰ ਮਿਲੀ। ਤੁਹਾਨੂੰ ਤਾਂ ਆਪਣੇ ਰਾਜ ਨੇ ਜਿਹੜੇ ਕਾਂਗਰਸ ਦੇ, ਮੈਂ ਸਾਫ਼ ਝੂਠ ਇੱਕ ਲਫ਼ਜ਼ ਨਹੀਂ ਵੀ ਰਾਜਸਥਾਨ ਆ, ਹੋਰ ਸਟੇਟਾਂ ਜਿੱਥੇ ਕਾਂਗਰਸ ਦਾ ਰਾਜ, ਉੱਥੇ ਵੀ ਨਹੀਂ ਉੱਠਿਆ ਕਿਸਾਨ। ਪੰਜਾਬ ਹੀ ਇਕੱਲਾ ਕਿਉਂ? ਹੁਣ ਤੁਹਾਨੂੰ ਅੱਜ ਲੋੜ ਪੈ ਗਈ ਯੂਰੀਆ ਦੀ, ਅੱਜ ਤੁਹਾਡੇ ਪਲਾਂਟ ਬੰਦ ਹੋ ਜਾਣੇ ਕੋਲੇ ਦੇ, ਅੱਜ ਤਾਂ ਤੁਸੀਂ ਸਾਡੇ ਕੋਲ ਮੇਰੇ ਕੋਲ ਮੈਂ ਰਾਜੀਵ ਰਾਜਾ तमाम ਪੰਜਾਬ ਵਾਸੀਆਂ ਨੂੰ, ਲੁਧਿਆਣਾ ਸ਼ਹਿਰ ਦੇ ਵਾਸੀਆਂ ਨੂੰ ਆਪਣੇ ਵੱਲੋਂ, ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਵੱਲੋਂ, ਭਾਰਤ ਭੂਸ਼ਣ ਆਸ਼ੂ ਸਾਡੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਔਰ तमाम ਲੁਧਿਆਣੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ, ਵਿਸ਼ਵਕਰਮਾ ਦੇ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਔਰ ਉਮੀਦ ਕਰਦਾ ਹਾਂ ਔਰ ਬੇਨਤੀ ਵੀ ਕਰੂੰਗਾ ਸਾਰਿਆਂ ਨੂੰ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਕਰੋਨਾ ਮਹਾਮਾਰੀ ਤੇ ਪਹਿਲੇ ਦੀ ਤਰ੍ਹਾਂ ਆਪਾਂ ਨੇ ਫਿਰ ਮਿਸ਼ਨ ਫਤਿਹ ਕਰਨਾ ਹੈ। ਧੰਨਵਾਦ। ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਹੋਰਾਂ ਕੋਲ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਤਾਜ਼ਾ ਜਿਹੜੇ ਭਖਦੇ ਮਸਲੇ ਉਹਨਾਂ ਤੇ। ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਤੇ ਭਲਕੇ ਕੇਂਦਰ ਸਰਕਾਰ ਨਾਲ ਉਹਨਾਂ ਦੀ ਮੀਟਿੰਗ ਵੀ ਹੈ। ਸੋ ਮੀਟਿੰਗ ਵਿੱਚ ਕੀ ਨਤੀਜੇ ਨਿਕਲ ਕੇ ਆਉਣਗੇ, ਕੇਂਦਰ ਸਰਕਾਰ ਉਹਨਾਂ ਦੀ ਗੱਲਬਾਤ ਸੁਣੇਗੀ, ਜਿਹੜਾ ਇਹ ਰੇੜਕਾ ਇਸੇ ਤਰ੍ਹਾਂ ਅੱਗੇ ਵਧੇਗਾ। ਰਵਨੀਤ ਬਿੱਟੂ ਹੋਰਾਂ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਨੇ ਸਾਰੇ ਮਾਮਲੇ ਤੇ ਕਹਿਣਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਧੁੰਨਾ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ। ਬੇਸ਼ੱਕ ਕੱਦ ਛੋਟਾ ਹੈ ਪਰ ਕਾਰਨਾਮੇ ਤੁਹਾਡੇ ਬਹੁਤ ਵੱਡੇ ਨੇ। ਤੁਸੀਂ ਜਾਤੀ ਤੌਰ 'ਤੇ ਵੀ ਲੁਧਿਆਣੇ ਹੋਣ ਕਰਕੇ ਬੜੇ ਚਿਰ ਤੋਂ ਤੁਹਾਡੇ ਨਾਲ ਰਿਸ਼ਤਾ ਏ, ਪਰ ਤੁਸੀਂ ਜਿੱਥੇ ਵੀ ਕੋਈ ਭਖਵੇਂ ਮੁੱਦੇ ਹੋਣ ਉਸ ਸਥਾਨ 'ਤੇ ਪਹੁੰਚ ਕੇ ਔਖੀ ਤੋਂ ਔਖੀ
ਜਿਹੜੀ ਜਗ੍ਹਾ ਇੰਟਰਵਿਊ ਕਰਦੇ ਹੋ, ਇਸੇ ਤਰੀਕੇ ਨਾਲ ਜਿਹੜੇ ਸਾਰੇ ਸਿਆਸੀ ਲੋਕ ਵੀ ਨੇ, ਚਾਹੇ ਉਹ ਤਾਕਤ ਨੇ ਚਾਹੇ ਆਪੋਜੀਸ਼ਨ ਨੇ, ਉਹਨਾਂ ਨੂੰ ਵੀ ਤਿੱਖੇ ਸਵਾਲ ਆ ਜਿਹੜੇ ਤੁਸੀਂ ਹਮੇਸ਼ਾ ਕਰਦੇ ਹੋ, ਅਤੇ ਪ੍ਰਮਾਤਮਾ ਤੁਹਾਨੂੰ ਇਸੇ ਤਰੀਕੇ ਨਾਲ ਇਹ ਜਿਹੜੀ ਤਾਕਤ ਬਖਸ਼ੀ ਆ। ਕਿਉਂਕਿ ਬਹੁਤ ਆਮ ਤੌਰ 'ਤੇ ਮਿੱਠੀਆਂ ਗੱਲਾਂ ਕਰਕੇ, ਇੱਧਰ ਉੱਧਰ ਦੀਆਂ ਗੱਲਾਂ ਕਰਕੇ, ਮੈਂ ਸਮਝਦਾ ਜਿਹੜਾ ਲੋਕ ਕਿਉਂਕਿ ਇਸ ਰਾਹੀਂ ਤੁਹਾਡੇ ਹਰੇਕ ਗੱਲ ਤੋਂ ਰੂਬਰੂ ਹੁੰਦੇ ਆ, ਅਤੇ ਸੱਚਾਈ 'ਤੇ ਲਿਆਉਣਾ ਚਾਹੀਦਾ। ਅਤੇ ਜਿਹੜੀ ਤੁਸੀਂ ਗੱਲ ਅੱਜ ਕੀਤੀ ਆ ਖੇਤੀ ਆਰਡੀਨੈਂਸਾਂ ਦੀ, ਖੇਤੀ ਬਿੱਲਾਂ ਦੀ, ਖੇਤੀ ਕਾਨੂੰਨਾਂ ਦੀ, ਤੁਹਾਨੂੰ ਯਾਦ ਹੋਣਾ ਵੀ ਸਭ ਤੋਂ ਪਹਿਲਾਂ ਮੈਨੂੰ ਪਾਰਲੀਮੈਂਟ ਦੇ ਵਿੱਚ ਪਾਰਟੀ ਨੇ ਮੌਕਾ ਦਿੱਤਾ, ਮੈਂ ਬਹੁਤ ਜ਼ੋਰ ਸ਼ੋਰ ਨਾਲ ਉੱਥੇ ਕਿਸਾਨਾਂ ਦੀ ਪਹਿਲੇ ਦਿਨੀ ਗੱਲ ਉਠਾਈ। ਉੱਥੇ ਹਰਸਿਮਰਤ ਕੌਰ ਜੀ ਦਾ ਜਿਹੜਾ ਅਚਾਰ ਚਟਨੀ ਮਹਿਕਮਾ ਸੀ, ਉਹਦਾ ਅਸਤੀਫੇ ਦੀ ਵੀ ਗੱਲ ਕੀਤੀ, ਉਹ ਵੀ ਮਿਲਿਆ। ਪਰ ਉਹਨਾਂ ਨੇ ਚਲੋ ਵੱਡੀ ਬਹੁਮਤ ਸੀ, ਉਹ ਬਿੱਲ ਪਾਸ ਕਰਤੇ। ਥੋੜ੍ਹੀ ਜਿਹੀ ਮੈਂ ਤੁਹਾਡੇ ਤੋਂ ਟਾਈਮ ਲਊਂਗਾ, ਕਈ ਵਾਰ ਲੰਬੀਆਂ ਇੰਟਰਵਿਊ ਸੁਣਦੇ ਨਹੀਂ ਗਏ, ਪਰ ਇਹਦੇ ਨਾਲ ਉਦੋਂ ਬਾਅਦ ਜਿਹੜਾ ਪੰਜਾਬ ਸੀ, ਉਦੋਂ ਹੀ ਸਮਝ ਲਓ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਧਰਨੇ 'ਤੇ ਚਲੀਆਂ ਗਈਆਂ। ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਸੀ, ਕਿਸੇ ਪਾਰਟੀ ਨੂੰ ਉਹਨਾਂ ਨੇ ਵੜਨ ਨਹੀਂ ਦਿੱਤਾ। ਪਹਿਲਾਂ ਕਈ ਪਾਰਟੀਆਂ ਨੇ ਕੋਸ਼ਿਸ਼ ਕੀਤੀ ਬਰਾਬਰ ਧਰਨੇ ਰੱਖਣ ਦੀ, ਬਰਾਬਰ ਜਲੂਸ ਕੱਢਣ ਦੀ, ਪਰ ਕਿਸਾਨਾਂ ਨੇ ਕਿਸੇ ਨੂੰ ਇਸ ਵਿੱਚ ਵੜਨ ਨਹੀਂ ਦਿੱਤਾ। ਜਿਹੜਾ ਕਿ ਇਹ ਪਹਿਲੀ ਵਾਰ ਇਹ ਐਸੇ ਐਜੀਟੇਸ਼ਨ ਹੈ ਜਿਸ 'ਚ ਸਿਆਸੀ ਪਾਰਟੀਆਂ ਦਾ ਕੋਈ ਦਖਲ ਨਹੀਂ, ਪਿਓਰ ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਸਾਰੇ ਬੈਠੇ ਨੇ ਧਰਨਿਆਂ 'ਤੇ। ਇਹ ਗੱਲ ਬੜੀ ਜ਼ੋਰ ਸ਼ੋਰ ਨਾਲ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਸਮਝਾਈ, ਅਤੇ ਪੰਜਾਬ ਸਰਕਾਰ ਉਹਨਾਂ ਦੀ ਗੱਲ ਸਮਝ ਕੇ ਜੋ ਚਾਹੁੰਦੇ ਸੀ ਉਹ 3 ਕਾਨੂੰਨਾਂ ਨੂੰ ਉਰੇ ਰੱਦ ਕੀਤਾ। ਰੱਦੀ ਦੀ ਟੋਕਰੀ 'ਚ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਸਿੱਟ ਤੇ ਵੀ ਅਸੀਂ ਇਹ ਪੰਜਾਬ 'ਚ ਲਾਗੂ ਨਹੀਂ ਹੋਣ ਦੇਵਾਂਗੇ। ਚਲੋ ਉਦੋਂ ਬਾਅਦ ਇਹ ਬਿੱਲ ਗਵਰਨਰ ਦੇ ਕੋਲ ਜਾਣੇ ਸੀ। ਗਵਰਨਰ ਨੂੰ CM ਸਾਹਿਬ ਨੇ ਕਿਹਾ ਵੀ ਤੁਹਾਡਾ ਕੰਮ ਤਾਂ ਇੱਕ ਡਾਕੀਏ ਦਾ ਹੈ, ਪੋਸਟਮੈਨ ਦਾ ਕੰਮ ਆ, ਵੀ ਇਹ ਜਿਹੜੇ ਇੱਕ ਸੰਵਿਧਾਨਿਕ ਤਰੀਕਾ ਹੈ ਵੀ ਤੁਸੀਂ ਇਹ ਬਿੱਲ ਨੇ ਜਿਹੜੇ ਅਸੀਂ ਵਿਧਾਨ ਸਭਾ 'ਚ ਸਾਰੀਆਂ ਪਾਰਟੀਆਂ, 2 ਭਗੌੜਿਆਂ ਤੋਂ ਸਿਵਾਏ, ਜਿਹੜੇ BJP ਦੇ 2 ਭਗੌੜੇ MLA ਤੋਂ ਸਿਵਾਏ 115 MLA ਨੇ ਪਾਸ ਕਰਕੇ 3 ਬਿੱਲ ਰੱਦੀ 'ਚ ਸਿੱਟ ਕੇ ਪਹਿਲੀ ਵਾਰ ਹੋਇਆ। ਹਰ ਪਾਰਟੀ ਨੇ ਅੰਦਰ, ਬਾਅਦ 'ਚ ਜੋ ਮਰਜ਼ੀ ਸਿਆਸਤ ਕਰਨੀ ਹੁੰਦੀ ਹੈ ਉਹ ਕਰਨ, ਪਰ ਉੱਥੋਂ ਭੇਜਤਾ। ਅਤੇ ਪਰ ਹਜੇ ਤੱਕ ਅਸੀਂ ਦਿੱਲੀ ਤੱਕ ਵੀ ਜਾਏ ਹਾਂ। ਚਲੋ ਉੱਥੇ ਮੈਂ ਬਾਅਦ 'ਚ ਆਉਣਾ। ਰਾਸ਼ਟਰਪਤੀ ਨੇ ਨਾ ਟਾਈਮ ਦਿੱਤਾ, ਨਾ ਰਾਸ਼ਟਰਪਤੀ ਨੂੰ ਬਿੱਲ ਭੇਜਿਆ ਗਵਰਨਰ ਨੇ, ਜਿਹੜਾ ਕਿ ਉਹ ਪੰਜਾਬ ਖਾਤਰ ਲਾਇਆ ਜਾਂਦਾ। ਅਤੇ ਪੰਜਾਬ ਦੇ ਨਾਲ ਇੱਕ ਐਕਸਟਰਾ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ, ਉਹ ਕੁਰਸੀ ਇੱਕ ਪੰਜਾਬ ਦੇ ਗਵਰਨਰ ਨੂੰ ਅਲੱਗ ਮਿਲਦੀ ਆ, ਜਿਹੜਾ ਕਿ ਉਹ ਚੰਡੀਗੜ੍ਹ ਦਾ ਚੀਫ ਮਿਨਿਸਟਰ ਹੁੰਦਾ। ਅਤੇ ਇਹ ਸਿਲਾਓ ਸਾਨੂੰ ਗਵਰਨਰ ਸਾਹਿਬ ਦੇ ਰਹੇ ਨੇ ਪੰਜਾਬੀਆਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ। ਹੁਣ ਗੱਲ ਇਹ ਆ, ਚਲੋ ਉਹ ਤੇ ਬਾਅਦ ਆਵਾਂਗੇ ਵੀ ਗਵਰਨਰ ਸਾਹਿਬ ਵੱਲ ਨੂੰ ਕਿਵੇਂ ਜਾਣਾ ਹੈ, ਕੀ ਨਹੀਂ ਕਰਨਾ, ਉਹ ਵੀ ਰੁੱਖ ਤਿਆਰ ਕਰਾਂਗੇ ਇਹ ਪਿੱਛੇ। ਪਰ ਚਲੋ ਇੱਕ ਡੈਡਲੌਕ ਬਣ ਗਿਆ, ਕਿਸਾਨਾਂ ਨੇ ਧਰਨੇ ਲਾ ਲਏ, ਟ੍ਰੇਨਾਂ ਬੰਦ ਹੋ ਗਈਆਂ, ਫਸਲਾਂ ਮੰਡੀਆਂ 'ਚ ਆ ਗਈਆਂ, ਸਰਦੀ ਆਉਣ ਵਾਲੀ ਹੋ ਗਈ, ਬਾਰਡਰ 'ਤੇ ਫੌਜ ਖੜੀ ਆ, ਅਤੇ ਲੰਬੀ ਗੱਲਬਾਤ ਵਿੱਚ ਵਿਚਾਲੇ ਕੁਛ ਜਿਹੜੇ ਅਫਸਰ ਸਾਹਿਬਾਨਾਂ ਨੇ 1-2 ਵਾਰ ਕੋਸ਼ਿਸ਼ ਕੀਤੀ, ਕਿਸਾਨ ਜਥੇਬੰਦੀਆਂ ਗਈਆਂ। ਪਰ ਜਿਹੜੇ ਮੈਂ ਆਮ ਤੌਰ 'ਤੇ ਕਹਿਣਾ, ਜਿਹੜੇ ਚਮਚੇ ਨੇ, ਜਿਹੜੇ ਕਿ ਰਿਜੈਕਟਡ ਮਾਲ ਆ, ਜਿਹੜਾ ਲਿਬੜੇ ਹੋਏ ਚਮਚੇ ਨੇ, ਉਹਨਾਂ ਨੇ ਐਸਾ ਵਾਤਾਵਰਨ ਬਣਾਤਾ ਦਿੱਲੀ 'ਚ ਜਾ ਕੇ, ਚਾਹੇ ਉਹ ਨੱਡਾ ਜੀ ਕੋਲ ਹੋਵੇ, ਚਾਹੇ ਅਮਿਤ ਸ਼ਾਹ ਜੀ ਕੋਲ ਹੋਵੇ, ਚਾਹੇ ਉਹ ਪ੍ਰਾਈਮ ਮਿਨਿਸਟਰ ਦੇ ਕੋਲ ਹੋਵੇ, ਵੀ ਪੰਜਾਬ ਦੇ ਵਿੱਚ ਤਾਂ ਜਿਹੜਾ ਐਜੀਟੇਸ਼ਨ ਚੱਲ ਰਿਹਾ ਉਹ ਪਿਓਰਲੀ, ਜਿਹੜਾ ਸਾਨੂੰ ਉਹਨਾਂ ਨੇ ਕਿਹਾ ਮੰਤਰੀਆਂ ਨੂੰ, ਜਿਹੜੀਆਂ ਮੀਟਿੰਗਾਂ MPਆਂ ਨੇ ਕੀਤੀਆਂ, ਉਹ ਕਹਿੰਦੇ ਪਿਓਰਲੀ ਜਿਹੜਾ ਇਹ ਕਾਂਗਰਸ ਦਾ ਐਜੀਟੇਸ਼ਨ ਆ। ਕੋਈ ਕਿਸਾਨ ਨਹੀਂ, ਕਾਂਗਰਸੀ ਬੈਠੇ ਹੋ, ਅਤੇ ਮੁੱਖ ਮੰਤਰੀ ਪੰਜਾਬ ਨੇ ਬਿਠਾਏ ਹੋਏ ਆ। ਦੇਖੋ ਇਹ ਲੋਕਾਂ ਨੇ ਚੁੱਗ ਕੰਪਨੀ, ਜਿਹੜੇ ਨੂੰ ਮੈਂ ਦੂਜਾ ਜਾਲੀ ਜਿਹੜਾ ਪੰਜਾਬੀ ਬਣਿਆ ਹੋਇਆ, ਉਹ 'ਤੇ ਲੋਕ ਕਈ ਵਾਰ ਗੁੱਸਾ ਕਰਦੇ ਆ। ਅਤੇ ਕਿਸੇ BJP ਵਾਲਾ, ਜਿਹੜੇ ਲੁਧਿਆਣੇ ਵਾਲੇ ਵੀ ਨੇ, ਤੁਸੀਂ ਵੀ ਇੰਟਰਵਿਊ ਕੀਤੀਆਂ ਉਹਨਾਂ ਦੀਆਂ, ਉਹਨੂੰ ਇਹ ਪੁੱਛੋ ਜਾ ਕੇ ਵੀ ਲੁਧਿਆਣੇ ਦਾ ਕਿਹੜਾ ਐਡਰੈਸ ਆ, ਕਿਹੜਾ ਐਡਰੈਸ ਆ ਜਿੱਥੇ ਇਹ ਜਿਹੜੇ ਮੰਤਰੀ ਜੀ ਨੇ, ਕੀ ਨਾਮ ਉਹਨਾਂ ਦਾ, ਜਿਹੜੇ ਪੰਜਾਬ ਦੇ ਹਰਦੀਪ ਪੁਰੀ, ਵੀ ਕਿੱਥੇ ਉਹਨਾਂ ਦਾ ਐਡਰੈਸ ਆ, ਕਿੱਥੇ ਉਹ ਰਹਿੰਦੇ ਰਹੇ ਨੇ, ਕਿੱਥੇ ਉਹ ਪੜ੍ਹਦੇ ਰਹੇ ਨੇ, ਕਿੱਥੇ ਉਹ ਸਿਆਸਤ ਕਰਦੇ ਰਹੇ ਆ ਪੰਜਾਬ 'ਚ, ਅਤੇ ਕਿਹੜੇ ਮੁੱਦੇ ਪੰਜਾਬ ਦੇ ਉਹਨਾਂ ਨੇ ਚੱਕੇ। ਉਹ ਤਾਂ ਪੰਜਾਬ ਛੱਡ ਨੌਕਰੀਓ ਬਾਹਰਲੇ ਮੁਲਕਾਂ ਦੀ ਐਂਬੈਸਡਰ ਸੀ ਉਹ ਤਾਂ, ਅਤੇ ਫਿਰ ਇਸ ਗੱਲ ਦਾ ਬੁਰਾ ਮੰਨਦੇ ਆ। ਕੀ ਗੱਲ, ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦਾ ਕੋਈ BJP ਦਾ ਪੰਜਾਬੀ ਪੱਗ ਵਾਲਾ ਕਿਸਾਨ ਲੀਡਰ, ਜਾਂ ਕੋਈ ਆੜ੍ਹਤੀਆ ਲੀਡਰ, ਜਾਂ ਕੋਈ SC ਮਜ਼ਦੂਰਾਂ ਦਾ ਲੀਡਰ, ਕੋਈ BJP ਕੋਲ ਹੈ ਹੀ ਨਹੀਂ। ਜੇ ਉਹਨਾਂ ਨੂੰ, ਜਦੋਂ ਅਸੀਂ ਗਏ ਰੇਲਵੇ ਮਿਨਿਸਟਰ ਦੇ, ਇਹ ਜਾਲੀ ਖੜੇ
ਉੱਥੇ ਗਰੇਵਾਲ ਸਾਹਿਬ ਵੀ ਖੜੇ ਹੋ ਸਕਦੇ ਸੀ, ਉੱਥੇ ਜਿਆਨੀ ਸਾਹਿਬ ਵੀ ਹੋ ਸਕਦੇ ਸੀ, ਉੱਥੇ ਅਵਿਨਾਸ਼ ਰਾਓ ਖੰਨਾ ਵੀ ਹੋ ਸਕਦੇ ਸੀ, ਉੱਥੇ ਸੰਪਲਾ ਸਾਹਿਬ ਵੀ ਹੋ ਸਕਦੇ ਸੀ, ਉੱਥੇ ਜਿਹੜੇ ਆ ਮੰਤਰੀ ਨੇ ਸਟੇਟ ਮਿਨਿਸਟਰ ਨੇ ਇਹਨਾਂ ਦੇ ਬੀਜੇਪੀ ਦੇ ਉਹ ਵੀ ਹੋ ਸਕਦੇ, ਪਰ ਕੋਈ ਨਹੀਂ। ਇਹ ਨਕਲੀ ਚੁੱਗ ਤੇ ਪੁਰੀ ਸਾਹਿਬ ਖੜੇ। ਜਦੋਂ ਅਸੀਂ ਟਾਈਮ ਲੈ ਕੇ ਚਲੋ ਪਹਿਲਾਂ ਮੈਂ ਐਜੂਟੇਸ਼ਨ ਤੇ ਆ ਜਾ, ਤੇ ਇੱਕ ਇਹ ਐਜੂਟੇਸ਼ਨ ਐਸਾ ਵੀ ਕਿਸਾਨਾਂ ਨੇ ਕਿਤੇ ਵੀ ਇੱਕ ਪੱਤਾ ਵੀ ਵਾਇਲੇਟ ਨਹੀਂ ਹੋਣ ਦਿੱਤਾ। ਹਜੇ ਕਿ ਕਈ ਗਰੁੱਪ ਬੈਠੇ ਆ, ਤੁਸੀਂ ਵੀ ਇੰਟਰਵਿਊ ਉਹਨਾਂ ਦੇ ਕਰਦੇ ਰਹਿੰਦੇ ਹੋ, ਕਈ ਅਲੱਗ ਅੱਡੇ ਵੀ ਲਾਈ ਬੈਠੇ ਆ ਜਿਨ੍ਹਾਂ ਦਾ ਮਨਸੂਬਾ ਪੰਜਾਬ ਨੂੰ ਬਰਬਾਦ ਕਰਨਾ ਹੈ, ਪੰਜਾਬ ਨੂੰ ਉਜਾੜਨਾ ਹੈ। ਜਿਵੇਂ ਕਿ ਸ਼ੰਭੂ ਬਾਰਡਰ ਤੇ ਬੈਠੇ ਆ, ਇਹ ਅਲੱਗ ਡਫਲੀ ਵਜਾ ਰਹੇ ਆ, ਪਰ ਨਾ ਕਿਸਾਨਾਂ ਨੇ ਇਹਨਾਂ ਨੂੰ ਕਦੇ ਆਪਣਾ ਮੰਨਿਆ ਤੇ ਨਾ ਇਹਨਾਂ ਨੇ ਕਿਸਾਨਾਂ ਨੂੰ। ਇਹ ਤਾਂ ਅਲੱਗ ਆਪਣੀ ਸਿਆਸਤ 2022 'ਚ ਉਹ ਐਲੀਮੈਂਟ ਆ ਸਾਰਾ, ਜਿਹਨੂੰ ਕਿਤੇ ਜਗ੍ਹਾ ਨਹੀਂ ਮਿਲੀ ਕਿਸੇ ਪਾਰਟੀ 'ਚ, ਜਿਹਨੂੰ ਆਮ ਆਦਮੀ ਪਾਰਟੀ 'ਚ ਵੀ ਨਹੀਂ ਮਿਲੀ, ਬਾਕੀਆਂ 'ਚ ਤਾਂ ਨਹੀਂ। ਇਹ ਉਹ ਐਲੀਮੈਂਟ ਸਟੇਜਾਂ ਤੇ ਇੱਥੇ ਜਾ ਕੇ ਜਿਹੜਾ ਬੋਲਦਾ ਹੈ, ਬਾਕੀ ਕਿਸ ਦੇ ਰਿਸ਼ਤੇ ਆ, ਕੋਈ ਨਾ ਕੋਈ ਕਿਸੇ ਨੂੰ ਬੁਲਾ ਲੈਂਦਾ। ਪਰ ਮੈਂ ਅਸਲੀ ਗੱਲ ਦੱਸਦਾ ਵੀ ਇਹ ਸਿਆਸਤ 'ਚ ਟੋਟਲ ਤੇ RSS ਦੇ ਏਜੰਟ ਉਹ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਸਨੀ ਦਿਓਲ ਨਾਲ ਕਿਵੇਂ ਰਹੇ, ਕੀ ਨਾਂ ਆ, ਉਹ ਮੈਂ ਉਸ 'ਚ ਜਾਣਾ ਨਹੀਂ ਚਾਹੁੰਦਾ। ਪਰ ਉਹ ਜਿਹੜਾ ਧਰਨਾ ਹੈ, ਉਹ ਉੱਥੋਂ ਜਿਹੜੀਆਂ ਸੁਰਾਂ ਨਿਕਲਦੀਆਂ ਉਹ ਕਿਸਾਨਾਂ ਲਈ ਨਹੀਂ ਨਿਕਲਦੀਆਂ। ਉਹ ਅਲੱਗ ਸੂਬੇ ਦੀ ਗੱਲ ਕਰਦੇ ਆ, ਅਲੱਗ ਖੁਦ ਮੁਖਤਿਆਰੀ ਦੀ ਗੱਲ ਕਰਦੇ ਆ, ਪਰ ਅਸੀਂ ਚਲੋ ਉਹ ਅਲੱਗ ਚੀਜ਼ ਆ। ਪਰ ਹੁਣ ਕੀ ਹੋਇਆ, ਜਦੋਂ ਅਸੀਂ ਮਿਲੇ, ਅਸੀਂ ਅਸਲੀਅਤ ਗੱਲ ਦੱਸੀ ਵੀ ਭਾਈ ਧੁੰਨਾ ਜੀ ਇਹ ਗੱਲ ਕਿਹਾ ਵੀ ਇਹ ਆਪਣੀਆਂ ਏਜੰਸੀਆਂ ਨੂੰ, ਹੋਮ ਮਿਨਿਸਟਰ ਮਿਲਣ ਤੋਂ ਪਹਿਲਾਂ ਆਪਣੀਆਂ ਏਜੰਸੀਆਂ ਨੂੰ ਪੁੱਛੋ, ਜਿਹੜੀਆਂ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ, IB ਨੂੰ ਪੁੱਛੋ ਵੀ ਕੀ ਇੱਥੇ ਕੋਈ ਕਾਂਗਰਸੀ ਆ, ਕੋਈ ਅਕਾਲੀ ਆ, ਕੋਈ ਆਮ ਆਦਮੀ ਪਾਰਟੀ ਦਾ ਏ। ਉਹਨਾਂ ਨੇ ਰਿਪੋਰਟਾਂ ਭੇਜੀਆਂ ਵੀ ਟੋਟਲ ਕਿਸਾਨ ਜਥੇਬੰਦੀਆਂ ਬੈਠੀਆਂ ਏ। ਦੂਜੀ ਗੱਲ, ਜਦੋਂ ਅਸੀਂ ਪਿਊਸ਼ ਗੋਇਲ ਤੇ ਮੈਂ ਹੁਣ ਆਉਣਾ ਚਾਹੁੰਦਾ ਹੈ ਵੀ ਇਹ ਗੱਲਾਂ ਕਿਸ ਤਰੀਕੇ ਨਾਲ ਚੱਲੀਆਂ, ਤੁਸੀਂ ਵੀ ਸਵਾਲ ਕਰਿਓ ਬਾਅਦ 'ਚ। ਪਰ ਅਸੀਂ ਮੈਂਬਰ ਪਾਰਲੀਮੈਂਟਾਂ ਨੇ ਇਹ ਸੋਚਿਆ ਸਾਰਿਆਂ ਨੇ ਵੀ ਇੱਕ ਜਿਹੜਾ ਇਹ ਡੈਡਲੌਕ ਬਣ ਗਿਆ ਆਪਸ ਵਿੱਚ, ਕੇਂਦਰ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ, ਕਿਸਾਨਾਂ ਤੇ ਸੈਂਟਰ ਦੀ ਸਰਕਾਰ ਨਾਲ, ਟ੍ਰੇਨਾਂ ਬੰਦ ਹੋ ਗਈਆਂ, ਸਾਰੀ ਇੰਡਸਟਰੀ ਸਾਡੀ ਲੁਧਿਆਣੇ ਦੀ ਠੱਪ ਹੋ ਗਈ, ਜਲੰਧਰ ਦੀ ਠੱਪ ਹੋ ਗਈ, ਅੰਮ੍ਰਿਤਸਰ ਦਾ ਵਪਾਰ ਸਾਰਾ ਬੰਦ ਹੋ ਗਿਆ, 20,000 ਕਰੋੜ ਤੋਂ ਉੱਤੇ ਦਾ ਨੁਕਸਾਨ ਹੋ ਗਿਆ। ਇਹ 'ਚ ਇੱਕ ਡੈਡਲੌਕ ਨੂੰ ਕਿਵੇਂ ਤੋੜੀਏ, ਕਿਉਂਕਿ ਜਿਹੜੇ BJP ਵਾਲੇ ਆ ਉਹ ਤਾਂ ਅੱਗ ਲਾਉਣ ਜਾ ਰਹੇ ਆ, ਭਾਂਬੜ ਮਚਾਉਣ ਰਹੇ ਆ। ਉੱਥੋਂ ਬਿਆਨ ਨੱਡਾ ਸਾਹਿਬ ਤੋਂ ਦਵਾ ਰਹੇ ਆ ਵੀ ਇਹ ਦਲਾਲ ਬੈਠੇ ਆ। ਤੁਸੀਂ ਸੋਚੋ, ਇੱਕ ਅੰਨਦਾਤਾ ਨੂੰ ਅੰਦਰ ਆ ਕੇ ਤਾਂ ਅੰਨਦਾਤਾ, ਜਦੋਂ ਬਿਆਨ ਆਉਂਦੇ ਆ ਉੱਥੋਂ ਉਹ ਕਹਿੰਦਾ ਜੀ ਦਲਾਲ। ਦੇਖੋ ਨਾ, ਮਰਨ ਹੋ ਜਾਂਦਾ ਜਦੋਂ ਕਿਸਾਨ ਨੂੰ ਦਲਾਲ ਕਹਿ ਦੇ, ਜਿਹੜਾ ਹਿੱਕ ਪਾੜ ਕੇ ਧਰਤੀ 'ਚੋਂ, ਆਪਣੀ ਧਰਤੀ ਮਾਂ 'ਚੋਂ, ਉਹ 'ਚੋਂ ਆਪਣੇ ਪੁੱਤ ਵਰਗੀ ਫਸਲ ਬੀਜ ਕੇ ਢਿੱਡ ਭਰਦਾ ਏ, ਉਹਨੂੰ ਦਲਾਲ ਕਹਿਣ। ਉਹ ਕਿਹਦੇ ਫਿਰ ਹੁਣ ਮੈਂ ਪੁਰੀ ਨੂੰ ਹੋਰ ਕੀ ਉਹਨਾਂ ਦੇ ਹਾਰ ਪਾਵਾਂ, ਜਿਹੜੇ ਨਾਲ ਬਹਿ ਕੇ ਉਧਰ ਕਿਸਾਨ ਗਏ ਹੁਣ, ਇਹ ਉਰੇ 20 ਮੰਤਰੀ ਦਲਾਲ ਕਹਿੰਦੇ ਫਿਰਨ ਸਾਨੂੰ, ਹਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ, ਹੁਣ ਕਰਕੇ ਦਿਖਾਉਣ ਤਾਂ ਕੋਈ। ਚਲੋ ਅਸੀਂ ਜਦੋਂ ਇਹ ਸੋਚਿਆ ਸਾਰੇ MPs ਨੇ ਵੀ ਆਪਣਾ ਫਰਜ਼ ਬਣਦਾ, ਆਪਾਂ ਕੇਂਦਰ 'ਚ MP ਆ, ਆਪਾਂ ਇਹਨਾਂ ਨੂੰ ਮਿਲ ਕੇ ਡੈਡਲੌਕ ਤੋੜੀਏ, ਉਹਨਾਂ ਮੂਹਰੇ ਹੱਥ ਜੋੜੀਏ ਵੀ ਭਾਈ ਪੰਜਾਬ ਦਾ ਤੁਸੀਂ ਕਾਂਗਰਸ ਦੇ ਨਾਲ ਤੁਹਾਡਾ ਕਿਸਾਨ ਨਾਲ ਕੀ ਗੁੱਸਾ ਏ, ਤੁਹਾਡਾ ਆੜ੍ਹਤੀਆਂ ਨਾਲ ਕੀ ਗੁੱਸਾ ਏ, ਤੁਹਾਡਾ ਮਜ਼ਦੂਰਾਂ ਨਾਲ ਕੀ ਗੁੱਸਾ ਏ, ਤੇ ਹੁਣ ਤੁਸੀਂ ਫੌਜੀਆਂ ਦਾ ਕੀ ਗੁੱਸਾ, ਜਿਨ੍ਹਾਂ ਨੂੰ ਆਕਸੀਜਨ ਸਿਲੰਡਰਾਂ ਦੀ ਲੋੜ ਆ ਚਾਈਨਾ ਤੇ, ਉਹਨਾਂ ਦੇ ਆਕਸੀਜਨ ਸਿਲੰਡਰ ਨਹੀਂ ਜਾ ਰਹੇ, ਉਹ ਉੱਥੇ ਔਖੇ ਹੋ ਰਹੇ ਆ, ਗੈਸ ਸਿਲੰਡਰ ਨਹੀਂ ਜਾ ਰਹੇ, ਰਾਸ਼ਨ ਨਹੀਂ ਜਾ ਰਿਹਾ, ਸਿਆਲ ਕਿਉਂ ਤੁਸੀਂ ਬਦਲੇ ਲੈਣ ਲੱਗੇ ਹੋ? ਅਸੀਂ ਮਾਫੀ ਮੰਗਦੇ ਹਾਂ ਤੁਹਾਤੋਂ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ। ਪਰ ਭਾਈ ਜੋ ਕੁਛ ਨਹੀਂ, ਉਹ ਕੁਛ ਪਿਊਸ਼ ਗੋਇਲ ਨੇ ਸਾਨੂੰ ਕਿਹਾ ਵੀ ਮੋਦੀ ਸਾਹਿਬ ਜਦੋਂ ਇੱਕ ਵਾਰ ਕੋਈ ਆਪਣੇ ਮੂੰਹ ਤੋਂ ਆਵਾਜ਼ ਕੱਢ ਦਿੰਦੇ ਆ ਤੇ ਕਿਸੇ ਮੁਲਕ ਦੀ, ਕਿਸੇ ਸੂਬੇ ਦੀ ਹਿੰਮਤ ਨਹੀਂ ਕਿ ਨਾ ਬੋਲੇ। ਤੇ ਤੁਸੀਂ ਪੰਜਾਬੀ ਉਹਨਾਂ ਦੀ ਗੱਲ ਕਿਵੇਂ ਨਾ ਮੰਨੋ, ਕਿਵੇਂ ਨਾ ਬਿੱਲ ਉਹਨਾਂ ਦੇ ਇੰਪਲੀਮੈਂਟ ਕਰੋ? ਜੇ ਤੁਸੀਂ ਉਲਟਾ ਧਰਨਿਆਂ ਤੇ ਬੈਠੇ ਹੋ, ਤੁਹਾਡੀ ਹਿੰਮਤ ਕਿਵੇਂ ਹੋਈ? ਇਹ ਵੀ ਕਿਹਾ ਵੀ ਤੁਹਾਨੂੰ ਹਰਿਆਣੇ ਦੀ ਤੁਹਾਨੂੰ CB ਸਪੋਰਟ ਮਿਲੂਗੀ, ਉੱਥੇ ਨਹੀਂ ਤੁਹਾਨੂੰ ਮਿਲੀ। ਤੁਹਾਨੂੰ ਤਾਂ ਆਪਣੇ ਰਾਜ ਨੇ ਜਿਹੜੇ ਕਾਂਗਰਸ ਦੇ, ਮੈਂ ਸਾਫ਼ ਝੂਠ ਇੱਕ ਲਫ਼ਜ਼ ਨਹੀਂ ਵੀ ਰਾਜਸਥਾਨ ਆ, ਹੋਰ ਸਟੇਟਾਂ ਜਿੱਥੇ ਕਾਂਗਰਸ ਦਾ ਰਾਜ, ਉੱਥੇ ਵੀ ਨਹੀਂ ਉੱਠਿਆ ਕਿਸਾਨ। ਪੰਜਾਬ ਹੀ ਇਕੱਲਾ ਕਿਉਂ? ਹੁਣ ਤੁਹਾਨੂੰ ਅੱਜ ਲੋੜ ਪੈ ਗਈ ਯੂਰੀਆ ਦੀ, ਅੱਜ ਤੁਹਾਡੇ ਪਲਾਂਟ ਬੰਦ ਹੋ ਜਾਣੇ ਆ ਕੋਲੇ ਦੇ, ਅੱਜ ਤਾਂ ਤੁਸੀਂ ਸਾਡੇ ਕੋਲ, ਮੇਰੇ ਕੋਲ ਗੱਲਾਂ ਰੈਲੀਆਂ 'ਚ ਪੋਲੀਟੀਕਲ ਹੁੰਦੇ ਸੀ, ਉਹ ਇੱਕ ਮੀਟਿੰਗ ਦੇ ਵਿੱਚ ਹੋਈਆਂ ਆਮੋ ਸਾਹਮਣੇ ਜੀ। ਦੇਖੋ ਆਪਾਂ, ਤੁਸੀਂ ਵੀ ਦੇਖਦੇ ਹੋ ਜਦੋਂ ਵੀ ਕੋਈ ਐਸੋਸੀਏਸ਼ਨ ਆ, ਕੋਈ ਵੀ, ਅਸੀਂ ਆਮ ਤੌਰ ਤੇ ਮੈਮੋਰੈਂਡਮ ਲੈ ਕੇ ਜਾਂਦੇ ਆ। ਮੰਤਰੀ ਇੱਕ ਹੁਣ ਪੰਜਾਬ ਦੇ ਮੰਤਰੀ ਆ, ਮੈਮੋਰੈਂਡਮ ਲੈਣ ਜਾਂਦੇ ਆ, ਆਪਾਂ ਦਿੰਨੇ ਆ, ਉਹ ਫੜ ਲੈਂਦੇ ਆ ਵੀ ਮੈਂ ਦੇਖੂੰਗਾ ਭਾਈ ਵੀ ਇਹ ਤੇ ਜੇ ਕਰਨ ਹੋਣ ਵਾਲਾ ਕਰੂੰਗਾ, ਨਹੀਂ ਕਰਨ ਨਾ ਕਰੂੰ। ਉਹਨਾਂ ਨੇ ਤਾਂ ਸਾਡੇ ਤੇ 1 ਘੰਟਾ ਐਂ ਵਰੇ ਜਿਵੇਂ ਅਸੀਂ ਕੋਈ ਦੋਸ਼ੀ ਹੁੰਨੇ ਆ, ਅਸੀਂ ਜਿਵੇਂ ਬਹੁਤ ਵੱਡਾ ਕੋਈ ਗੁਨਾਹ ਕਰ ਲਿਆ ਹੁੰਦਾ। ਤੇ ਹੁਣ ਜਦੋਂ ਇਹ ਵੀ ਅਸੀਂ ਕਿਹਾ ਵੀ ਅਸੀਂ ਤੁਹਾਡੇ ਤੋਂ ਵੱਧ ਬੋਲ ਸਕਦੇ ਹਾਂ, ਤੁਹਾਡੇ ਤੋਂ ਵੱਧ ਸਾਨੂੰ ਪਤਾ ਏ,
ਪਰ ਇਸ ਵੇਲੇ ਤੁਹਾਡੇ ਨਾਲ ਉਰੇ 20 ਤਾਂ ਤੁਹਾਡੇ ਅਫਸਰ ਬੈਠੇ ਆ ਰੇਲਵੇ ਦੇ, 20 ਤੁਹਾਡੇ ਸਟਾਫ ਦੇ ਹੋਰ ਮੈਂਬਰ ਨੇ। ਜੇ ਅਸੀਂ ਤੁਹਾਡੇ ਨਾਲ ਕੋਈ ਅੱਧ ਸ਼ਬਦ ਬੋਲਾਂਗੇ ਉਹ ਚੰਗਾ ਨਹੀਂ ਲੱਗਦਾ। ਇਹਦਾ ਜਵਾਬ ਤੁਹਾਨੂੰ ਪ੍ਰਾਈਵੇਟ ਤੌਰ ਤੇ ਕਿਸੇ ਦਿਨ ਫੇਰ ਪਾਰਲੀਮੈਂਟ 'ਚ ਵੀ ਹੋਰ ਵੀ ਦੇ ਦਾਂਗੇ ਚੰਗੀ ਤਰ੍ਹਾਂ, ਪਰ ਅੱਜ ਅਸੀਂ ਤੁਹਾਡੇ ਕੋਲੋਂ ਮੰਗਣ ਆਏ ਹਾਂ। ਪਰ ਉਹ ਕਹਿੰਦਾ ਬਿਲਕੁਲ ਨਹੀਂ ਜੀ, ਇਹ ਤਾਂ ਇਸੇ ਤਰੀਕੇ ਨਾਲ ਟ੍ਰੇਨਾਂ ਬੰਦ ਰਹਿਣਗੀਆਂ, ਤੇ ਜੇ ਚੱਲਣਗੀਆਂ ਵੀ ਤਾਂ ਪਹਿਲਾਂ ਪੈਸੇਂਜਰ ਨਾਲ ਚੱਲਣਗੀਆਂ, ਜੇ ਚਲਾਵਾਂਗੇ ਉਹ ਵੀ ਸੋਚਾਂਗੇ, ਪਰ ਤੁਹਾਡੇ ਕਿਸਾਨਾਂ ਦੀ ਨਹੀਂ ਚੱਲਣ ਦਿੰਦੇ। ਤੇ ਜਿੱਦਣ ਇੱਕ ਜੇ ਚਲਾ ਵੀ ਦਿੱਤੀ ਮਾਲ ਗੱਡੀ, ਉਹਦੇ ਨਾਲ ਕਹਿੰਦਾ ਕਿ ਤੁਹਾਡਾ ਪਲਾਂਟ ਚੱਲ, ਤੁਹਾਡੇ ਕਿਹੜਾ ਸਾਰੇ ਬਿਜਲੀ ਪਲਾਂਟ ਚੱਲਣਗੇ। ਜੇ ਥੋੜੀ ਜਿਹੀ ਵੀ ਸਾਡੇ ਪੈਸੇਂਜਰ ਗੱਡੀ ਨਹੀਂ ਚੱਲਣ ਦਓਗੇ, ਉਦੋਂ ਹੀ ਕਹਿੰਦੇ ਫੇਰ ਬੰਦ ਕਰਾਂਗੇ। ਤੇ ਅਸੀਂ ਕਿਹਾ ਜੀ ਤੁਸੀਂ ਪੈਸੇਂਜਰ ਵੀ ਚਲਾਓ। ਅਸੀਂ ਕਦ ਕਹਿੰਦੇ ਆ, ਕਿਉਂਕਿ ਸਾਰੇ ਲੋਕਾਂ ਨੇ ਦੀਵਾਲੀ ਦੇ ਤਿਉਹਾਰ ਨੇ, ਕਿਸੇ ਨੇ ਬਿਹਾਰ ਜਾਣਾ, ਕਿਸੇ ਨੇ ਯੂਪੀ ਜਾਣਾ, ਕਿਸੇ ਨੇ ਅਸਾਮ ਜਾਣਾ, ਕਿਸੇ ਨੇ ਮਹਾਰਾਸ਼ਟਰਾ ਜਾਣਾ ਹੈ, ਕਿਸੇ ਨੇ ਉੜੀਸਾ ਜਾਣਾ ਹੈ। ਸਾਡੇ ਤਾਂ ਆਪ ਦੇ ਜ਼ਿਲ੍ਹਿਆਂ 'ਚ ਇਹ ਲੋਕ ਨੇ, ਸਾਡੇ ਹੀ ਨੇ ਉਹ। ਪਰ ਚਲੋ ਉਹ ਕਿਸੇ ਗੱਲ ਤੇ ਨਹੀਂ ਆਏ। ਅਗਲੇ ਦਿਨ ਜਿਹੜੀ ਮੀਟਿੰਗ ਸੀ, ਉਦੋਂ ਪਹਿਲਾਂ ਸ਼ਾਮ ਨੂੰ ਫਿਰ ਥੋੜ੍ਹਾ ਜਿਹਾ ਜਦੋਂ ਲੱਗਿਆ ਪੀਯੂਸ਼ ਗੋਇਲ ਨੂੰ, ਵੀ ਮੈਂ ਜਦੋਂ ਉੱਥੇ ਮੈਂ ਪੀਯੂਸ਼ ਗੋਇਲ ਨੂੰ ਕਿਹਾ ਉੱਠ ਕੇ, ਮੈਂ ਕਿਹਾ ਵੀ ਹੁਣ ਤੂੰ ਭਾਈ ਟ੍ਰੇਨਾਂ ਭੇਜੀ ਨਾ ਪੰਜਾਬ, ਇਹ ਟ੍ਰੇਨਾਂ ਨੂੰ ਆਪਣੇ ਘਰ ਦੇ ਕੋਲਡ ਸਟੋਰ 'ਚ ਲਾ ਲਈ। ਮੈਂ ਉੱਥੇ ਮੂੰਹ ਤੇ ਕੁਰਸੀ ਤੇ ਲੱਤ ਮਾਰ ਕੇ ਮੈਂ ਆਪਣਾ ਚੱਲਿਆ। ਮੈਂ ਕਿਹਾ ਅਸੀਂ ਪੰਜਾਬ ਵਾਲੇ ਇੰਨੇ ਵੀ, ਹੁਣ ਮੈਂ ਕੀ ਸ਼ਬਦ ਵਰਤਾਂ, ਵੀ ਇੰਨਾ ਵੀ ਸਾਨੂੰ ਉਸ ਲੈਵਲ ਤੇ ਨਾ ਲੈ ਕੇ ਆਓ। ਅਸੀਂ ਫਿਰ ਜਿਸ ਲੈਵਲ ਤੇ ਜਾਣਦੇ ਹਾਂ, ਸਾਨੂੰ ਪੰਜਾਬੀਆਂ ਨੂੰ ਆਉਂਦਾ ਹੈ ਫਿਰ ਕਿਵੇਂ ਜੇ ਘਿਓ ਸਿੱਧੀ ਤਰ੍ਹਾਂ ਨਿਕਲਦਾ ਟੇਢੀ ਉਂਗਲ ਨਾਲ। ਚਲੋ ਇਹ ਗੱਲਾਂ ਮੀਡੀਆ 'ਚ ਆ ਗਈਆਂ। ਸ਼ਾਮ ਨੂੰ ਉਹਨਾਂ ਦੇ ਚੇਅਰਮੈਨ ਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਗਈ, ਰੇਲਵੇ ਦੇ ਨੂੰ, ਵੀ ਅਸੀਂ ਨਹੀਂ ਜੀ ਐ ਨਹੀਂ ਕਿਹਾ। ਤੇ ਅਗਲੇ ਦਿਨ ਜਦੋਂ ਦੇਖਿਆ ਅਮਿਤ ਸ਼ਾਹ, ਕਿਉਂਕਿ ਵੈਸਟ ਬੰਗਾਲ ਗਏ ਸੀ, ਉਹਨਾਂ ਨੇ ਅਗਲੇ ਦਿਨ 12:30 ਵਜੇ ਸਾਨੂੰ ਸੱਦ ਲਿਆ। ਉੱਥੇ ਗੱਲ ਮਨੀਸ਼ ਤਿਵਾੜੀ ਉਹਨਾਂ ਨੇ ਰੱਖੀ, ਉੱਥੇ ਗੱਲ ਅਮਰ ਸਿੰਘ ਜੀ ਉਹਨਾਂ ਨੇ ਰੱਖੀ, ਡਿੰਪਾ ਜੀ ਨੇ ਰੱਖੀ। ਮੈਂ ਤਾਂ ਬੋਲਿਆ ਨਾ ਕੁਛ। ਤੇ ਮੈਨੂੰ ਕਹਿਣ ਲੱਗੇ ਵੀ ਤੂੰ ਬਿੱਟੂ ਮੀਡੀਆ ਮੂਹਰੇ ਹੀ ਬੋਲਦਾ ਹੈ ਜਾਂ ਇੱਥੇ ਵੀ ਗੱਲ ਕਰੇਗਾ। ਮੈਂ ਕਿਹਾ ਜੀ ਗੱਲ ਇਹ ਆ ਵੀ ਬਾਕੀ ਦੇਸ਼ ਦਾ ਮੀਡੀਆ ਤਾਂ ਤੁਸੀਂ ਬੋਲਣ ਹੀ ਨਹੀਂ ਦਿੰਦੇ, ਉਹ ਤਾਂ ਤੁਹਾਡੀ ਉਹ ਗੱਲ ਕਰਦਾ। ਇੱਕ ਜੇ ਪੰਜਾਬ ਦਾ ਮੀਡੀਆ ਨੇ ਸਾਡੀ ਗੱਲ ਦਿਖਾਤੀ, ਤੇ ਤੁਸੀਂ ਪੰਜਾਬ ਦਾ ਮੀਡੀਆ ਨਾ ਦੇਖਿਆ ਕਰੋ, ਬਾਕੀ ਸਾਰਾ ਦੇਸ਼ ਦਾ ਹੈਗਾ ਤੁਹਾਡੇ ਕੋਲ ਦੇਖਣ ਨੂੰ। ਪਰ ਚਲੋ ਉਹ ਇੱਕ ਗੱਲ ਇੱਕ ਹਾਸੇ ਮਜ਼ਾਕ ਦੀ ਹੋਈ। ਪਰ ਅਮਿਤ ਸ਼ਾਹ ਹੁਣਾਂ ਨੇ ਮੈਨੂੰ ਉਦੋਂ ਵੀ, ਉਸ ਵੇਲੇ ਵੀ, ਜਦੋਂ ਇਹ ਰਾਜਵਾਣੇ ਦੀ ਗੱਲ ਸੀ, ਜਿਹੜੀ ਸੱਚਾਈ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਉਸ ਵੇਲੇ ਵੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਹੁਤ ਲੜੇ ਵੀ ਅਸੀਂ ਇਹਨਾਂ ਦੀ ਜਿਹੜੀ ਉਰੇ ਸਿਸਟਰ ਸੀ ਰਾਜਵਾੜਾ ਸਾਹਿਬ ਦੀ, ਇਹ ਸਾਰੇ ਰਲ ਕੇ, ਤੁਹਾਨੂੰ ਪਤਾ ਹਰਸਿਮਰਤ ਮਿਲਣ ਆਈ, ਸਾਰਾ ਵੀ ਫਾਂਸੀ ਮਾਫ। ਮੈਂ ਉਦੋਂ ਮਿਲਿਆ ਸੰਦੀਪ ਸੰਧੂ ਉਹਨਾਂ ਦੀ, ਇੱਥੇ ਬਾਈ ਇਲੈਕਸ਼ਨ ਚੱਲ ਰਹੀ ਸੀ ਉਦੋਂ, ਜਦੋਂ ਇਹ ਮਸਲਾ ਸੀ, ਮੈਨੂੰ ਟੈਲੀਫੋਨ ਆਇਆ ਉਹਨਾਂ ਦਾ ਵੀ ਅਸੀਂ ਬਿਲਕੁਲ ਇਹਨੂੰ ਛੱਡਦੇ ਨਹੀਂ। ਮੈਂ ਕਿਹਾ ਜੀ ਐਂ ਕੋਈ ਵਿਸ਼ਵਾਸ ਨਹੀਂ ਕਰ ਰਿਹਾ, ਪਾਰਲੀਮੈਂਟ ਚੱਲਣਾ, ਉੱਥੇ ਖੜ ਕੇ ਕਿਉਂ। ਤੇ ਜਦੋਂ ਮੈਂ ਪਾਰਲੀਮੈਂਟ 'ਚ ਅਮਿਤ ਸ਼ਾਹ ਜੀ ਨੇ ਸਵਾਲ ਪੁੱਛਿਆ, ਉਹਨਾਂ ਨੇ ਬਿਲਕੁਲ ਕਿਹਾ, ਕਹਿੰਦੇ ਵੀ ਆਮ ਬੰਦਾ, ਜੇ ਆਮ ਬੰਦੇ ਨੂੰ ਵੀ ਕੋਈ ਬੰਬ ਨਾਲ ਅੜਾ ਦੇ, ਉਹਦੇ ਟੁਕੜੇ ਕਰ ਦੇ, ਤੇ ਉਹ ਕਹੇ ਵੀ ਮੈਂ ਇਹ ਦੁਬਾਰਾ ਮੌਕਾ ਮਿਲੇ ਦੁਬਾਰਾ ਵੀ ਕਰੂੰ, ਉਹਨੂੰ ਨਹੀਂ ਛੱਡਦੇ ਅਸੀਂ ਤਾਂ। ਇਹ ਤਾਂ ਇੱਕ ਸੂਬੇ ਦਾ ਮੁੱਖ ਮੰਤਰੀ ਸੀ ਜਿਹਦਾ ਉਹਨਾਂ ਨੇ ਇਹ ਕੰਮ ਕੀਤਾ, ਤੇ ਮੁੜ ਕੇ ਉਹ ਮਾਫੀ ਮੰਗਣ ਨੂੰ ਤਿਆਰ ਨਹੀਂ। ਤੇ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਬੀਬੀ ਜੀ ਤੇ ਸੁਖਬੀਰ ਸਿੰਘ ਬਾਦਲ, ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹ ਕੰਮ ਕਰਨਾ। ਮੈਂ ਕਿਹਾ ਜੀ ਬਿਲਕੁਲ ਤੁਸੀਂ ਇਹ ਗੱਲ ਮੇਰੀ ਉਦੋਂ ਸੁਣੀ, ਤੇ ਅੱਜ ਵੀ ਮੇਰੀ ਹੱਥ ਜੋੜ ਕੇ ਆ, ਤੁਸੀਂ ਬਹੁਤ ਵੱਡੇ ਹੋ, ਸਾਰਾ ਰਾਜ ਭਾਗ ਤੁਹਾਡੇ ਕੋਲ ਆ, ਤੁਸੀਂ ਹੋਮ ਮਿਨਿਸਟਰ ਹੋ, ਤੇ ਤੁਸੀਂ ਇਹ ਫੈਸਲਾ, ਮੈਂ ਕਿਹਾ ਚਲੋ ਕਿਸਾਨਾਂ ਨੂੰ ਤੁਸੀਂ ਥੋੜ੍ਹਾ ਜਿਹਾ, ਉਹਨਾਂ ਨੇ ਕਿਹਾ ਨਹੀਂ ਜੀ ਵੀ ਆੜ੍ਹਤੀਏ ਨੇ ਨਹੀਂ ਬਿਠਾਏ। ਮੈਂ ਕਿਹਾ ਜੀ ਆੜ੍ਹਤੀਆਂ ਨੇ ਨਹੀਂ ਬਿਠਾਏ, ਆੜ੍ਹਤੀਏ ਨਾਲ ਬੈਠੇ ਆ, ਬਾਕੀ ਸੂਬਿਆਂ 'ਚ ਹੋਰ ਹੋ ਸਕਦਾ, ਸਾਡੇ ਇਹ ਕੰਮ ਨਹੀਂ ਗਾ, ਆੜ੍ਹਤੀਆਂ ਨੇ ਨਹੀਂ ਬਿਠਾਏ। ਜੈਨੂਅਨ ਜਥੇਬੰਦੀਆਂ 31 ਦੀ 31 ਹੈ, ਅਲੱਗ-ਅਲੱਗ ਉਹਨਾਂ ਦਾ ਸਪੋਰਟ ਬੇਸ ਆ। ਤੇ ਨਾਲੇ ਮੈਂ ਕਿਹਾ ਜੀ ਕਿਹੜੀਆਂ ਮਾਵਾਂ ਭੈਣਾਂ ਨੇ ਕੇਸਰੀ ਚੁੰਨੀਆਂ ਲੈ ਕੇ ਆਪਣੀ ਜਿਹੜੇ ਘਰ ਦੀ ਇੱਜ਼ਤ ਆ, ਉਹ ਸਾਡੀਆਂ ਅੱਜ 50 ਦਿਨ ਹੋ ਗਏ ਸੜਕਾਂ ਤੇ ਬੈਠੀਆਂ ਮਾਵਾਂ ਧੀਆਂ, ਹਰੇਕ ਪੰਪ ਤੇ, ਹਰੇਕ ਟੋਲ ਤੇ ਬੈਠੀਆਂ, ਤੇ ਕਿਹੜਾ ਬਹਿੰਦਾ। ਮੈਂ ਕਿਹਾ ਕਿਉਂ ਬੈਠਦੀ, ਉਹਨਾਂ ਨੂੰ ਲੱਗਦਾ ਵੀ ਸਾਡਾ ਤਾਂ ਲੁੱਟਿਆ ਗਿਆ ਸਾਰਾ ਕੁਝ, ਤੁਸੀਂ ਲੈ ਗਏ ਖੋਹ ਕੇ ਸਾਰਾ ਕੁਝ। ਉਦੋਂ ਬਾਅਦ ਅਮਿਤ ਸ਼ਾਹ ਨੂੰ ਮੈਂ ਵੀ ਕਿਹਾ, ਮੈਂ ਕਿਹਾ ਜੀ ਚਲੋ ਇਹ ਗੱਲ ਛੱਡੋ, ਅਸੀਂ ਤਾਂ ਮੰਨ ਗਏ ਸਿਆਸਤ ਕਰਦੇ ਹਾਂ, ਕਾਂਗਰਸੀ ਬੈਠੇ ਆ, ਤੇ ਫਿਰ ਸੁਖਬੀਰ ਸਿੰਘ ਬਾਦਲ ਤੁਹਾਡਾ ਸਭ ਤੋਂ ਪੁਰਾਣਾ ਲਾਏ, ਬੀਬੀ ਹਰਸਿਮਰਤ ਕੌਰ ਮਹਿਕਮਾ ਕਿਉਂ ਛੱਡ ਕੇ ਚਲੀ ਗਈ। ਜੇ ਕਿਸਾਨ ਨਹੀਂ ਗਏ, ਉਹ ਵੀ ਇਸੇ ਕਰਕੇ ਗਏ ਨਾ ਵੀ ਸਾਡੇ ਕੋਲੋਂ ਸਾਰਾ ਕਿਸਾਨ ਜਿਹੜਾ ਵੋਟ ਬੈਂਕ ਆ ਉਹ ਖਿਸ ਕੇ ਚਲੇ ਜਾਊਗਾ। ਉਹਨਾਂ ਨੇ ਅਸਤੀਫਾ ਵੀ ਮੈਂ ਇਸੇ ਕਰਕੇ ਦਿੱਤਾ, ਕੋਈ ਸ਼ੌਕ ਨੂੰ ਥੋੜ੍ਹੀ ਦਿੱਤਾ ਵੀ, ਅਤੇ ਅਸਲੀ ਕਿਸਾਨ ਸੀ ਤਾਂ ਹੀ ਉਹਨਾਂ ਨੇ ਦਿੱਤਾ। ਤੇ ਉਹਨਾਂ ਦੇ ਅਸਤੀਫੇ ਨਾਲ ਤੇ ਸਾਡੇ ਗੱਲ ਕਹਿਣ ਨਾਲ ਕਿਸਾਨ ਦੇ ਅੰਦਰ ਪੱਕੀ ਇਹ ਗੱਲ ਹੋ ਗਈ ਵੀ ਇਹ ਕਾਨੂੰਨ ਗਲਤ ਆ, ਵੀ ਜਿਹੜਾ ਇਹ ਵੀ ਅਸਤੀਫਾ ਦੇ ਕੇ ਆ ਗਈ। ਫਿਰ ਉਦੋਂ ਬਾਅਦ ਮੈਂ ਕਿਹਾ ਤੁਸੀਂ ਚੇਅਰਮੈਨ ਸੁਰਜੀਤ ਕੁਮਾਰ ਜਿਆਨੀ ਜੀ ਨੂੰ ਬਣਾਇਆ,
ਕੱਤੇ ਜਥੇਬੰਦੀਆਂ ਨਾਲ ਗੱਲ ਕਰਨ ਨੂੰ। ਉਹ ਬੰਦਾ ਗੱਲ ਕਰਨ ਲੱਗ ਗਿਆ, ਇੱਕ ਕਿਸਾਨ ਆ, ਜ਼ਿਮੀਂਦਾਰ ਆ, ਕੈਬਨਿਟ ਮੰਤਰੀ ਰਹੇ ਆ 2 ਵਾਰ, 35-40 ਸਾਲ ਤੋਂ ਤੁਹਾਡੀ ਪਾਰਟੀ 'ਚ ਆ। ਇਹ ਚਮਚਿਆਂ ਦੀ ਮੈਂ ਕਿਹਾ ਤੁਸੀਂ ਸੁਣਦੇ ਹੋ, ਉਹ ਮੀਡੀਆ 'ਚ ਰੋਂਦਾ ਵੀ ਮੈਂ ਕੱਤੇ ਜਥੇਬੰਦੀ ਨਾਲ ਗੱਲ ਕਰੀ ਬੈਠਾ ਏ। ਇਹ ਕਹੀ ਜਾਂਦੇ ਆ ਵੀ ਕਾਂਗਰਸੀ ਬੈਠੇ ਆ, ਇਹ ਕਹੀ ਜਾਂਦੇ ਆ ਅਕਾਲੀ ਬੈਠੇ ਆ। ਮੇਰੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਵੀ ਗਲਤ ਪਾਸੇ ਤੁਰ ਪਈ ਬੀਜੇਪੀ। ਅਗਲੇ ਦਿਨੀ ਜਿਆਨੀ ਨੂੰ ਬੁਲਾ ਲਿਆ, ਤੇ ਜੋ ਅਮਿਤ ਸ਼ਾਹ ਜੀ ਨੇ ਸਾਨੂੰ ਕਿਹਾ ਵੀ ਪਹਿਲੀ ਮੀਟਿੰਗ ਭਾਈ ਤੁਹਾਡੇ ਮੰਤਰੀ ਕੈਬਨਿਟ ਦੇ ਜਿਹੜੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ, ਉਹ ਪਿਊਸ਼ ਗੋਇਲ ਸਾਡਾ ਐਗਰੀਕਲਚਰ ਮਿਨਿਸਟਰ ਪਹਿਲਾ, ਤੇ ਇਹ ਬੰਦੇ ਤੁਹਾਡੇ ਮਿਨਿਸਟਰ ਨਾਲ 31 ਜਥੇਬੰਦੀਆਂ ਨੂੰ ਜਿੱਥੇ ਵੀ ਚਾਹਣਗੇ। ਇਹ ਫਰਾਈਡੇ ਦੀ ਗੱਲ ਆ, ਪਿਛਲੇ ਸ਼ਨੀਚਰਵਾਰ ਨੂੰ, ਸੈਟਰਡੇ ਨੂੰ ਮਿਲੇ ਆ ਅਸੀਂ, 5 ਦਿਨ ਦੀ ਗੱਲ ਹੀ ਆ। ਸੈਟਰਡੇ 1 ਵਜੇ ਮਿਲੇ ਆ ਅਸੀਂ, ਤੇ ਬਈ ਜਿੱਥੇ ਉਹ ਚਾਹਣਗੇ ਉਹਨਾਂ ਨੂੰ ਪੁੱਛ ਲਓ, ਚੰਡੀਗੜ੍ਹ ਚਾਹੁੰਦੇ ਆ, ਦਿੱਲੀ ਚਾਹੁੰਦੇ ਆ, ਉਹ ਜਥੇਬੰਦੀਆਂ ਸਾਨੂੰ ਉੱਥੇ ਮਿਲਣ। ਅਗਲੀ ਮੀਟਿੰਗ 'ਚ ਜੇ ਕਾਮਯਾਬ ਹੋ ਗਈ, ਅਗਲੀ ਮੀਟਿੰਗ 'ਚ ਉਦੋਂ 'ਚ ਮੁੱਖ ਮੰਤਰੀ ਸਾਹਿਬ ਤੁਹਾਡੇ ਤੇ ਮੈਂ ਆਪ, ਅਮਿਤ ਸ਼ਾਹ ਕਹਿੰਦੇ ਜੀ ਜਥੇਬੰਦੀਆਂ ਨਾ ਅਸੀਂ ਆਪ ਬਹਿ ਕੇ ਗੱਲ ਕਰ ਲਾਂਗੇ 31 ਦੇ 31 ਨਾਲ, ਕੋਈ ਪ੍ਰੋਬਲਮ ਨਹੀਂ, ਵੀ ਤੁਸੀਂ ਇਹ ਗੱਲ ਆਪਣੀ ਕਨਵੇ ਆ ਜਿਹੜੀ ਉਹ ਆਪਣੀ ਗਵਰਨਮੈਂਟ ਨੂੰ ਕਰ ਦਿਓ। ਅਸੀਂ ਉਹ ਆ ਕੇ ਕਨਵੇ ਜਿਹੜੀ ਗਵਰਨਮੈਂਟ ਨੂੰ ਗੱਲ ਕਰਤੀ ਆ ਵੀ ਆਹ ਸੁਨੇਹਾ ਅਮਿਤ ਸ਼ਾਹ ਜੀ ਵੱਲੋਂ ਆਇਆ ਏ। ਪਰ ਪਿਊਸ਼ ਗੋਇਲ ਹੋਣਾ ਦਾ ਜੋ ਰਵੱਈਆ ਸੀ, ਉਹ ਵੀ ਨਾਲ ਬਿਠਾਏ ਹੋਏ ਸੀ ਉੱਥੇ। ਉਹ ਇੱਕ ਜਿੱਦ ਕਰੀ ਜਾਵੇ, ਜਿਵੇਂ ਬੱਚੇ ਨਹੀਂ ਜਿੱਦ ਕਰਦੇ ਹੁੰਦੇ ਵੀ ਨਹੀਂ ਜੀ ਨਹੀਂ, ਮੈਂ ਤਾਂ ਜੇ ਇਹ ਪੈਸੇਂਜਰ ਟ੍ਰੇਨਾਂ ਵੀ ਨਾਲ ਚਲਾਉਣੀਆਂ। ਅਮਿਤ ਸ਼ਾਹ ਉਹਨਾਂ ਨੇ ਕਿਹਾ ਵੀ ਛੱਡੋ, ਜੇ ਕਿਸਾਨ ਕਹਿ ਰਿਹਾ ਵੀ ਪਹਿਲਾਂ ਮਾਲ ਗੱਡੀਆਂ ਚਲਾਓ, ਪਹਿਲਾਂ ਉਹ ਚਲਾ ਦਿਓ, ਇੱਕ ਦਿਨ ਬਾਅਦ ਪੈਸੇਂਜਰ ਚਲਾ ਦਿਓ, ਕੀ ਫਰਕ ਪੈਂਦਾ ਇੱਥੇ? ਇਹ ਤਾਂ ਸਿਆਣੇ ਬੰਦੇ ਵਾਲੀ ਗੱਲ ਹੁੰਦੀ ਆ। ਪਰ ਇਹ ਸਾਰੇ ਹੀ ਪੂਰੀ ਵਰਗੇ, ਇਹ ਜਿਹੜਾ ਕੀ ਆਹ ਪਿਊਸ਼ ਗੋਇਲ ਵਰਗੇ, ਇਹ ਸਾਰੇ ਕਦੇ ਇਲੈਕਸ਼ਨਾਂ ਨਹੀਂ ਲੜੀਆਂ। ਇਹ ਆਏ ਹੋਏ ਨੇ ਰਾਜ ਸਭਾ ਦੇ ਥਰੂ, ਕਿਹੜੀ ਸਟੇਟ ਤੋਂ ਬਣਦੇ ਆ, ਤੇ ਆ ਚੁੱਗ ਹੋਣੀ ਵੀ, ਮਤਲਬ ਇਹ ਲੋਕਾਂ ਦੀ ਤਾਂ ਇਹਨਾਂ ਦੇ ਕੋਲ ਪਤਾ ਨਹੀਂ ਗਾ ਗੱਲਬਾਤ। ਜਿਹੜੇ ਲੋਕਾਂ ਦੇ ਲੀਡਰ ਨੇ ਉਹ ਛੱਡੇ ਹੋਏ ਨੇ। ਪਰ ਹੁਣ 13 ਤਰੀਕ ਨੂੰ ਜਿਹੜਾ ਕਿ ਇਹ ਪਹਿਲੀ ਮੀਟਿੰਗ ਸੱਦੀ ਆ, ਜੋ ਉਹ ਤਾਂ ਮੀਡੀਆ ਤੇ ਪਤਾ ਲੱਗਿਆ, ਮੇਰੀ ਤਾਂ ਮੇਰੀ ਤਾਂ ਇਹ ਡਿਊਟੀ ਨਹੀਂ ਗਈ ਜਾਂ ਮੇਰੀ ਜ਼ਿੰਮੇਵਾਰੀ ਨਹੀਂ, ਉਹ ਸਰਕਾਰ ਦੇ ਲੈਵਲ ਤੇ ਪੰਜਾਬ 'ਚ ਕੌਣ ਕਰ ਰਹੇ ਆ, ਉਹ ਅਸੀਂ ਤਾਂ ਸੁਨੇਹਾ ਜਿਹੜਾ ਸਰਕਾਰ ਨੂੰ ਪਹੁੰਚਾਤਾ। ਹੁਣ ਇਹ ਗੱਲ ਤੁਹਾਡੇ ਰਾਹੀਂ ਸੁਣਦੇ ਆ ਵੀ ਉਹਨਾਂ ਨੇ ਟੈਲੀਫੋਨ ਆ ਜਿਹੜਾ ਇੱਕ ਰਾਜੋਆਣਾ ਸਾਹਿਬ ਨੂੰ ਵੀ ਕੀਤਾ ਏ, ਤੇ ਜਿਹੜੇ ਡਾਕਟਰ ਸਾਹਿਬ ਨੇ ਬੜੇ ਸਿਆਣੇ ਨੇ, ਡਾਕਟਰ ਸਾਹਿਬ ਇਹਨਾਂ ਦੇ ਪ੍ਰਧਾਨ ਨੇ, ਉਹ ਕਹਿੰਦੇ ਵੀ ਜਦੋਂ ਟੈਲੀਫੋਨ ਹੋ ਰਿਹਾ ਮੈਂ ਵੀ ਨਾਲ ਸੀ, ਤੇ ਉਹ ਤਾਂ ਰੈਡੀ ਨੇ। ਉਹ ਦੱਸੋ ਉਹ ਕਿਉਂ? ਇੱਕ ਤਾਂ ਸਾਡਾ ਖਾਦ ਮੁੱਕਿਆ ਪਿਆ, ਇੱਕ ਸਾਡੀ ਬਿਜਲੀ ਖਤਮ ਹੋਣ ਨੂੰ ਖੜੀ ਆ, ਵਪਾਰੀ ਸਾਡਾ ਮਰ ਗਿਆ, ਮਤਲਬ ਸਾਰਿਆਂ ਦੇ ਆਰਡਰ ਕੈਂਸਲ ਹੋ ਗਏ। ਅਸੀਂ ਕਿਉਂ ਚਲਾਵਾਂਗੇ? ਅਸੀਂ ਕਿਉਂ ਚਾਹਾਂਗੇ ਵੀ ਟ੍ਰੇਨਾਂ ਨਾ ਚੱਲਣ? ਅਸੀਂ ਤਾਂ ਇਹ ਵੀ ਕਹਿਤਾ ਵੀ ਭਾਈ ਸਾਨੂੰ ਡਰਾਈਵਰਾਂ ਦੇ ਥਾਂ ਸਾਨੂੰ ਬਿਠਾ ਦਿਓ, ਜੇ ਪੱਥਰ ਵੱਜੂ ਸਾਡੇ ਵੱਜੂ, ਗੋਲੀ ਵੱਜੂ ਸਾਡੇ ਵੱਜੂ, ਅਸੀਂ ਆਪ ਬਹਿ ਜਾਂਦੇ ਹਾਂ ਇੱਕ ਦੋਨੋਂ ਪਾਸੇ ਪੰਜਾਬ ਦੇ ਲਈ। ਪਰ ਕਿਤੇ ਨਾ ਕਿਤੇ ਦੇਖੋ ਹੁਣ ਆ ਬੀਜੇਪੀ ਦਾ ਜਿਹੜਾ ਰਿਜ਼ਲਟ ਆ ਬਿਹਾਰ ਦਾ, ਇਹ ਆ ਗਿਆ, ਇਹਦੇ ਨਾਲ ਹੋਰ ਤਾਕਤ ਬੀਜੇਪੀ ਨੂੰ ਮਿਲੀ ਆ। ਪਰ ਉਹਨਾਂ ਨੂੰ ਇਹ ਸਾਰਾ ਸਮਝਾਇਆ ਵੀ ਇਹ ਸੈਂਸਿਟਿਵ ਸਟੇਟ ਆ, ਬਾਰਡਰ ਸਟੇਟ ਆ, ਅਸੀਂ ਬਹੁਤ ਨੁਕਸਾਨ ਝੱਲਿਆ, ਪਹਿਲਾਂ ਬਹੁਤ ਨੁਕਸਾਨ ਝੱਲਿਆ, ਫੈਕਟਰੀ ਸਾਡੇ ਨਹੀਂ, ਇੰਡਸਟਰੀ ਸਾਡੇ ਨਹੀਂ ਕੋਈ। ਤੇ ਜਿਹੜੇ ਤੁਹਾਡੇ ਲੀਡਰ ਨੇ ਲੋਕਲ, ਉਹਨਾਂ ਨੇ ਪਾੜਾ ਵਧਾਇਆ, ਬਿੱਲ ਤੁਸੀਂ ਪਾਸ ਕਰਤੇ, ਜ਼ਹਿਰ ਇਹ ਉਗਲਦੇ ਰਹੇ। ਹੁਣ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਉਹਨਾਂ ਨੇ ਖੁੱਡੇ 'ਚ ਬੰਦ ਕਰ ਲਿਆ। ਬੀਜੇਪੀ ਦੇ ਜਿਹੜੇ ਲੋਕਲ ਲੀਡਰ ਨੇ, ਇਹਨਾਂ ਨੂੰ ਤਾਂ ਮੈਨੂੰ ਲੱਗਦਾ ਖੁੱਡੇ 'ਚ ਖੁੱਡੇ ਕਰਕੇ ਨਾ, ਜਿਵੇਂ ਮੁਰਗੀਆਂ ਨੂੰ ਕਰੀਦਾ, ਇਹਨਾਂ ਨੂੰ ਤਾਂ ਦਿੱਲੀ ਉਹਨਾਂ ਨੇ ਬੰਦ ਕਰ ਲਿਆ। ਇਹਨਾਂ ਦਾ ਤਾਂ ਬਿਆਨ ਹੁਣ ਕਿਤੇ ਦੇਖਿਆ ਨਹੀਂਗਾ ਸਾਰਿਆਂ ਦਾ ਵੀ ਭਾਈ ਤੁਸੀਂ ਅੱਗ ਨਾ ਲਾਓ, ਨਾ ਤੁਹਾਡੇ ਪੱਲੇ ਆ, ਨਾ ਤੁਹਾਡੀ ਕੋਈ ਗੱਲ ਮੰਨਦਾ। ਜਿਆਨੀ ਸਾਹਿਬ ਨੂੰ ਬੁਲਾਇਆ ਤੇ ਅੰਦਰ ਬੜੇ ਲੀਡਰਾਂ ਨੂੰ, ਤੇ ਹੁਣ ਠੀਕ ਆ, ਉਹ ਜੇ ਕਿਸਾਨਾਂ ਦੇ ਨਾਲ ਇੱਕ ਦਿਖਾਵਾ, ਕਿਉਂਕਿ ਦਸੰਬਰ ਤੋਂ ਬਾਅਦ ਜੋ ਸੁਣਦੇ ਆ ਵੀ ਬੀਜੇਪੀ ਨੇ ਆਪਣੀ ਇੱਥੇ ਕੰਪੇਨ ਸ਼ੁਰੂ ਕਰਨੀ ਆ, ਉਹਦੇ ਲਈ ਨਾਲ ਨੂਲ ਤਾਂ ਜ਼ਰੂਰ ਬਿਠਾਉਣਗੇ ਇਹਨਾਂ ਨੂੰ, ਜਾਲੀ ਨੀਟਰ ਜਿਹੜੇ ਚਮਚੇ ਆ ਬਿਠਾਈ ਰਹਿਣ, ਸਾਨੂੰ ਉਹ 'ਚ ਫਰਕ ਨਹੀਂ। ਪਰ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਵੀ ਬਿੱਲ ਦੇ ਵਿੱਚ ਵੀ ਜੋ ਪੰਜਾਬ ਕੋਈ ਚਾਹੁੰਦਾ ਹੋ, 1-2 ਪੁਆਇੰਟ ਜਿਹੜੀ ਕੋਈ ਗੱਲ, ਹੁਣ ਜਿਵੇਂ ਆਪਾਂ ਆਪਣਾ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਤੇ ਵਾਪਸ ਲਓ, ਇਸ ਗੱਲ ਨੂੰ ਤਾਂ ਉਹਨਾਂ ਨੇ ਸਾਫ਼ ਨਾ ਕਰਤਾ ਵੀ ਕੋਰੀ ਨਾ ਏ, ਵੀ ਅੱਜ ਸੁਣ ਲਓ ਚਾਹੇ ਬਾਅਦ ਸੁਣ ਲਓ, ਬਿੱਲ ਤਾਂ ਇਹ ਲਾਗੂ ਹੋ ਗਏ ਤੇ ਇਹ ਰਹਿਣਗੇ। ਇਹ ਤਾਂ ਬੀਜੇਪੀ ਨੇ ਸਾਨੂੰ ਕਲੀਅਰ ਕੱਟ ਇਹ ਗੱਲ ਕਹਿਤੀ ਆ। ਹਾਂ, ਜੇ ਕੋਈ ਮੰਨਣਯੋਗ ਗੱਲ ਹੋਊਗੀ, ਪਹਿਲਾਂ ਬੈਠਣ ਵਾਲੀ ਗੱਲ, ਅਸੀਂ ਤਾਂ ਬੈਠਣ ਵਾਲੀ ਜਿਹੜੀ ਕਰਾਉਣੀ ਸੀ ਨਾ, ਮੰਨਣਾ ਮਨਾਉਣਾ ਤਾਂ ਉਹ ਤਾਂ ਇਹਨਾਂ ਨੇ ਦੇਖਣੇ। ਹੁਣ ਕਿਸਾਨ ਜਥੇਬੰਦੀਆਂ ਕਿਵੇਂ ਗੱਲ ਕਰਦੀਆਂ, ਉਹਨਾਂ ਦੇ ਕੀ ਸਮਝ ਆਉਂਦੀ ਆ, ਉਹ ਬਾਅਦ 'ਚ ਹਜੇ ਲਵਾਂਗੇ। ਪਹਿਲਾਂ ਆਪਾਂ ਨੈਗੇਟਿਵ ਨਹੀਂ ਹੋਣੇ, ਆਪਾਂ ਰੱਬ ਸੁੱਖ ਰੱਖੇ, ਕਿਉਂਕਿ ਸਰਕਾਰ ਕੇਂਦਰ ਦੀ ਆ ਤੇ ਆਪਾਂ ਹਿੰਦੁਸਤਾਨ ਆਪਣੇ ਦੇਸ਼ ਨਾਲ ਦੇ ਵਾਸੀਆਂ ਰਹਿਣਾ ਹੈ। ਹੁਣ ਗੱਲ ਉੱਥੇ ਕਿੰਨੇ ਕੁ ਕਿਹੜੀ ਚੀਜ਼ ਤਬਦੀਲੀ ਹੁੰਦੀ ਹੈ, ਕਿਹੜੀ ਚੀਜ਼ ਐਡ ਹੁੰਦੀ ਆ। ਪਰ ਬਿੱਲ ਇਹ ਬਿਲਕੁਲ
ਉਹਨਾਂ ਨੇ ਰਾਗੂ ਰੱਖਣੇ ਆ, ਉਹ ਬਹੁਤ ਜਿੱਦੀ ਨੇ ਬੀਜੇਪੀ ਲਈ ਇਸ ਗੱਲ 'ਚ ਵੀ ਬਿਲਕੁਲ ਸਾਡੇ ਕਿਤੇ ਦੇਸ਼ ਛੋੜ ਕਿਤੇ ਐਜੀਟੇਸ਼ਨ ਹੀ ਨਹੀਂ, ਕੋਈ ਉੱਠ ਹੀ ਨਹੀਂ ਰਿਹਾ ਕਿਸਾਨ। ਹੁਣ ਤੁਹਾਡੇ ਪੰਜਾਬ ਪਿੱਛੇ ਅਸੀਂ ਥੋੜ੍ਹੀ ਬਿੱਲ ਬਦਲਾਂਗੇ, ਉਹ ਤਾਂ ਸਵਾਲ ਹੀ ਨਹੀਂ। ਨਾਲੇ ਕਹਿੰਦੇ ਜੇ ਮੋਦੀ ਜੀ ਇੱਕ ਵਾਰ ਮੂੰਹ 'ਚੋਂ ਗੱਲ ਕੱਢਦੇ ਉਹ ਨਹੀਂ ਮੁੜਨੀ। ਜਿਹੜੇ ਸੁਧਾਰ ਨੇ 2-4 ਉਹ ਤੁਹਾਡੇ ਜਥੇਬੰਦੀਆਂ ਨਾਲ ਬਹਿ ਕੇ ਅਸੀਂ ਕਰ ਲਾਂਗੇ। ਹੁਣ ਇਹ ਆਪਾਂ ਨੂੰ ਸੋਚਣਾ ਪਊ, ਆਪਣੇ ਕਿਸਾਨਾਂ ਨੂੰ ਸੋਚਣਾ ਪਊ। ਉਦੋਂ ਬਾਅਦ ਅਸੀਂ ਵੀ ਉਹੀ ਲਾਈਨ ਲਵਾਂਗੇ ਜਿਹੜੀ ਕਿਸਾਨ ਕਹਿਣਗੇ ਜਾਂ ਬਿਜ਼ਨਸਮੈਨ ਆੜ੍ਹਤੀਏ ਕਹਿਣਗੇ। ਬਿੱਟੂ ਜੀ, ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ ਅਲੱਗ ਤੋਂ ਮੋਰਚਾ ਲਗਾਇਆ ਗਿਆ ਜਾਂ ਉੱਥੇ ਲੋਕ ਬੈਠੇ ਨੇ, ਤਾਂ ਦੂਜੇ ਪਾਸੇ ਬੀਜੇਪੀ ਦੇ ਲੋਕ ਇਹ ਕਹਿ ਰਹੇ ਨੇ ਵੀ ਰਵਨੀਤ ਬਿੱਟੂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਭਾਵੇਂ ਉਹ ਇੱਕ ਇਹਨਾਂ ਦੇ ਪ੍ਰਧਾਨ ਤੇ ਹਮਲਾ, ਤੁਸੀਂ ਉਹ ਬਿਆਨ ਦਿੱਤਾ ਸੀ ਵੀ ਪਰਚਾ ਮੇਰੇ 'ਤੇ ਦਰਜ ਕੀਤਾ ਜਾਵੇ, ਉਸੇ ਆਧਾਰ ਨੂੰ ਲੈ ਕੇ ਉਹ ਕਹਿ ਰਹੇ ਵੀ ਜਿਹੜੇ ਜਿੱਥੇ ਇੱਥੇ ਵਿਰੋਧ ਹੋ ਰਿਹਾ ਵਾ ਸਾਰਾ ਰਵਨੀਤ ਸਿੰਘ ਬਿੱਟੂ ਦੀ ਸ਼ਹਿ 'ਤੇ ਹੋ ਰਿਹਾ ਵਾ। ਨਹੀਂ, ਮੈਂ ਬਿਲਕੁਲ ਠੀਕ ਗੱਲ ਆ। ਇਹ ਜੇ ਕਿਤੇ ਜਿਵੇਂ ਅਸ਼ਵਨੀ ਜਾਂ ਚੁੱਗ ਸਾਹਿਬ ਜਿਨ੍ਹਾਂ 'ਤੇ ਵੀ ਕਿਸਾਨਾਂ ਨੇ ਜਾਂ ਜਿਨ੍ਹਾਂ ਨੇ ਵੀ ਜਿਹੜਾ ਜਾਲੀ ਜੇ ਹਮਲੇ ਕਹਿੰਦੇ ਸੀ ਜਾਂ ਝਰੀਟਾਂ ਦੀਆਂ ਗੱਡੀ 'ਤੇ ਪੈ ਗਈਆਂ, ਅਸੀਂ ਤਾਂ ਉਹ ਹਮਲੇ ਦੇਖਿਆ ਜਿਨ੍ਹਾਂ 'ਚ ਬੰਬਾਂ 'ਚ ਬਚਦਾ ਕੁਛ ਨਹੀਂ, ਉਹ ਤਾਂ ਹਮਲੇ ਹੁੰਦੇ। ਇਹ ਕਿਹੜੇ ਝਰੀਟਾਂ ਪੈ ਗਈਆਂ ਗੱਡੀ 'ਤੇ ਕਿਸੇ ਨੇ? ਚਲੋ ਮੈਂ ਧੁੰਨਾ ਸਾਹਿਬ ਕਿਉਂ ਜ਼ਿੰਮੇਵਾਰੀ ਲਈ? ਇਸ ਕਰਕੇ ਲਈ ਵੀ ਪੰਜਾਬ 'ਚ ਅੱਗ ਨਾ ਲੱਗੇ। ਜੋ ਇੱਕ ਹਾਲਾਤ ਬਣੇ ਹੋਏ ਸੀਗੇ ਜਾਂ ਬਣੇ ਹੋਏ ਨੇ, ਜੇ ਕਿਸੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ, ਆਗੂਆਂ ਨੂੰ, ਮੈਂਬਰਾਂ ਨੂੰ, ਜਿਨ੍ਹਾਂ ਨੇ ਇਹਨਾਂ 'ਤੇ ਜੋ ਇਹ ਕਹਿੰਦੇ ਆ, ਜਿਨ੍ਹਾਂ ਦੇ ਇਹਨਾਂ ਨੇ 24-25 ਜਾ ਕੇ ਇੱਕਦਮ ਥਾਣੇ 'ਚ ਨਾਂ ਲਿਖਾਉਣ 'ਤੇ, ਜੇ ਸਰਕਾਰ ਉਹਨਾਂ ਨੂੰ ਫੜਨ ਲੱਗ ਜਾਂਦੀ, ਉਹਨਾਂ ਨੂੰ ਜੇਲ੍ਹਾਂ 'ਚ ਕਰ ਦਿੰਦੀ, ਤਾਂ ਉਹ ਐਸੀ ਅੱਗ ਲੱਗਦੀ ਵੀ ਨਾ ਜੇਲ੍ਹਾਂ ਭਰ ਥੋਂ ਬਚਣਾ ਸੀ। ਸਾਰੇ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਭੁੱਲ ਕੇ, ਤੁਹਾਨੂੰ ਪਤਾ ਪੰਜਾਬ ਦਾ, ਤੇ ਇਹਨਾਂ ਦੇ ਉਲਟ ਤੁਰ ਪੈਣਾ ਸੀ। ਐਜੀਟੇਸ਼ਨ, ਧਰਨੇ, ਮੁਜ਼ਾਹਰੇ, ਇਹਨਾਂ ਨੂੰ ਨਿਕਲਣ ਨੂੰ ਥਾਂ ਨਹੀਂ ਮਿਲਣਾ ਸੀ। ਮੈਂ ਤਾਂ ਲਈ ਵੀ ਭਾਈ ਰੱਬ ਦੇ ਵਾਸਤੇ ਉਹ ਕਿਸਾਨਾਂ ਨੂੰ ਨਾ ਕੁਛ ਕਹਿ ਦਿਓ, ਐਸੀ ਅੱਗ ਲੱਗੂਗੀ ਬੁਝਣੀ ਨਹੀਂ। ਅਸੀਂ ਉਹ ਝੱਲੀ ਆ, ਸਾਨੂੰ ਪਤਾ ਪੰਜਾਬ 'ਚ ਕਿਵੇਂ ਟ੍ਰਿਗਰ ਹੁੰਦਾ ਇਹ ਕੰਮ, ਕਿਵੇਂ ਸਲਿੱਪ ਹੁੰਦਾ ਏ। ਤੇ ਉਦੋਂ ਬਾਅਦ 30,000 ਬੰਦਾ ਜਾ ਕੇ ਮਰਿਆ ਸੀ, ਸ਼ਹੀਦ ਹੋਇਆ ਸੀ। ਤਾਂ ਮੈਂ ਕਿਹਾ ਸੀ ਵੀ ਭਾਈ ਮੈਨੂੰ ਲੈ ਜਾਓ ਚੁੱਪ ਕਰਕੇ, ਮੈਂ ਜ਼ਿੰਮੇਵਾਰੀ ਲੈਣਾ, ਹੁਣ ਵੀ ਲੈਣਾ, ਵੀ ਉਹ ਕਿਸਾਨਾਂ ਨੂੰ ਨਾ ਕੁਛ ਕਿਹੋ, ਮੇਰੇ ਭਰਾਵਾਂ ਨੂੰ ਨਾ ਕੁਛ ਕਿਹੋ, ਨੌਜਵਾਨਾਂ ਕਿਉਂ, ਮੈਨੂੰ ਫੜ ਕੇ ਚੁੱਪ ਕਰਕੇ ਲੈ ਜਾਓ। ਮੈਂ ਕੁਛ ਨਹੀਂ ਕਹਿੰਦਾ, ਨਾ ਮੈਂ ਬਿਆਨ ਦਊਂਗਾ, ਨਾ ਮੈਂ ਕਿਸੇ ਕੇਸ ਲੜੂੰਗਾ। ਚੁੱਪ ਕਰਕੇ ਮੈਨੂੰ ਰੱਖੀ ਰੱਖੋ ਜਿੰਨਾ ਚਿਰ ਚਾਹੇ, ਮੈਨੂੰ ਦਿੱਲੀ ਲੈ ਜਾਓ ਜੇਲ੍ਹ 'ਚ। ਪਰ ਜੇ ਕਿਸੇ ਕਿਸਾਨਾਂ ਨੂੰ, ਕਿਉਂਕਿ ਇਹਨਾਂ ਦੀ ਤਾਂ ਅੱਗ ਲੱਗੀ ਪਈ ਆ ਵੀ ਕਿਸੇ ਤਰੀਕੇ ਕਿਸਾਨ ਨੂੰ ਤੇ ਸ਼ਹਿਰ ਨੂੰ ਇੱਕ ਦੋਨੋਂ ਧੜਿਆਂ 'ਚ ਵੰਡ ਦੀਏ, ਲੜਾਈ ਕਰਾਉਣਾ ਚਾਹੁੰਦੇ ਸੀ ਇਹ, ਸਿੱਖ ਵਰਸਸ ਹਿੰਦੂ, ਸ਼ਹਿਰ ਵਰਸਸ ਪਿੰਡ, ਉਹ ਮਨਸੂਬੇ 'ਚ ਲੱਗੇ ਸੀ ਇਹਨਾਂ ਨੇ। ਪਰ ਇਹਨਾਂ ਨੂੰ ਇਹ ਨਹੀਂ ਪਤਾ, ਇਹ ਅੱਤਵਾਦ ਵੇਲੇ ਵੀ ਹਿੰਦੂ ਸਿੱਖ ਇੱਕ ਰਹੇ ਨੇ, ਇੱਕ ਦੂਜੇ ਦੇ ਘਰਾਂ 'ਚ ਰਾਤਾਂ ਕੱਟਦੇ ਰਹੇ ਨੇ। ਕੋਈ ਗਿਆਨ ਨਹੀਂ ਉਰੇ ਜੰਮੂ ਕਸ਼ਮੀਰ ਵਾਂਗੂ ਜਾਂ ਹੋਰ ਵਾਂਗੂ ਸ਼ਹਿਰਾਂ 'ਚ ਉਸੇ ਤਰੀਕੇ, ਅੰਮ੍ਰਿਤਸਰ 'ਚ ਉਵੇਂ, ਗੁਰਦਾਸਪੁਰ 'ਚ ਉਵੇਂ, ਤਰਨਤਾਰਨ 'ਚ। ਚਲੋ ਇੱਥੇ ਤਾਂ ਬਾਅਦ 'ਚ ਟੈਰਰਿਜ਼ਮ ਆਇਆ, ਉਹ ਬਾਰਡਰ 'ਤੇ ਪਾਕਿਸਤਾਨ ਵੀ ਇੱਕ ਹਿੰਦੂ ਨਹੀਂ ਗਿਆ ਕਿਤੇ ਲੜਿਆ। ਇਹ ਉਸ ਕੋਸ਼ਿਸ਼ ਸੀਗੇ ਵੀ ਅਸੀਂ ਅਕਾਲੀ ਦਲੋਂ ਅਲੱਗ ਹੋ ਗਏ, ਹੁਣ ਇਹ ਅੱਗ ਲਾ ਕੇ ਅਸੀਂ ਇਹਦਾ ਫਾਇਦਾ ਲਾਹਾ ਉਠਾ ਲਈਏ। ਛੋਟੀ ਸੋਚ ਆ ਨਾ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਿੱਥੇ ਤੱਕ ਗੱਲ ਜਾਣੀ ਆ। ਇਹ ਬਿਲਕੁਲ ਮੰਨੀ, ਇਹ ਸਟੇਟਾਂ ਉਹ ਸਟੇਟਾਂ, ਇੱਕ ਤੋਂ ਨਾ ਜੀ, ਚਾਹੇ ਪੰਜਾਬ ਹੋਵੇ, ਜੰਮੂ ਕਸ਼ਮੀਰ ਹੋਵੇ, ਨਾਗਾਲੈਂਡ ਹੋਵੇ, ਇਹ ਜਿਹੜੀਆਂ ਬਾਰਡਰ ਸਟੇਟਾਂ ਏ, ਜੇ ਤੁਸੀਂ ਕਿਤੇ ਇਹਨਾਂ ਨੂੰ ਮਾੜਾ ਮੋਟਾ ਮਿਸਅੰਡਰਸਟੈਂਡ ਕਰ ਗਏ, ਸਮਝਣ 'ਚ ਗਲਤੀ ਕਰ ਗਏ, ਤਾਂ ਇਹ ਕਦੇ ਵੀ ਟ੍ਰਿਗਰ ਅੱਗ ਹੋ ਸਕਦੀ ਹੈ, ਫਿਰ ਹੱਥ ਨਹੀਂ ਆਉਣੀ। ਮੈਂ ਤਾਂ ਕਿਹਾ ਸੀਗਾ, ਅੱਗੇ ਵੀ ਜੇ ਇਹਨਾਂ 'ਤੇ ਕੋਈ ਗੱਲ, ਮੈਂ ਤਾਂ ਕਹਿਣਾ ਵੀ ਕਦੇ ਜਿਹੜੇ ਬਿਆਨ ਬੁੱਝੇ, ਚਲੋ ਹੁਣ ਤਾਂ ਇਹ ਉੱਥੇ ਉਹਨਾਂ ਨੇ ਰੱਖ ਹੀ ਲਏ, ਇੱਥੋਂ ਪੰਜਾਬ 'ਚੋਂ 10-20 ਗਨਮੈਨ ਸਾਰਿਆਂ ਨੂੰ ਦੇ ਤੇ, ਹੁਣ ਇਹਨਾਂ ਨੂੰ ਵੀ ਸਮਝ ਆ ਗਈ, ਦਿੱਲੀ ਰਹਿਣਗੇ ਆਪਣਾ ਮੌਜ ਨਾਲ, ਇੱਕ ਜਨਰਲ ਸੈਕਟਰੀ ਬਣ ਗਏ, ਇੱਕ ਪ੍ਰਧਾਨ ਆ ਉੱਥੇ, ਚੰਗਾ ਭਲਾ ਵਧੀਆ ਰਾਜ ਆ, ਇਹਨਾਂ ਦਾ ਦਫ਼ਤਰ ਚੰਗੇ ਮਿਲ ਗਏ, ਉੱਥੇ ਰਹਿਣ ਕੀ ਲੈਣਾ ਪੰਜਾਬ 'ਚ ਆ ਕੇ। ਪੰਜਾਬ 'ਚ ਤਾਂ ਦੁਕਾਨ ਵੈਸੇ ਹੀ ਬੰਦ ਹੋ ਗਈ, ਜਿਸ ਹਿਸਾਬ ਨਾਲ ਕਿਸਾਨ ਮਾਰਿਆ ਗਿਆ, ਜਿਵੇਂ ਬਿਜ਼ਨਸਮੈਨ ਮਾਰਿਆ ਗਿਆ, ਸ਼ਹਿਰੀ ਮਾਰਿਆ ਗਿਆ। ਤੁਸੀਂ ਸੋਚਦੇ ਹੋ ਵੀ ਬੀਜੇਪੀ ਵਾਲਿਆਂ ਨੂੰ ਕਿਤੇ ਕੋਈ ਵੜਨ ਵੀ ਦਊਗਾ? ਆ ਜਿੰਨੇ ਵੀ ਤੁਸੀਂ ਕਵਰ ਕਰਦੇ ਹੁੰਦੇ ਹੋ, 15ਵਾਂ ਬੰਦਾ ਨਹੀਂ ਹੁੰਦਾ, ਮੈਨੂੰ ਦਿਖਾ ਦਿਓ 15ਵਾਂ ਬੰਦਾ ਜੇ ਇਹਨਾਂ ਦੇ ਧਰਨੇ ਮੁਜ਼ਾਹਰਿਆਂ 'ਚ ਕਿਤੇ ਵੀ ਇਹ ਕੁਛ ਕਰਨ, 15ਵਾਂ ਬੰਦਾ ਨਹੀਂ ਹੁੰਦਾ। ਐਮਪੀ ਸਾਹਿਬ, ਇੱਕ ਦੋਹਰੀ ਰਾਜਨੀਤੀ ਕਿਤੇ ਨਾ ਕਿਤੇ ਬੀਜੇਪੀ ਕਰ ਰਹੀ ਹੈ। ਇੱਕ ਪਾਸੇ ਗੱਲ ਤੁਰਦੀ ਹੈ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ, ਇਟ ਮੀਨਸ ਵੀ ਕਿਸਾਨ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ ਨੇ। ਤੁਸੀਂ ਲੁਧਿਆਣੇ ਤੋਂ, ਤੁਹਾਡੇ ਤੋਂ ਸਵਾਲ ਤਾਂ ਕਰਨਾ ਬਣਦਾ, ਕੱਲ੍ਹ ਸਾਡੀ ਬੀਜੇਪੀ ਜਿਹੜੇ ਲੁਧਿਆਣੇ ਦੇ ਪ੍ਰਧਾਨ ਨੇ ਪੁਸ਼ਪਿੰਦਰ ਸਿੰਘ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਵੀ ਜਿਹੜੇ ਧਰਨਿਆਂ 'ਤੇ ਬੈਠੇ ਨੇ ਉਹ ਨਕਸਲਵਾਦੀ ਨੇ, ਅਰਬਨ ਨਕਸਲਵਾਦੀ ਕਹਿੰਦੇ। ਦੱਸੋ, ਮੈਂ ਵੀ ਇਹ ਸੁਣੇ, ਕੌਣ ਨੇ ਇਹ ਜਿਹੜੀ ਇੰਟਰਵਿਊ ਤੁਸੀਂ ਦਿੱਤੀ, ਇਹ ਕੌਣ ਨੇ? ਪੁਸ਼ਪਿੰਦਰ ਸਿੰਘਲ ਪ੍ਰਧਾਨ ਨੇ ਪੰਜਾਬ ਲੁਧਿਆਣੇ ਦੇ। ਦੇਬੀ ਸਾਹਿਬ ਖੜੇ ਸੀ, ਇੱਕ ਤਾਂ ਇੱਕ ਹੋਰ ਸੀ, ਇੱਕੇ ਬੰਦਾ ਪਹਿਲਾਂ ਬੋਲ ਰਿਹਾ ਸੀ, ਕੌਣ ਨੇ? ਪੁਸ਼ਪਿੰਦਰ ਸਿੰਘਲ ਭਾਜਪਾ ਲੁਧਿਆਣਾ ਦੇ ਪ੍ਰਧਾਨ ਨੇ ਜੀ, ਬੀਜੇਪੀ ਦੇ ਆਪਣੇ। ਮੈਂ ਸੁਣੀ ਆ ਇਹ, ਪਰ ਮੈਂ ਪਛਾਣੇ ਨਹੀਂ ਵੀ ਕੌਣ ਨੇ ਉਹ। ਮੈਂ ਪ੍ਰਧਾਨ ਜੀ ਦੇਖੋ, ਮੈਂ ਤਾਂ ਹੁਣ ਐਂ ਕਰੋ ਫਿਰ, ਜਾਂ ਤਾਂ ਤੁਸੀਂ ਉਹਨਾਂ ਦੀ ਗੱਡੀ, ਪਰ ਉਹ ਤਾਂ ਜਾ ਨਹੀਂ ਸਕਦੇ ਉੱਥੇ,
ਤੁਸੀਂ ਜਾ ਕੇ ਕਿਸੇ ਵੀ ਜਿਹੜਾ ਕਿਸਾਨ ਧਰਨਾ ਹੈ ਜੀ ਕਿਤੇ ਵੀ ਲੱਗਿਆ ਹੋਇਆ ਆਪਣੇ ਆਲੇ ਦੁਆਲੇ ਲਾ ਲਓ ਡਿਸਟ੍ਰਿਕਟ 'ਚ, ਆਹ ਟੋਲ 'ਚ ਹੀ ਚਲੇ ਜਾਇਓ। ਜੀ ਆਹ ਜਿਹੜਾ ਟੋਲ ਆਪਣਾ ਜਿੱਥੇ ਆਪਾਂ ਵੀ ਤਾਂ ਲਾਇਆ ਸੀ, ਉੱਥੇ ਜਾ ਕੇ ਉਹਨਾਂ ਨੂੰ ਫੋਟੋਆਂ ਖਿੱਚ ਕੇ ਜਾਂ ਮੈਂ ਉਹਨਾਂ ਦੇ ਘਰੇ ਭੇਜ ਦਿੰਦਾ ਵੀ ਇਹਦੇ ਵਿੱਚੋਂ ਕਿਹੜਾ ਬੁੱਧ ਸਿੰਘ ਵਾਲਾ ਏ, ਕਿਹੜਾ ਇਹ 'ਚੋਂ ਜਿਹੜਾ ਇਹਨਾਂ ਨੇ ਐਨਕਾਊਂਟਰ ਕੀਤਾ ਸੀ ਇੱਥੇ ਦੂਬੇ, ਕਿਹੜਾ ਦੂਬੇ ਆ, ਇੱਕ ਇੱਥੇ ਜੇਲ੍ਹ 'ਚ ਮੁਖਤਿਆਰ ਅਨਸਾਰੀ ਬੈਠਾ ਏ, ਕਿਹੜਾ ਉਹ ਆ ਤੇ ਉਹਦਾ ਕੋਈ ਭਾਈ ਆ, ਉਹਦਾ ਕੋਈ ਦੱਸੋ ਤਾਂ ਸਹੀ ਨਾ। ਮੈਨੂੰ 5 ਬੰਦਿਆਂ ਦਾ ਨਾਂ ਦੱਸ ਦੇਣ ਵੀ ਆਹ ਨਕਸਲ, ਆਹ ਜਿਹੜਾ ਮਾਓਇਸਟ ਨੇ, ਆਹ ਨਕਸਲ ਨੇ, ਆਹ ਅਰਬਨ ਨੈਕਸਲਾਈਟ ਨੇ। ਮੈਨੂੰ 5 ਬੰਦਿਆਂ ਦਾ ਨਾਂ ਦੱਸ ਦੇਣ ਵੀ ਕਿਹੜੀ ਜਗ੍ਹਾ ਤੇ ਉਹ ਬੈਠੇ ਆ ਤੇ ਮੇਰੇ ਨਾਲ ਚੱਲਣ, ਆਪਾਂ ਪੁਲਿਸ ਨੂੰ ਦਿਖਾਉਂਦੇ ਆ ਵੀ ਆਹ ਬੰਦੇ ਬੈਠੇ ਆ। ਯਾਰ ਐਵੇਂ ਵੀ ਅਖਬਾਰ 'ਚ ਜਾਂ ਮੀਡੀਆ ਤੇ ਬੋਲਣ ਦੇ ਮਾਰੇ ਪੰਜਾਬ 'ਚ ਤੁਸੀਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਵੀ ਇਹ ਅਰਬਨ ਮੋਇਸਟ ਬੈਠੇ ਆ, ਨਕਸਲਾਈਟ ਬੈਠੇ ਆ, ਤੁਹਾਨੂੰ ਮਤਲਬ ਪਤਾ ਇਹਦਾ ਕੀ ਆ? ਇਹਨਾਂ ਨੂੰ ਇਹ ਪੁੱਛਿਓ, ਜਿਵੇਂ ਪੁਰੀ ਦਾ ਐਡਰੈਸ ਨਹੀਂ ਨਾ ਇਹਨਾਂ ਨੂੰ ਪਤਾ ਵੀ ਪੁਰੀ ਰਹਿੰਦਾ ਕਿੱਥੇ ਆ ਪੰਜਾਬ 'ਚ, ਕਿਹੜੀ ਜਗ੍ਹਾ ਉਹ ਜੰਮੇ ਪਲੇ ਨੇ, ਉਵੇਂ ਹੀ ਇਹਨਾਂ ਨੂੰ ਅਰਬਨ ਨੈਕਸਲਾਈਟ ਦਾ ਮੋਇਸਟ ਦਾ ਮਤਲਬ ਨਹੀਂ ਪਤਾ। ਇੱਕ ਇਹਨਾਂ ਨੇ ਸੁਣ ਲਿਆ ਕਿਸੇ ਦੇ ਮੂੰਹ 'ਚੋਂ, ਉਹ ਵੱਡੀ ਸ਼ਰਾਰਤ ਆ, ਬੜੇ ਵੱਡੇ ਕੋਈ ਮੋਡਿਊਲ ਬਹੁਤ ਵੱਡਾ ਇੱਕ ਮਾਡਲ ਆ ਜਿਹੜਾ ਕਿ ਚੌਗ ਸਾਹਿਬ ਨੇ ਅੰਮ੍ਰਿਤਸਰ ਤੋਂ ਬਿਆਨ ਦਿੱਤਾ ਸੀ। ਉਦੋਂ ਬਾਅਦ ਉਹਨਾਂ ਨੇ ਤਾਂ ਦਿੱਤਾ ਨਹੀਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਿਆਨ ਦੇਣ ਦਾ ਕੀ ਖਮਿਆਜਾ ਭੁਗਤਣਾ ਪਿਆ। ਇਹਨਾਂ ਨੂੰ ਹਜੇ ਪਤਾ ਨਹੀਂ, ਇਹ ਨਵੇਂ ਆਏ ਨੇ, ਇਹਨਾਂ ਨੂੰ ਇਹੀ ਗਿਆਨ ਹੀ ਨਹੀਂਗਾ ਵੀ ਇਹਦਾ ਮਤਲਬ ਕੀ ਹੁੰਦਾ। ਪਹਿਲਾਂ ਤੁਸੀਂ ਅਗਲੀ ਇੰਟਰਵਿਊ ਸਤਿਕਾਰਯੋਗ ਨੇ, ਗੁੱਸਾ ਨਾ ਕਰ ਦੇਣ, ਲੁਧਿਆਣੇ ਦੇ ਵਾਸੀ ਨੇ, ਪ੍ਰਧਾਨ ਬਾਅਦ 'ਚ ਨੇ ਪਰ ਪ੍ਰਧਾਨ ਸ਼ਹਿਰ ਦੇ ਵਾਸੀ ਨੇ, ਸਤਿਕਾਰਯੋਗ ਨੇ। ਜਦੋਂ ਅਗਲੀ ਵਾਰ ਇੰਟਰਵਿਊ ਕਰੋਗੇ, ਇੱਕ 5 ਨਾਂ ਪੁੱਛ ਲਿਓ ਕਿੱਥੇ ਬੈਠੇ ਨੇ, ਤੇ ਇੱਕ ਉਹਨਾਂ ਨੂੰ ਇਹਦਾ ਮਤਲਬ ਪੁੱਛ ਲਿਓ ਵੀ ਇਹਦਾ ਮਤਲਬ ਕੀ ਆ ਜੋ ਤੁਸੀਂ ਕਹਿ ਰਹੇ ਹੋ। ਬੇਟੇ ਤੁਸੀਂ ਦੀਪ ਸਿੱਧੂ ਬਾਰੇ ਖੁਲਾਸਾ ਕੀਤਾ ਸੀ ਵੀਡੀਓ ਦੇ ਵਿੱਚ ਵੀ ਉਹ ਬੀਜੇਪੀ ਵੱਲੋਂ ਮੈਨੂਪਲੇਟ ਕੀਤੇ ਹੋਏ ਨੇ, ਬੀਜੇਪੀ ਵੱਲੋਂ ਜਿਹੜਾ ਮੋਰਚਾ ਲਗਾਇਆ ਗਿਆ। ਜਦੋਂ ਇਹੀ ਸਵਾਲ ਲੈ ਕੇ ਅਸੀਂ ਉਹਨਾਂ ਕੋਲ ਪਹੁੰਚੇ ਹਾਂ ਤਾਂ ਉਹ ਇੱਕ ਗੁੱਸਾ ਉਹਨਾਂ ਦੇ ਅੰਦਰ ਦੇਖਣ ਨੂੰ ਮਿਲਿਆ ਤੇ ਉੱਤੋਂ ਉਲਟਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਵਾਰ-ਵਾਰ ਇਹ ਸਵਾਲ ਨਾ ਪੁੱਛੇ ਜਾਣ। ਕੀ ਕਾਰਨ ਹੈ ਵੀ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਇੱਕ ਮੀਡੀਆ ਦਾ ਫਰਜ਼ ਨਹੀਂ ਹੈਗਾ ਵੀ ਉਸ ਚੀਜ਼ ਨੂੰ ਕਲੈਰੀਫਾਈ ਕੀਤਾ ਜਾਵੇ, ਉਸ 'ਤੇ ਸਵਾਲ ਪੁੱਛੇ ਜਾਣ? ਇਹ ਵੀ ਨੌਜਵਾਨ ਬੱਚੇ ਨੇ, ਨੌਜਵਾਨ ਮੁੰਡੇ ਆ ਜਿਹੜੇ ਪੋਲੀਟਿਕਸ 'ਚ ਆਉਣਾ ਚਾਹੁੰਦੇ ਆ, ਜਿਹੜੇ ਕਿਉਂਕਿ ਬਹੁਤ ਸਿਆਸਤ 'ਚ ਐਜੀਟੇਸ਼ਨਾਂ 'ਚੋਂ ਲੀਡਰਸ਼ਿਪ ਨਿਕਲਦੀ ਆ, ਉਹ ਚੰਗੀ ਗੱਲ ਆ। ਉਹ 'ਚ ਚੰਗਾ ਬੁਲਾਰਾ ਹੋਣਾ ਚਾਹੀਦਾ, ਚੰਗਾ ਬੰਦਾ ਪੜ੍ਹਿਆ ਲਿਖਿਆ ਚੰਗੀ ਗੱਲ ਕਰਦਾ ਹੋਣਾ ਚਾਹੀਦਾ। ਪਰ ਕਿਉਂ ਜਦੋਂ ਵੀ ਇਹ ਕਿਤੇ ਤੁਰਦੇ ਆ, ਮੈਂ ਵੀ ਉਦੋਂ ਬਾਅਦ ਸਟੱਡੀ ਥੋੜ੍ਹਾ ਦੇਖਿਆ ਵੀ ਇਸ ਕਿਸਾਨਾਂ ਤੋਂ ਅਲੱਗ-ਅਲੱਗ ਕਿਹੜੇ ਧਰਨੇ ਆ ਜਿਵੇਂ ਲੱਗੇ ਹੋਏ ਤੇ ਕੌਣ ਉਹਨੂੰ ਲੀਡ ਕਰ ਰਿਹਾ। ਸਭ ਤੋਂ ਵੱਡੀ ਗੱਲ ਧੰਨਾ ਜੀ ਇਹ ਆ ਵੀ ਇਹ ਜਦੋਂ ਪਹਿਲੇ ਦਿਨ ਤੁਰਦੇ ਆ ਤਾਂ 10 ਹੁੰਦੇ ਆ, ਦੂਜੇ ਦਿਨ 10 ਚੋਂ 5 ਰਹਿ ਜਾਂਦੇ ਆ, ਉਦੋਂ ਬਾਅਦ 3 ਰਹਿ ਜਾਂਦੇ ਆ, 2 ਫਿਰ 1 ਰਹਿ ਜਾਂਦਾ। ਹੁਣ ਇਹਨਾਂ ਦੇ ਨਾਲ ਹੀ ਇੱਕ ਮੈਡਮ ਗਿੱਲ ਨੇ, ਸ਼ਾਇਦ ਐਡਵੋਕੇਟ ਨੇ, ਉਹ ਵੀ ਐਡਵੋਕੇਟ ਨੇ, ਤੇ ਕਿਉਂਕਿ ਮੇਰਾ ਕੋਈ ਲਿੰਕ ਨਹੀਂ ਗਾ, ਕਈ ਵਾਰ ਅਗਲਾ ਕਹਿ ਦਿੰਦਾ ਵੀ ਤੂੰ ਕਿਉਂ ਗੱਲ ਕਰ ਰਿਹਾ। ਮੈਂ ਵੀ ਆ ਫੇਸਬੁੱਕ 'ਤੇ ਕਿਉਂਕਿ ਜਦੋਂ ਦੇਖਦੇ ਆ ਜਾਂਦੀ ਆ ਹਰ ਚੀਜ਼ ਮੂਹਰੇ। ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਇਹਨਾਂ ਨੇ ਕਿਸਾਨਾਂ ਦੇ ਨਾਲ ਤੁਰਨੋਂ, ਜਦੋਂ ਪਹਿਲੀ ਮੀਟਿੰਗਾਂ ਹੋਈਆਂ ਕਿਸਾਨਾਂ ਦੇ ਨਾਲ ਹੋਈਆਂ, ਉਹ 'ਚ ਸਿੰਗਰ ਕਈ ਗਏ, ਕਈ ਹੱਜ ਵੀ ਉਹਨਾਂ ਦੇ ਨਾਲ ਨੇ, ਕਈ ਅਲੱਗ ਹੋ ਗਏ। ਇੱਕ ਮੈਂ ਸਮਝਦਾ ਵੀ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆ, ਚੰਡੀਗੜ੍ਹ 'ਚ ਜਿਹੜੀ ਆ PAU ਜਾਂ ਉਹ ਉੱਥੋਂ ਬਹੁਤ ਅੱਜ ਵੀ ਜਿਹੜੇ MLA ਨੇ, MP ਨੇ ਜਾਂ ਰਹੇ ਨੇ ਬੜੇ ਮੰਤਰੀ, ਉਹ ਯੂਨੀਵਰਸਿਟੀ 'ਚੋਂ ਆਪਣੇ ਚੰਡੀਗੜ੍ਹ ਨਿਕਲੇ ਨੇ, ਅੱਗੇ ਵੀ ਨਿਕਲਣੇ, ਹੁਣ ਵੀ ਮੁੰਡੇ ਸਾਡੇ ਬੜੇ ਨੌਜਵਾਨ MLA ਬਣੇ ਇਸ ਵਾਰ ਉੱਥੋਂ ਦੇ। ਉੱਥੇ ਦੀ ਵੀ ਕਨੂਪ੍ਰਿਆ ਪ੍ਰਧਾਨ ਨੇ, ਉਹ ਕੋਈ ਕਾਂਗਰਸ ਪਾਰਟੀ ਦੇ ਨਹੀਂ ਗਏ ਜਾਂ ਕਿਸੇ ਦੇ ਨਹੀਂ ਗਏ, ਉਹ ਵੀ ਪਹਿਲੇ ਦਿਨ ਆਏ, ਆਪ ਬਣਾ ਪੋਸਟਰ ਕਹਿੰਦੇ ਲਾਏ, ਕਿਉਂਕਿ ਨੌਜਵਾਨ ਬੱਚੇ ਆ, ਸਾਡਾ ਵੀ ਜੀ ਕਰਦਾ ਵੀ ਅੱਗੇ ਆਉਣ, ਚੰਗੀ ਪੋਲੀਟਿਕਸ ਸਾਫ ਸੁਥਰੀ ਕਰਨ। ਉਹਨਾਂ ਨੇ ਕਿਹਾ ਵੀ ਉਹ ਵੀ ਉਦੋਂ ਬਾਅਦ ਉੱਥੇ ਨਹੀਂ ਆਏ, 2-4 ਚਿਹਰੇ ਜਿਹੜੇ ਉਦੋਂ ਬਾਅਦ ਉੱਥੇ ਚਿਹਰੇ ਕੌਣ ਆਉਣ ਲੱਗ ਗਏ, ਉੱਚੀ ਢਾਡੀਆਂ ਵਾਰਾਂ ਜਿਹੜੀਆਂ ਕਿ ਲੋਕਾਂ ਨੂੰ ਮਰਨ ਮਨਾਉਣ ਵਾਲੀਆਂ ਗੱਲਾਂ, ਉਹ ਉੱਥੇ ਸ਼ੁਰੂ ਹੋ ਗਈਆਂ। ਸਮਝਦਾਰ ਵੀ ਉੱਥੇ ਜਾਂਦੇ ਆ, ਗੱਲ ਕਰਦੇ ਆ, ਪਰ ਉੱਥੇ ਗੱਲਾਂ ਜਿਹੜੀਆਂ ਖੇਤੀ ਤੋਂ ਬਾਹਰ ਹੋ ਕੇ ਉਹ ਪੰਜਾਬ ਦੇ ਹੋਰ ਅਧਿਕਾਰ, ਮਤਲਬ ਐਸਾ এনवायरमेंट ਬਣ ਗਿਆ। ਮੈਂ ਵੀ ਪਰਸੋਂ ਨਹੀਂ ਕਿਹਾ, ਜਦੋਂ ਦੇਖਿਆ ਉੱਥੇ ਬੰਦੇ ਤਾਂ ਜਿਹੜਾ ਬੰਦਾ ਆਉਂਦਾ ਬੋਲਣ
ਉਹਦੇ ਨਾਲ ਜਿੰਨੀਆਂ ਗੱਡੀਆਂ ਹੁੰਦੀਆਂ, ਮੈਂ ਉੱਥੇ ਖੜਾ ਕੇ ਪੁੱਛਿਆ ਵੀ ਇੱਥੇ ਕੌਣ ਕੌਣ ਕਿੰਨੇ, ਉਹ ਕਹਿੰਦੇ ਜੀ ਵੀ ਹਰ ਰੋਜ਼ ਇੱਕ ਅੱਧਾ ਕੋਈ ਬੰਦਾ। ਉਦਣ ਉਹ ਕਹਿੰਦੇ ਜੀ ਅੱਜ, ਮੈਂ ਕਿਹਾ ਅੱਜ ਕੌਣ ਆਇਆ? ਅੱਜ ਕਹਿੰਦੇ ਢੀਂਡਸਾ ਸਾਹਿਬ ਦੇ ਬੇਟੇ ਪਰਮਿੰਦਰ ਢੀਂਡਸਾ ਆਏ ਆ, 50 ਕੁ ਬੰਦੇ ਉਹਨਾਂ ਨਾਲ ਹੁੰਦੇ ਆ। ਜਿਹੜਾ ਕੋਈ ਬੰਦਾ ਆ ਜਾਂਦਾ, ਉਹ 50 ਕੁ ਬੰਦੇ ਲੈ ਕੇ ਨਾਲ ਉੱਥੇ ਬਹਿ ਜਾਂਦਾ ਤੇ ਉਦੋਂ ਬਾਅਦ ਉੱਥੇ ਖਾਲੀ ਹੁੰਦਾ। ਤੇ ਆ ਜਿਹੜੀਆਂ ਕਈ ਫੇਸਬੁੱਕ ਨੇ, ਕਈ ਜਿਹੜੇ ਚੈਨਲ ਨੇ ਜਿਹੜੇ ਸਿਰਫ YouTube ਇਹਨਾਂ ਤੇ ਚੱਲਦੇ ਆ, ਤੇ ਉਹ ਚੱਲਦੇ ਵੀ ਬਾਹਰੋਂ ਆ, ਉਹ ਉੱਥੋਂ ਦਿਖਾਈ ਜਾਂਦੇ ਆ ਇਹਨਾਂ ਦੀ ਅੱਧੇ ਘੰਟੇ ਦੇ ਕਲਿੱਪ, ਹੋਰ ਘੰਟੇ ਦੀਆਂ ਗੱਲਾਂ ਕਰਦੇ ਹੋਏ। ਉਹ ਕਿਤੇ ਨਾ ਕਿਤੇ ਮਤਲਬ ਟੋਟਲੀ ਮਿਸਗਾਈਡ ਹੋ ਗਏ, ਕਿਉਂਕਿ ਜਿਹੜੇ ਅਸਲੀ ਕਿਸਾਨ ਜਿਨ੍ਹਾਂ ਵਰਗ ਲੋਕ ਸੀ, ਉਹ ਤਾਂ ਨਿਕਲ ਕੇ ਟੋਲਸ ਤੇ ਚਲੇ ਗਏ, ਜਾਂ ਰਿਲਾਇੰਸ ਦੇ ਪੰਪਾਂ ਤੇ ਚਲੇ ਗਏ, ਜਾਂ ਹੋਰ ਕਿਤੇ ਧਰਨੇ ਲੱਗੇ ਹੋਏ ਆ। ਇਹ ਇੱਕ ਐਵੇਂ ਇੱਕ ਤੰਬੂ ਜਿਹਾ ਲੱਗਿਆ ਰਹਿ ਗਿਆ। ਮੈਂ ਤਾਂ ਕਿਹਾ ਸੀ ਵੀ ਇਹਦੇ ਉੱਤੇ ਬਹੁਤ ਨਿਗਾਹ ਰੱਖਣ ਦੀ ਲੋੜ ਆ। ਇਹ ਕਿਸ ਕਾਰਨ ਲੱਗਿਆ? ਕਿਉਂਕਿ ਜਿਹੜੇ ਵੀ ਚੰਗੇ ਬੰਦੇ ਸੀ ਇਹਦੇ ਵਿੱਚ, ਜਿਹੜੇ ਲੱਗੇ ਸੀ ਪਹਿਲੇ ਦਿਨ, ਉਹ ਸਾਰੇ ਹੀ ਸੂਝਵਾਨ ਬੰਦੇ ਆ, ਉਹ ਇਸ ਤੰਬੂ ਨੂੰ ਛੱਡ ਕੇ ਜਾ ਚੁੱਕੇ ਆ। ਤਾਂ ਮੇਰਾ ਕੋਈ ਇਹੋ ਜਿਹੇ ਹਜ਼ਾਰਾਂ ਧਰਨੇ ਲੱਗਦੇ, ਮੇਰਾ ਸਰੋਕਾਰ ਉੱਥੇ ਉਦੋਂ ਆ ਜਾਂਦਾ ਜਦੋਂ ਕਿਤੇ ਖਾਲਿਸਤਾਨ ਦੀ ਗੱਲ ਜਿੱਥੇ ਆ ਜਾਂਦੀ ਆ ਮੇਰਾ। ਕਿਉਂਕਿ ਸਰਦਾਰ ਬੇਅੰਤ ਸਿੰਘ ਜੀ ਇੱਕ ਮੁੱਖ ਮੰਤਰੀ, ਮਤਲਬ ਉਹ ਜਾਨ ਦੇ ਗਏ। ਮੇਰਾ ਮੰਨਣਾ, ਜੋ ਮੇਰਾ ਮਕਸਦ ਇਹ ਹੈ ਵੀ ਜਿੰਨਾ ਚਿਰ ਹੈਗੇ ਆ, ਜਿੱਥੇ ਇਹ ਗੱਲ ਹੁੰਦੀ ਆ ਉਹਨੂੰ ਜੜੋਂ ਪੱਟਣਾ। ਇਹ ਚੰਗਿਆੜੀ ਜਿੱਥੇ ਖਾਲਿਸਤਾਨ ਦੀ, ਜਿੱਥੇ ਕੋਈ ਬੰਦਾ ਸ਼ੁਰੂ ਕਰਦਾ, ਜੇ ਗੱਲ ਕਰਦਾ ਨਾ, ਬਾਕੀ ਜੋ ਮਰਜ਼ੀ ਹੋਈ ਜਾਵੇ, ਦੇਸ਼ ਨਾਲ ਅਸੀਂ ਲੜਨਾ ਏ, ਦੇਸ਼ ਦੇ ਲੀਡਰਾਂ ਨਾਲ ਅਸੀਂ ਲੜਨਾ ਏ, ਆਪਸ ਵਿੱਚ ਅਸੀਂ ਜੋ ਮਰਜ਼ੀ ਪਿਆਰ ਮੁਹੱਬਤ ਜੋ ਲੜੀ, ਉਹ ਆਪਣੇ ਹੱਕਾਂ ਲਈ ਜਿੱਥੇ ਤੱਕ ਮਰਜ਼ੀ ਲੜਾਈ ਲੜਨੀ ਪਵੇ। ਪਰ ਜਦੋਂ ਖਾਲਿਸਤਾਨ ਦਾ ਜਿੱਥੇ ਨਾਂ ਆ ਗਿਆ, ਉਹ ਮੈਂ ਜਾਂ ਮੇਰੇ ਸਾਥੀ ਜਾਂ ਅਸੀਂ ਉਹ ਚੀਜ਼ ਫਿਰ ਪੱਟ ਕੇ ਹਟਣੀ ਆ। ਇਸ ਕਰਕੇ ਇਹ ਤੰਬੂ ਵੀ ਤੇ ਨਾ ਤੰਬੂ ਲਾਉਣ ਵਾਲਿਆਂ ਨੂੰ ਰਹਿਣ ਦੇਣਾ, ਇਹ ਤੁਹਾਡੇ ਮੂਹਰੇ ਆ। ਇਹਨਾਂ ਨੂੰ ਨੰਗੇ ਕਰਨਾ ਹੀ ਕਰਨਾ। ਇਹ ਜਿੰਨਾ ਮਰਜ਼ੀ ਪੁੱਠਾ ਬੋਲਣ, ਉਲਟ ਬੋਲਣ, ਪਰ ਜਿੱਥੇ ਕੋਈ ਖਾਲਿਸਤਾਨ ਦਾ ਨਾਂ ਲਊਗਾ, ਉਹ ਭਾਈ ਮੈਂ ਤਾਂ ਪਹਿਲਾ ਬੰਦਾ ਹੋਊਗਾ ਉਹਨਾਂ ਨੂੰ ਜੜੋਂ ਪੱਟਣ ਲਈ। ਐਮਪੀ ਸਾਹਿਬ, ਉਹਨਾਂ ਨੇ ਲੱਖੇ ਸਰਾਣੇ ਹੋਰਾਂ ਨਾਲ ਵੀ ਸਾਡੀ ਗੱਲ ਹੋਈ ਆ। ਉਹ ਕਹਿੰਦੇ ਵੀ ਜਦੋਂ ਅਸੀਂ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਰਵਨੀਤ ਸਿੰਘ ਬਿੱਟੂ ਨੂੰ ਕਿਉਂ ਅਜਿਹਾ ਲੱਗਦਾ ਵਾ ਵੀ ਅਸੀਂ ਪੰਜਾਬ ਨੂੰ ਅਲੱਗ ਹੋਣ ਦੀ ਗੱਲ ਕਰਦੇ ਹਾਂ? ਕਿ ਪੰਜਾਬ ਦੇ ਅਧਿਕਾਰ ਮੰਗਣਾ ਵੱਖਵਾਦ ਹੋ ਸਕਦਾ ਵਾ, ਇੱਕ ਅਲੱਗ ਸੂਬੇ ਦੀ ਗੱਲ ਕਰ ਸਕਦੇ ਹਾਂ? ਅਸੀਂ ਤਾਂ ਇੱਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਵੀ ਸਾਨੂੰ ਸਾਡੇ ਖੇਤੀ ਦਾ ਅਧਿਕਾਰ ਮਿਲੇ, ਸਾਨੂੰ ਸਾਡੇ ਪਾਣੀ ਦਾ ਅਧਿਕਾਰ ਮਿਲੇ। ਨਹੀਂ, ਦੇਖੋ ਨਾ, ਇਹੀ ਤਾਂ ਗੱਲਾਂ ਮੈਂ ਕਹਿੰਦਾ, ਅਧਿਕਾਰ ਕਿਹਨੂੰ ਨਹੀਂ ਚੰਗੇ ਲੱਗਦੇ? ਹਰ ਬੰਦੇ ਨੂੰ ਆਪਣੇ ਘਰੇ ਵੀ ਇਹ ਲੱਗਦਾ ਵੀ ਮੈਂ ਆਪਣੇ ਬਾਪ ਤੋਂ, ਜਿਹੜਾ ਮੇਰਾ ਬਾਪ, ਮੈਂ ਜਿਹੜਾ ਇਸ ਘਰ 'ਚ ਸਰਦਾਰੀ ਆ, ਉਹ ਮੇਰੇ ਹੱਥਾਂ ਜੀ, ਵੀ ਆਰਡਰ ਮੈਂ ਹੀ ਚਲਾਵਾਂ, ਮੇਰਾ ਬਾਪ ਨਾ ਚਲਾਵੇ। ਇਸੇ ਤਰੀਕੇ ਨਾਲ ਸਕੂਲ 'ਚ ਲੱਗਦਾ ਵੀ ਟੀਚਰ ਨਾ ਮੈਨੂੰ ਕੋਈ ਰੋਕਣ ਵਾਲਾ ਨਾ ਹੋਵੇ। ਪਰ ਕਿਤੇ ਨਾ ਕਿਤੇ ਇੱਕ ਆਪਣਾ ਢਾਂਚਾ ਬਣਿਆ ਹੋਇਆ, ਉਹ ਆਪਾਂ ਆਪ ਬਣਾਇਆ ਹੋਇਆ, ਤੇ ਯੂਨੀਅਨ ਆਫ ਸਟੇਟਸ ਆ, ਤੇ ਉਸੇ ਤਰੀਕੇ ਨਾਲ ਆਪਣਾ ਦੇਸ਼ ਬਣਿਆ ਹੋਇਆ ਅਲੱਗ-ਅਲੱਗ ਸੂਬਿਆਂ ਨਾਲ। ਕਈ ਗੱਲਾਂ ਜੇ ਬੰਨ੍ਹ ਕੇ ਨਹੀਂ ਰੱਖਾਂਗੇ ਤਾਂ ਇਹ ਜਿੰਨੇ ਵੀ ਇਹ 30-32 ਜਿੰਨੇ ਵੀ ਸੂਬੇ ਆ ਜਾਂ ਯੂਨੀਅਨ ਆ, ਇਹ ਤਾਂ ਖੇਰੂ ਹੋ ਜਾਣਗੀਆਂ। ਆਪਾਂ ਇਕੱਲੇ ਪੰਜਾਬ ਵਾਲੇ ਕੀ ਕਰ ਲਾਂਗੇ? ਮੈਂ ਇਹ ਕਹਿਣਾ ਹੁੰਦਾ ਵੀ ਆਪਾਂ ਜੋ ਮਰਜ਼ੀ ਮੰਗੋ, ਪਰ ਆਪਣੇ ਬਾਪ ਤੋਂ ਮੰਗੋ। ਜੋ ਕਰਨਾ ਆਪਣੇ ਟੀਚਰ ਤੋਂ ਸਮਝੋ। ਇਹ ਨਾ ਸਮਝੋ ਵੀ ਮੈਂ ਉਹ ਤੋਂ ਵੱਧ ਸਿਆਣਾ ਹੋ ਕੇ, ਆਪਣੇ ਜੋ ਮੰਗਣਾ ਆਪਣੇ ਮਰਿਆਦਾ 'ਚ ਰਹਿ ਕੇ ਆਪਣੇ ਬਾਪ ਨੂੰ, ਇਹ ਨਾ ਵੀ ਇਹਨੂੰ ਮੈਂ ਹਟਾ ਦੇਵਾਂ, ਇਹਨੂੰ ਮੈਂ ਸਿੱਟ ਨਾ ਪਰੇ, ਮੈਂ ਬਣ ਕੇ ਬਹਿ ਜਾ ਬੌਸ। ਮੇਰੀ ਕੋਈ ਵੀ ਆ ਖੁਦ ਮੁਖਤਿਆਰੀ ਦੀ ਗੱਲ, ਇਹ ਗੱਲਾਂ ਤਾਂ ਤੁਹਾਨੂੰ ਪਤਾ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਤੋਂ ਲੈ ਕੇ ਉਦੋਂ ਪਹਿਲਾਂ ਦੇ ਆ, ਜਾਂ ਉਦੋਂ ਪਹਿਲਾਂ ਵੀ ਚੱਲਦੀਆਂ ਰਹੀਆਂ ਪੰਜਾਬ 'ਤੇ ਲਹਿਰਾਂ, ਤੇ ਅੱਗੇ ਵੀ ਚੱਲਣੀਆਂ। ਪਰ ਗੱਲ ਇਹ ਆ ਵੀ ਹੁਣ ਜੇ ਮੈਂ ਗੱਲ ਕਹੂੰਗਾ, ਕਈਆਂ ਦੇ ਇਹ ਗੱਲ ਚੰਗੀ ਨਹੀਂ ਲੱਗਣੀ। ਹੁਣ ਕੱਲ੍ਹ ਨੂੰ ਹਿਮਾਚਲ ਪ੍ਰਦੇਸ਼ ਕਵੇ ਵੀ ਮੈਂ ਤਾਂ ਜੀ ਪਾਣੀ ਨਹੀਂ ਦੇਣਾ ਤੁਹਾਨੂੰ ਆਉਣ ਦੇਣਾ ਇੱਥੋਂ, ਮੈਂ ਭਾਖੜਾ ਨੂੰ ਪਾਣੀ ਨਹੀਂ ਆਉਣ ਦਿੰਦਾ, ਫਿਰ ਆਪਾਂ ਕੀ ਕਹਾਂਗੇ? ਆਪਾਂ ਪਾਣੀ ਦੇ ਹੱਕ ਆਪ ਦੀਆਂ ਗੱਲਾਂ ਕਰਦੇ ਹਾਂ। ਅੱਜ ਉਹ ਹਿਮਾਚਲ ਅਲੱਗ ਆ, ਉਹ ਕਹੇ ਮੈਂ ਤਾਂ ਪਾਣੀ ਰੋਕ ਲਾਂ ਜੀ, ਇੱਥੇ ਭਾਖੜਾ 'ਚ ਬਿਜਲੀ ਨਹੀਂ ਬਣਨ ਦੇਣੀ, ਫਿਰ ਆਪਾਂ ਕੀ ਕਰਾਂਗੇ? ਜੇ ਆਪਾਂ ਇਹ ਕਹਾਂਗੇ ਵੀ ਅਸੀਂ ਤਾਂ ਜੀ ਕਣਕ ਝੋਨਾ ਨਹੀਂ ਜਾਣ ਦੇਣਾ, ਆਪਾਂ ਕਿੱਥੇ ਲੈ ਜਾਵਾਂਗੇ? ਆਪਾਂ 1 ਸਾਲ ਤੋਂ ਬਾਅਦ ਸਾਰਾ ਪੰਜਾਬ ਭਰ ਲਈਏ ਤਾਂ ਆਪਣੇ ਕੋਲ ਰੱਖ ਨਹੀਂ ਹੋਣਾ ਜੇ ਇਹ ਸੈਂਟਰ ਨਾ ਲਵੇ। ਆਪਣੇ ਪਹਿਲਾਂ ਉਹ ਬੜੀਆਂ ਤਬਦੀਲੀਆਂ ਜਿਹੜੀਆਂ ਗੱਲਾਂ ਕਰਨ ਵਾਲੀਆਂ, ਵੀ ਇੱਥੇ ਆਪਾਂ ਸਬਜ਼ੀਆਂ ਪੈਦਾ ਕਰ ਲਈਏ, ਇੱਥੇ ਆਪਾਂ ਫਰੂਟ ਪੈਦਾ ਕਰ ਲਈਏ, ਆਪਾਂ ਸਾਰਾ ਕੁਝ ਪੰਜਾਬ 'ਚ, ਫਿਰ ਤਾਂ ਲੋੜ ਹੀ ਨਾ ਪਵੇ ਕਿਸੇ ਦੀ। ਹਰ ਚੀਜ਼ 'ਚ ਇੱਕ ਦੂਜੇ ਦੇ, ਆਪਣੇ ਸੀਮਟ ਆ,
ਸੀਮੈਂਟ ਦੀ ਲੋੜ ਕਿੱਥੋਂ ਆਉਣੀ ਆ? ਸਰੀਆ ਜਿਹੜਾ ਆਪਾਂ ਰੋਜ਼ ਘਰ ਪਾਉਂਦੇ ਆ, ਇਹ ਤਾਂ ਆਇਰਨ ਓਰ ਆ ਜਿਹੜਾ, ਇਹ ਤਾਂ ਉੜੀਸਾ 'ਚ ਨਿਕਲਦੇ ਆ, ਉੱਥੋਂ ਆਉਣਾ ਹੈ। ਉਹ ਕਹਿਣ ਜੀ ਅਸੀਂ ਤਾਂ ਤੁਹਾਨੂੰ ਇੱਥੇ ਭੇਜਦੇ ਨਹੀਂ ਪੰਜਾਬ 'ਚ। ਇਹ ਇਹੋ ਜਿਹੀਆਂ ਗੱਲਾਂ, ਸੇਬ ਕਵੇ ਹਿਮਾਚਲ ਵਾਲਾ ਮੈਂ ਨਹੀਂ ਭੇਜਦਾ ਜੀ ਤੁਹਾਡੇ ਇੱਥੇ, ਇਹ ਗੱਲਾਂ ਚੱਲ ਨਹੀਂ ਸਕਦੀਆਂ। ਇਹ ਤਾਂ ਰਲ ਮਿਲ ਕੇ ਹਰੇਕ ਨਾਲ ਇਹ ਐ ਫਸਾ ਕੇ ਕੰਮ ਇੱਕ ਦੂਜੇ ਨਾਲ ਚੱਲਦਾ। ਅਤੇ ਇਸ ਕਰਕੇ ਇਹ ਚੀਜ਼ਾਂ ਕਹਿਣੀਆਂ ਬੜੀਆਂ ਸੌਖੀਆਂ ਹੈ। ਇਹ ਮੈਂ ਤਾਂ ਕਰਦਾ ਜਦੋਂ ਅਸੀਂ ਪਾਰਲੀਮੈਂਟ 'ਚ ਬਹਿੰਦੇ ਹਾਂ ਨਾ, ਜਦੋਂ ਉੱਥੇ ਦੂਜੇ ਸੂਬਿਆਂ ਦੇ ਉੱਥੋਂ ਅੱਖਾਂ ਖੁੱਲ੍ਹਦੀਆਂ ਪਤਾ ਲੱਗਦਾ ਏ ਵੀ ਕਿਵੇਂ ਇੱਕ ਦੂਜੇ ਨਾਲ ਜੁੜਿਆ ਹੋਇਆ ਕੰਮ ਆ। ਇੱਥੇ ਕਹਿ ਦੇਣ ਲੁਧਿਆਣੇ 'ਚ ਮੈਂ ਬੈਠਾ, ਲੁਧਿਆਣੇ ਦੀ ਹੌਜ਼ਰੀ ਆ ਜਿਹੜੀ, ਜੰਮੂ ਕਸ਼ਮੀਰ, ਬੰਬੇ, ਯੂਪੀ ਦੇ ਵਿੱਚ ਕਿੱਡਾ ਬੜਾ, ਯੂਪੀ ਦੇ ਵਿੱਚ ਸਾਰੀ ਹੌਜ਼ਰੀ ਆਪਣੀ ਜਿਹੜੀ ਆ ਮੀਡੀਅਮ ਹੌਜ਼ਰੀ ਆ ਸਾਰੀ, ਇਹ ਯੂਪੀ 'ਚ ਜਾ ਕੇ ਖਪਦੀ ਆ। ਜਿਹੜੇ ਜ਼ਿਆਦਾ ਗਰਮ ਨੇ ਉਹ ਜਾ ਕੇ ਆਪਣੇ ਜੰਮੂ ਕਸ਼ਮੀਰ, ਹਿਮਾਚਲ ਜਾ ਕੇ ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਖਰੀਦਦੇ ਤੁਹਾਡੇ, ਇਹ ਤਾਂ ਪੰਜਾਬ ਦੇ ਆ। ਫਿਰ ਆਪਾਂ ਕੀ ਇਹਨੂੰ ਕਿਵੇਂ ਚਲਾ ਲਾਂਗੇ ਲੁਧਿਆਣੇ ਨੂੰ? ਜਿਹੜਾ ਸਾਈਕਲ ਬਣਦਾ, ਸਾਈਕਲ ਤਾਂ ਯੂਪੀ ਬਿਹਾਰ 'ਚ ਹੀ ਵਿਕਦਾ, ਪੰਜਾਬ 'ਚ ਤਾਂ ਕਿੰਨਾ ਸਾਈਕਲ ਵਿਕਦਾ ਏ। ਜੇ ਇਹਨਾਂ ਦੀ ਗੱਲ ਮੰਨ ਲਈਏ ਤਾਂ ਉਹ ਸੂਬੇ ਕਹਿਣਗੇ ਜੀ ਅਸੀਂ ਖੁਦ ਮੁਖਤਿਆਰੀ ਤੁਹਾਡੀ ਉਹ ਆ, ਅਸੀਂ ਤਾਂ ਨਹੀਂ ਲੈਂਦੇ, ਸਾਡੀ ਵੀ ਖੁਦ ਮੁਖਤਿਆਰੀ ਹੈ, ਸਾਈਕਲ ਸਾਡੇ ਬਣੂਗਾ, ਅਸੀਂ ਕਿਉਂ ਲੁਧਿਆਣੇ ਦਾ ਲਈਏ? ਹੌਜ਼ਰੀ ਅਸੀਂ ਲਾ ਲਾਂਗੇ ਪਲਾਂਟ, ਉਹ ਕਿਤੇ ਲਾ ਨਹੀਂ ਸਕਦੇ। ਪਰ ਇੱਕ ਸੈਂਟਰ ਗਵਰਨਮੈਂਟ ਨੇ ਕਲਸਟਰ ਬਣਾਏ ਹੋਏ ਆ ਵੀ ਇੱਥੇ ਸਾਈਕਲ ਆ, ਇੱਥੇ ਸਾਈਕਲ ਬਣੋ, ਇੱਥੇ ਹੌਜ਼ਰੀ ਬਣੋ, ਕਿਤੇ ਜਿਹੜਾ IT ਆ IT ਚੱਲੂਗੀ। ਇਹ ਦੇਸ਼ ਤਾਂ ਚੱਲਦਾ ਏ, ਐਂ ਹੀ ਅਮਰੀਕਾ ਏ, ਐਂ ਹੀ ਹੋਰ ਸਾਰੇ ਦੇਸ਼ ਨੇ। ਇਸ ਕਰਕੇ ਖੁਦ ਮੁਖਤਿਆਰੀ ਦੀ ਗੱਲ ਬਹੁਤ ਹੱਦ ਤੱਕ ਲੋਕ ਕਰਦੇ ਆ, ਪਰ ਉਹਨੂੰ ਕਿਸ ਤਰੀਕੇ ਨਾਲ, ਕਿਸ ਹੱਦ ਤੱਕ ਜਾਣਾ, ਸਮਝਣਾ। ਨਹੀਂ ਤਾਂ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਤਾਂ ਆਪਾਂ ਆਪਣੇ ਕੋਲ ਤਾਂ ਇਸ ਵੇਲੇ ਜਿਹੜਾ ਪਾਣੀ ਆਪਾਂ ਮੁਕਾ ਲਿਆ, ਜ਼ਮੀਨ ਆਪਣੀ ਜ਼ਹਿਰੀਲੀ ਹੋ ਗਈ, ਆਪਣੇ ਕੋਲ ਹੈ ਕੀ? 70,000 ਕਰੋੜ ਇਸ ਵਾਰ ਜਿਹੜੇ ਅੰਕੜੇ ਆਉਣਗੇ ਨਾ, ਇੰਨੀ ਬੰਪਰ ਕ੍ਰੌਪ ਹੋਈ ਆ ਇਸ ਵਾਰ, ਆਪਾਂ 70,000 ਤੋਂ ਟੱਪ ਕੇ 80,000 ਕਰੋੜ ਸਾਲ ਦੀ, 80,000 ਕਰੋੜ ਦੀ ਫਸਲ ਹੋਊਗੀ ਆਪਣੀ। ਤੇ ਆਪਣਾ ਟੋਟਲ ਬਜਟ ਆ ਜਿਹੜਾ, ਮੈਂ ਕਹਿ ਕੇ ਥੱਕ ਗਿਆ ਵੀ ਉਹ 64-65,000 ਕਰੋੜ ਦਾ ਏ। ਇੱਕ ਮਿੰਟ ਸੁਣ ਲਿਓ, 22,000 ਕਰੋੜ ਤਨਖਾਹਾਂ ਚਲਾ ਗਿਆ, 21,000 ਕਰੋੜ ਚਲੇ ਜਾਂਦਾ ਜਿੰਨਾ ਵੀ ਆਪਣੇ ਤੇ ਕਰਜ਼ਾ ਉਹਦਾ ਕਿਸ਼ਤਾਂ ਮੋੜਨ ਨੂੰ। ਤੁਹਾਡਾ 10,000 ਕਰੋੜ ਰੁਪਇਆ ਚਲਿਆ ਜਾਂਦਾ ਜਿਹੜੇ ਮੁਲਾਜ਼ਮ ਨੇ ਸਾਰੇ ਪੈਨਸ਼ਨਾਂ ਦੇਣ ਨੂੰ। 6,000 ਕਰੋੜ ਚਲੇ ਜਾਂਦਾ ਤੁਹਾਡਾ ਜਿਹੜਾ ਤੁਸੀਂ ਮੋਟਰਾਂ ਦਾ ਬਿੱਲ ਫ੍ਰੀ ਆ। 2,500 ਕਰੋੜ ਚਲਿਆ ਜਾਂਦਾ ਤੁਹਾਡਾ ਬੁਢਾਪਾ ਪੈਨਸ਼ਨ ਸ਼ਗਨ ਸਕੀਮ ਤੇ ਵਿਧਵਾ ਪੈਨਸ਼ਨ ਛੋੜ। ਤੇ 10,000 ਕਰੋੜ ਰੁਪਇਆ ਤੁਹਾਡਾ ਟੋਟਲ ਸਰਕਾਰ ਦਾ, ਕਿਤੇ ਤੇਲ, ਪੱਖਾ, ਦਫ਼ਤਰ, ਜਿੰਨੇ ਵੀ ਹਸਪਤਾਲ ਤੋਂ ਲੈ ਕੇ ਚੱਲਦਾ 10,000 ਕਰੋੜ, ਤਾਂ ਵੀ 70,000 ਕਰੋੜ ਰੁਪਇਆ ਨਹੀਂ ਬਣਦਾ। ਤੇ 70,000 ਕਰੋੜ ਦੀ ਫਸਲ ਖਰੀਦਣ ਨੂੰ ਆਪਾਂ ਦੇਸ਼ ਤੋਂ ਜੇ ਬਗੈਰ ਕੌਣ ਖਰੀਦੂਗਾ? ਇਹ ਆਪਣੇ ਕੋਲ ਤਾਂ ਧੇਲਾ ਨਹੀਂ ਗਾ ਦੇਣ ਨੂੰ, ਜ਼ਿਮੀਂਦਾਰ ਖਤਮ ਹੋ ਜੂ ਉਦਣ ਹੀ, ਮਰ ਜੂ ਉਦਣ, ਸਾਰਾ ਕੁਝ ਖਤਮ। 2.5% ਆ ਜਿਹੜਾ ਉਹ ਆੜ੍ਹਤੀਆਂ ਦੇ ਜਾਂਦਾ, ਉਹੀ ਖਰੀਦ ਸ਼ਹਿਰਾਂ 'ਚ ਹੁੰਦੀ ਆ ਜਿਹੜਾ ਆਪਾਂ ਸਾਰਾ ਕੁਝ ਖਰੀਦਦੇ ਹਾਂ। ਇਸ ਕਰਕੇ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ, ਜਦੋਂ ਤੁਸੀਂ ਬਹਿਨੇ ਹੋ ਨਾ ਟੇਬਲ ਤੇ, ਫਿਰ ਪਤਾ ਲੱਗਦਾ ਤੁਹਾਨੂੰ। ਬਿੱਟੂ ਜੀ, ਜਿਹੜੀ ਤੁਸੀਂ ਗੱਲ ਕੀਤੀ ਆ MSP ਦੀ ਗੱਲ ਕੀਤੀ ਆ, ਆਮ ਆਦਮੀ ਪਾਰਟੀ ਦੀ ਆਗੂ ਹੈਗੇ ਨੇ, ਉਹ ਕਹਿੰਦੇ ਅਨਮੋਲ ਗਗਨ ਮਾਨ, ਉਹ ਕਹਿ ਰਹੇ ਆ ਵੀ ਅਸੀਂ 5 ਮਿੰਟਾਂ ਵਿੱਚ ਜਿਹੜੀ MSP ਆ ਸਾਰੀਆਂ ਫਸਲਾਂ ਤੇ ਦੇ ਦਾਂਗੇ। ਹਾਊ ਇਟ ਪੋਸੀਬਲ, ਕਿੱਦਾਂ ਹੋ ਸਕਦਾ ਹੈ? ਉਹੀ ਤਾਂ ਕਹਿੰਦਾ ਨਾ ਬੀਬੀ ਜੀ ਨੂੰ, ਇਹ ਕੌਣ ਸਮਝਾਉਣ ਵਾਲਾ ਹੋਵੇ? ਇਹ ਕਈ ਕਹਿੰਦੇ ਆ ਜੀ ਰੇਤਾ, ਸ਼ਰਾਬ, ਇਹਨਾਂ 'ਚੋਂ ਨਿਚੋੜ ਜਿਹੜਾ ਚੋਰੀ ਪੈਸਾ ਵੀ ਕੋਈ ਕਰਦਾ ਨਾ, ਉਹ ਵੱਧ ਤੋਂ ਵੱਧ ਚੋਰੀ ਸਾਰੀ ਉਹ ਲਾ ਲਓ। ਕਈ ਵਾਰ ਸਿੱਧੂ ਸਾਹਿਬ ਵੀ ਕਰਦੇ ਹੁੰਦੇ ਆ, ਹੋਰ ਕਰਦੇ ਆ। ਮੈਂ ਕਹਿੰਦਾ ਤੁਸੀਂ ਸਾਰਾ ਹੀ ਹੋਰ ਲਾ ਕੇ ਆ ਜਿੰਨਾ ਵੀ ਜਿਹੜਾ ਆਉਂਦਾ ਨਾ, ਇਹ ਉਹਦੇ ਨਾਲ ਹੀ ਚੱਲਦਾ। ਜਿਹੜਾ 60-65,000 ਕਰੋੜ ਆ, ਇਹ ਐਕਸਾਈਜ਼ ਦੀ ਉਹ ਕਮਾਈ ਆ ਤੁਹਾਡੇ ਕੋਲ, ਰੇਤੇ ਦੀ ਜਾਂ ਸ਼ਰਾਬ ਦੀ ਜਾਂ ਹੋਰ ਤਾਂ ਕਮਾਈ ਉਹ ਹੈ ਨਹੀਂ। ਇਹਨੂੰ ਹੋਰ ਲਾ ਲਓ। ਲੈ ਜੇ ਸਾਰਾ ਕੁਝ ਹੀ, ਮੈਂ ਕਹਿੰਦਾ ਇੰਨਾ ਵੀ ਹੈ ਨਹੀਂ, ਜੇ ਕੌਣ ਸਰਕਾਰ ਨਾ ਕਰੇ, ਮੈਂ ਲਾ ਲਓ 10,000 ਕਰੋੜ ਰੁਪਈਆ ਹੋਰ ਲਾ ਲਓ ਵੀ ਆਪਾਂ ਨੂੰ, ਮਤਲਬ ਲਾ ਲਓ ਜਿਹੜਾ ਲੋਕ ਕਹਿੰਦੇ ਆ ਉਹਨਾਂ ਦੀ ਗੱਲ ਵੀ ਮੰਨ ਲਓ ਵੀ 10,000 ਕਰੋੜ ਰੁਪਈਆ ਆਪਾਂ ਹੋਰ ਸ਼ਰਾਬ ਮਹਿੰਗੀ ਕਰਤੀ, ਹੋਰ ਆਪਾਂ ਰੇਤਾ ਮਹਿੰਗਾ ਕਰਤਾ, ਜਾਂ ਹੋਰ ਜਿਹੜੀਆਂ ਚੀਜ਼ਾਂ ਇਹ ਕਰਤੀਆਂ, ਤੇ ਫਿਰ ਵੀ ਆਪਾਂ ਤਾਂ 70,000 ਕਰੋੜ ਫਿਰ ਆਪਾਂ ਕਿੱਥੋਂ ਲਿਆਉਣਾ ਹੈ? ਇਸ ਕਰਕੇ ਉਹ ਤਾਂ ਨਵੇਂ ਜਦੋਂ ਆਉਂਦੇ ਆ, ਨਵਾਂ ਜੋਸ਼ ਹੁੰਦਾ। ਉਹ ਕੇਜਰੀਵਾਲ ਤਾਂ ਉੱਥੇ ਦੇਖੋ ਝੂਠ ਬੋਲੀ ਜਾਂਦਾ, ਉਹਦੇ ਤਾਂ ਤੁਹਾਨੂੰ ਇੰਨਾ ਪਤਾ ਹੈ ਕੁਛ ਹਜ਼ਾਰ ਕਿੱਲੇ, ਸ਼ਾਇਦ ਕੁਛ ਹਜ਼ਾਰ ਕਿੱਲੇ ਜਿਹੜੀ ਉਹਦੇ ਜ਼ਮੀਨ ਆ ਦਿੱਲੀ ਦੇ ਵਿੱਚ, ਤੁਹਾਨੂੰ ਵੀ ਪਤਾ ਕਿੰਨੀ ਕੁ ਜ਼ਮੀਨ ਆ। ਅਤੇ ਉਹਦੇ ਲਈ ਜੇ ਪੈਸੇ ਦੇਣੇ ਵੀ ਪੈ ਜਾਣ, ਕਰੋੜ 2-4 ਕਰੋੜ ਰੁਪਈਆ, ਤੇ ਉਹ 'ਚ ਕਿੱਡੀ ਕੁ ਬੜੀ ਗੱਲ ਆ। ਇਸ ਕਰਕੇ
ਫਿਰ ਇਹੀ ਪਾਰਟੀ ਆ ਜਦੋਂ ਮਜੀਠੀਏ ਦੇ ਪੈਰਾਂ 'ਚ ਪੈ ਗਈ, ਫਿਰ ਮਿੰਨਤਾਂ ਕੱਢ ਲੀਆਂ। ਇਹੀ ਪਾਰਟੀ ਆ ਜਿਨ੍ਹਾਂ ਨੂੰ ਪ੍ਰਧਾਨ ਛੋਟੇਪੁਰ ਸਾਹਿਬ ਉਹਨਾਂ ਨੇ ਪੈਦਾ ਕੀਤੀ, ਉਹ ਭਜਾ ਤੇ ਇਹਨਾਂ ਦਾ ਇੱਕ ਮੰਨਦਾ ਜੇ ਇਹ ਪਾਰਟੀ ਹੈ ਤਾਂ ਭਗਵੰਤ ਮਾਨ ਦੇ ਨਾਂ ਤੇ ਆ, ਕੁਛ ਵੀ ਕਹਿ ਲਓ। ਜੇ ਕੋਈ ਪਾਰਟੀ ਦਾ ਨਾਂ ਜਾਂ ਵੋਟ ਆ ਉਹ ਭਗਵੰਤ ਮਾਨ ਦੇ ਨਾਂ ਤੇ। ਤੁਹਾਡੇ ਆੜੀ ਵੀ ਨੇ ਭਗਵੰਤ ਮਾਨ ਜੀ, ਪਤਾ ਲੱਗਿਆ ਤੁਸੀਂ ਤਾਂ ਨਹੀਂ ਕਹਿ ਰਹੇ ਕਿਤੇ? ਨਹੀਂ ਦੇਖੋ, ਐਡੀ ਵੱਡੀ ਵੇਵ 'ਚ ਜੇ ਕੋਈ ਬੰਦਾ ਦੂਜੀ ਵਾਰ ਜਿੱਤ ਕੇ ਆਉਂਦਾ ਤੇ ਬਾਕੀ ਕਿਉਂ ਨਹੀਂ ਜਿੱਤੇ? ਫਿਰ ਸੰਗਰੂਰ ਤੋਂ ਸਾਡੇ ਐਡੇ ਤਕੜੇ ਕੈਂਡੀਡੇਟ ਸੀ, ਕੇਵਲ ਢਿੱਲੋਂ ਜੀ, ਹੋਰ ਬਾਕੀ ਤੇ ਬੜੇ ਬੜੇ ਕੈਂਡੀਡੇਟ, ਫੂਲ ਕਾਸਾ, ਹੋਰ ਕਿੱਡੇ ਕਿੱਡੇ ਸੀ ਬੜੇ, ਜਿਹੜੇ ਉਸ ਵੇਲੇ ਸਭ ਰੁੜ ਗਏ, ਕੋਈ ਪਾਰਟੀ ਛੱਡ ਗਏ। ਤੇ ਜੇ ਬੰਦਾ ਕੋਈ ਜਿੱਤਦਾ ਦੂਜੀ ਵਾਰ, ਇਹਨਾਂ 'ਚੋਂ ਦਿਖਾ ਦਿਓ ਮੈਨੂੰ ਐਮਐਲਏ ਦੂਜੀ ਵਾਰ ਜਿੱਤਦਾ ਕੋਈ, ਜਿਹੜੇ ਅੱਜ ਲੀਡਰ ਨੇ ਨਾ, ਜੇ ਦੂਜੀ ਵਾਰੀ ਜਿੱਤ ਕੇ ਆ ਜਾਣਗੇ ਫਿਰ ਮੈਨੂੰ ਕਿਹੋ ਨਾ 2-3 ਤੇ ਉਹ ਤਾਂ ਉਹਦੀ ਕ੍ਰੈਡੀਬਿਲਟੀ ਸੀ, ਜਿਹੜਾ ਉਹਨਾਂ ਨੂੰ ਲੋਕ ਪਸੰਦ ਕਰਦੇ ਸੀ, ਚਾਹੇ ਕਾਮੇਡੀ ਪਸੰਦ ਕਰਦੇ, ਚਾਹੇ ਦੇਸੀ ਗੱਲਾਂ ਪਸੰਦ ਕਰਦੇ ਆ, ਚਾਹੇ ਉਸਦੀ ਇਮਾਨਦਾਰੀ ਪਸੰਦ ਕਰਦੇ ਆ। ਉਹ ਤਾਂ ਉਹਦੇ ਕਰਕੇ ਉਹ ਸੰਗਰੂਰ ਤੇ ਆਮ ਆਦਮੀ ਆ। ਉਦੋਂ ਬਾਅਦ ਆਮ ਆਦਮੀ ਕਿੱਥੇ ਆ? ਕਿਤੇ ਵੀ ਨਹੀਂ ਗਾ। ਐਮਪੀ ਸਾਹਿਬ, ਬਿਹਾਰ ਚੋਣਾਂ ਦੀ ਗੱਲ ਕਰਾਂਗੇ। ਬੀਤੇ ਦਿਨ ਨਤੀਜੇ ਆਏ ਨੇ, ਚਰਚਾ ਇਹ ਹੋ ਰਹੀ ਹੈ ਵੀ 70 ਸੀਟਾਂ ਕਾਂਗਰਸ ਪਾਰਟੀ ਨੂੰ ਦਿੱਤੀਆਂ ਗਈਆਂ, ਉਹਦੇ ਵਿੱਚੋਂ 20 ਜਿੱਤੀਆਂ, 19 ਕੇ 20 ਜਿੱਤੀਆਂ ਕਾਂਗਰਸ ਪਾਰਟੀ ਨੇ। ਕਾਂਗਰਸ ਪਾਰਟੀ ਤੇਜਸਵੀ ਯਾਦਵ ਨੂੰ ਲੈ ਕੇ ਬਹਿ ਗਈ, ਨਹੀਂ ਤਾਂ ਉਹਦੀ ਸਰਕਾਰ ਅੱਜ ਬਣ ਜਾਣੀ ਸੀ। ਨਹੀਂ, ਹੁਣ ਇਹ ਤਾਂ ਰਿਜ਼ਲਟ ਹੀ ਮੂਹਰੇ ਆਪਣੇ ਮੰਨਣਾ ਪਊਗਾ ਇਸ ਗੱਲ ਨੂੰ ਵੀ ਸਾਡੀ ਪਰਫਾਰਮੈਂਸ ਆ ਜਿਹੜੀ। ਅੱਜ ਉੱਥੇ ਬੀਜੇਪੀ ਦੇ ਲੀਡਰ ਵੀ ਬੋਲੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਟਿਕਟਾਂ ਦੀ ਗਲਤ ਵੰਡ ਹੋਈ ਆ, ਜੋ ਉਹਨਾਂ ਦੇ ਮੂੰਹ ਦੀ ਮੈਂ ਗੱਲ ਦੱਸ ਰਿਹਾ। ਜਿਹੜੇ ਲੋਕਲ ਲੀਡਰ ਆ ਤੇ ਜਿਹੜੀਆਂ ਦਿੱਲੀ ਤੋਂ ਲੀਡਰ ਆਏ, ਉਹਨਾਂ ਨੇ ਟਿਕਟਾਂ ਦਿੱਤੀਆਂ, ਉਹ ਗਲਤ ਟਿਕਟਾਂ ਦੀ ਵੰਡ ਹੋਈ। ਤੇ ਇਹ ਤਾਂ ਗੱਲਾਂ ਸਾਰੀਆਂ ਅੱਜ ਖੁਲਾਸਾ ਹੈ ਜਿਹੜਾ ਉੱਥੇ ਦੇ ਬੀਜੇਪੀ ਦੀ ਜਿੱਤ ਹੋਈ ਆ, ਜਿਹੜੀ ਜਿਹੜਾ ਸਾਡਾ ਸੂਬਾ ਪ੍ਰਧਾਨ ਆ ਉੱਥੇ ਦਾ, ਉਹ ਇਹ ਗੱਲਾਂ ਕਹਿ ਰਿਹਾ। ਇਹ ਪਤਾ ਨਹੀਂ, ਇਹ ਦੇਖੋ ਬਹੁਤ ਵੱਡੀ ਚੇਂਜ ਆ ਜਿਹੜੀ ਕਾਂਗਰਸ ਨੂੰ ਓਪਨਲੀ ਕਹਿਣਾ। ਕਈ ਕਹਿੰਦੇ ਅੰਦਰ ਬਹਿ ਕੇ ਗੱਲਾਂ ਕਰਨੀਆਂ ਚਾਹੀਦੀਆਂ, ਹੁਣ ਅੰਦਰ ਬਹਿਣ ਵਾਲਾ ਕੰਮ ਖਤਮ ਹੋ ਗਿਆ ਕਾਂਗਰਸ ਦਾ। ਹੁਣ ਤਾਂ ਕੋਠੇ ਤੇ ਖੜ ਕੇ ਦਵਾਈ ਪਾਉਣੀ ਪਊਗੀ ਜੇ ਕਾਂਗਰਸ ਬਚਾਉਣੀ ਆ। ਪੰਜਾਬ 'ਚ ਤਾਂ ਕਾਂਗਰਸ ਹੈਗੀ ਆ, ਪੰਜਾਬ 'ਚ ਪਹਿਲਾਂ ਵੀ ਐਮਪੀ ਦਿੱਤੇ। ਪੰਜਾਬ 'ਚ ਵੀ ਚੇਂਜ ਦੀ ਗੱਲ ਕਰਦੇ ਆ, ਨਵਜੋਤ ਸਿੱਧੂ ਦਾ ਨਾਮ ਲੈ ਕੇ ਆ ਰਹੇ ਆ ਵਾਰ-ਵਾਰ ਅੱਗੇ। ਨਹੀਂ, ਪੰਜਾਬ 'ਚ ਤਾਂ ਦੇਖੋ ਆਪਾਂ ਐਵੇਂ ਕਹਿ ਦਈਏ ਤੁਨਾ ਜੀ, ਤੁਹਾਨੂੰ ਵੀ ਪਤਾ ਵੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਂ 'ਤੇ ਵੋਟ ਪਈ, ਸਰਕਾਰ ਬਣੀ ਕਾਂਗਰਸ ਦੇ ਨਾਂ 'ਤੇ ਪਈ, ਮੁੱਖ ਮੰਤਰੀ ਉਹਨਾਂ ਨੂੰ ਐਲਾਨਿਆ ਗਿਆ। 5 ਸਾਲ ਉਹਨਾਂ ਦੀ ਟਰਮ ਪੂਰੀ, ਸਾਲ ਤੋਂ ਉੱਤੇ ਦਾ ਟਾਈਮ ਰਹਿੰਦਾ। ਉਦੋਂ ਬਾਅਦ ਅੱਜ ਉਹ ਐਡੇ ਕਦਾਵਰ ਲੀਡਰ ਨੇ ਦੇਸ਼ ਦੇ ਵਿੱਚ, ਜੋ ਕਾਂਗਰਸ ਦੇ ਹਾਲਾਤ ਨੇ। ਸੱਚਾਈ ਤਾਂ ਇਹ ਹੈ ਵੀ ਜੋ ਉਹ ਚਾਹਣਗੇ, ਜੇ ਉਹ ਚਾਹਣਗੇ ਵੀ ਮੈਂ ਇਲੈਕਸ਼ਨ ਅਗਲੀ ਲੜਨੀ ਆ, ਜੋ ਉਹਨਾਂ ਦੀ ਮਰਜ਼ੀ। ਜੇ ਉਹ ਕਹਿਣਗੇ ਵੀ ਕਿਸੇ ਨੂੰ ਮੈਂ ਅੱਗੇ ਕਰਨਾ ਹੈ, ਉਹ ਉਹਨਾਂ ਦੀ ਮਰਜ਼ੀ। ਉਹਨਾਂ ਤੋਂ ਬਗੈਰ ਇਹ ਸਿੱਧੀ ਗੱਲ ਆ, ਪੰਜਾਬ ਦੇ ਕਾਂਗਰਸ ਦਾ ਹੋਰ ਕੋਈ ਰਾਹ ਨਹੀਂ ਗਾ। ਕੋਈ ਕੁਛ ਕਹੀ ਜਾਵੇ, ਕੁਛ ਨਾ ਕਹੀ ਜਾਵੇ, ਕੋਈ ਹਾਈ ਕਮਾਂਡ ਕੁਛ ਕਹੀ ਜਾਵੇ, ਨਾ ਕਹੀ ਜਾਵੇ, ਉਹ ਸਾਰੀਆਂ ਗੱਲਾਂ ਮੰਨਣ ਯੋਗ ਨੇ, ਕਹਿਣ ਯੋਗ ਨੇ। ਪਰ ਅਸਲੀ ਸੱਚਾਈ ਅੱਜ ਦੀ ਹਾਲਾਤ 'ਚ ਇਹ ਆ, ਕੋਵਿਡ ਹੋਇਆ, ਦੂਜਾ ਹੋਇਆ, ਤੁਹਾਨੂੰ ਪਤਾ ਵੀ ਇਸ ਵੇਲੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਬਾਕੀ ਪਾਰਟੀਆਂ ਦਾ ਹਾਲਾਤ ਕੀ ਆ। ਅਤੇ ਦੂਜੇ ਜਿਹੜੇ ਐਮਐਲਏ ਨੇ 90% ਤੋਂ ਉੱਤੇ ਉਹਨਾਂ ਦੇ ਨਾਲ ਨੇ, ਐਮਪੀ ਨੇ ਅਸੀਂ ਸਾਰੇ ਉਹਨਾਂ ਦੇ ਨਾਲ ਹਾਂ। ਅਤੇ ਇਸ ਕਰਕੇ ਕੋਈ ਕੁਐਸਚਨ ਹੀ ਨਹੀਂ, ਕਿਸੇ ਹੋਰ ਦਾ ਰਾਈਜ਼ ਹੀ ਨਹੀਂ ਹੁੰਦਾ। ਨਾਲੇ ਅਸੀਂ ਬਾਹਰਲਿਆਂ ਨੂੰ ਕਦੋਂ ਬਰਦਾਸ਼ਤ ਕਰਾਂਗੇ ਜੀ? ਅਸੀਂ ਤਾਂ ਸਾਫ਼ ਤੌਰ 'ਤੇ ਤੁਹਾਡੇ ਚੈਨਲ 'ਤੇ ਕਹਿੰਦੇ ਹਾਂ ਵੀ ਅਸੀਂ ਬਿਲਕੁਲ ਨਾ ਮਿਨਿਸਟਰੀ ਕਿਸੇ ਨੂੰ ਬਰਦਾਸ਼ਤ ਕਰੀਏ। ਹੋਰ ਪੁਰਾਣੇ ਕਾਂਗਰਸੀ ਅਸੀਂ ਬਥੇਰਾ ਚਿਰ ਦੇਖ ਲਿਆ, 10 ਸਾਲ ਛਿੱਤਰ ਕਾਂਗਰਸੀਆਂ ਨੇ ਖਾਧੇ, ਅਸੀਂ ਖਾਧੇ। ਮਿਨਿਸਟਰੀ ਕੈਪਟਨ ਅਮਰਿੰਦਰ ਦੇ ਨਾਲ ਦੋਨੋਂ ਇੱਧਰ ਦੇ ਸੱਜੇ ਤੇ ਖੱਬੇ ਜਿਹੜੀਆਂ ਸੀਟਾਂ ਏ, ਉਹ ਹੋਰ ਬਾਹਰੋਂ ਆ ਕੇ ਜਿਹੜੇ ਦਿਨਾਂ 'ਚ ਆ ਕੇ ਲੈ ਕੇ ਬਹਿ ਗਏ। ਅਤੇ ਅਸੀਂ ਤਾਂ, ਮੈਂ ਤਾਂ ਹੁਣ ਵੀ ਕਿਹਾ ਵੀ ਜੇ ਕੋਈ ਮਿਨਿਸਟਰੀ ਬਣੂਗੀ, ਹਾਈ ਕਮਾਂਡ ਦੇ ਮੂਹਰੇ ਬੇਨਤੀ ਆ ਹੱਥ ਜੋੜ ਕੇ ਹਰੀਸ਼ ਰਾਵਤ ਜੀ ਦੇ ਮੂਹਰੇ, ਵੀ ਇਹ ਗਲਤੀ ਨਾ ਕਰਿਓ ਵੀ ਕਿਸੇ ਕੱਲ੍ਹ ਆਏ ਨੂੰ ਦੁਬਾਰਾ। ਕਿਉਂਕਿ ਬੜੇ ਤੋਂ ਵੱਡੇ ਕਾਂਗਰਸੀ ਪਰਿਵਾਰ, ਚਾਹੇ ਉਹ ਚੌਧਰੀ ਪਰਿਵਾਰ ਆ, ਚਾਹੇ ਉਹ ਬਾਜਵਾ ਪਰਿਵਾਰ ਆ, ਚਾਹੇ ਉਹ ਸਰ ਬੇਅੰਤ ਸਿੰਘ ਪਰਿਵਾਰ ਆ, ਚਾਹੇ ਅੱਜ ਚੰਗੇ ਨੌਜਵਾਨ ਨਿਕਲ ਕੇ ਜਿਹੜੇ ਆਪਣੇ ਆਪ ਨੂੰ ਜਿਨ੍ਹਾਂ ਨੇ ਪ੍ਰੂਵ ਕੀਤਾ ਏ ਪਾਰਟੀ ਲਈ, ਉਹਨਾਂ ਨੂੰ ਦੇਵਾਂਗੇ। ਇਹ ਥੋੜ੍ਹੀ ਆ ਵੀ ਜੇ ਰੋਜ਼ ਜੇ ਕੋਈ ਵੀ ਬਿਆਨ ਦੇ ਦਿਓ, ਜਿੱਧਰ ਮਰਜ਼ੀ ਕੋਈ ਚਲੇ ਜਾਓ, ਕੁਛ ਕਹਿ ਦਿਓ, ਪਾਰਟੀ ਡਿਸਪਲਿਨ ਭੰਗ ਕਰ ਦਿਓ, ਉਹਨਾਂ ਨੂੰ ਮਿਨਿਸਟਰੀ। ਦੇਖੋ ਅਗਲੀ ਹੁਣ 1 ਸਾਲ ਰਹਿ ਗਿਆ, ਠੀਕ ਆ। ਇਸ ਵੇਲੇ ਬਹੁਤ ਵਧੀਆ ਕੰਮ ਕੋਵਿਡ ਸਰਕਾਰ ਨੇ ਕੀਤਾ, ਸ਼੍ਰੇਅ ਮਿਲ ਰਿਹਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਪਰ ਅਸਲੀ ਗੱਲ ਫੇਰ ਬੂਥ ਲਾਉਣ ਵਾਲਿਆਂ 'ਤੇ ਆਉਣੀ ਆ, ਇਸ ਸਾਲ ਵਰਕਰ 'ਤੇ ਆਉਣੀ ਆ।
ਤੇ ਇਸ ਕਰਕੇ ਵਰਕਰ ਠੀਕ ਆ ਦਿਨਾਂ ਦੇ ਵਿੱਚ ਵਰਕਰ ਦੀ ਬੜੀ, ਮੈਂ ਸਮਝਦਾ ਪਿੰਡਾਂ 'ਚ ਵੀ ਜੋ ਉਹਨਾਂ ਨੇ ਕਿਹਾ ਹੋਇਆ, ਕੱਲੇ ਜਿਹੜਾ ਸਮਾਨ ਖਾਣ ਪੀਣ ਦਾ ਜਿਹੜੀ ਲੋੜ ਸੀ ਉਹ ਕਾਂਗਰਸੀ ਕੌਂਸਲਰਾਂ ਸਰਪੰਚਾਂ ਨੇ ਪੂਰਾ ਇਸ ਗੱਲ 'ਚ ਪਹੁੰਚਾਇਆ। ਤੇ ਹੁਣ ਪਿੰਡਾਂ ਦੇ ਵਿੱਚ ਗ੍ਰਾਂਟਾਂ ਵੀ ਐਵੇਂ ਕਹੀਏ ਪੈਸਾ ਕਾਫੀ ਜਿਹੜਾ ਉਹ ਆ ਰਿਹਾ, ਆਪਾਂ ਪਤਾ ਵੀ ਕਰ ਸਕਦੇ ਹਾਂ, 15ਵਾਂ ਵਿੱਤ ਕਮਿਸ਼ਨ ਦੇ ਪੈਸੇ, ਹੋਰ ਪੈਸੇ, ਕਾਫੀ ਕੰਮ ਜਿਹੜਾ ਹੈ ਉਹ ਚੱਲਣਾ। ਤੇ ਪਰ ਹਜੇ ਵੀ ਜੇ ਸਾਡੇ ਕੋਲ ਟਾਈਮ ਹੈ, ਕੋਈ ਪੁਰਾਣਾ ਕਾਂਗਰਸੀ ਵਰਕਰ ਜਿਹੜਾ ਇਗਨੋਰ ਆ, ਜਿਹੜੀ ਦੀ ਨਹੀਂ ਸੁਣੀ ਗਈ, ਉਹ ਆਪਣੇ ਹਲਕਾ ਇੰਚਾਰਜ ਨੂੰ ਉਹਨੂੰ ਲਿਜਾ ਕੇ ਅਹੁਦਾ ਵੀ ਦਿਵਾਉਣਾ ਚਾਹੀਦਾ ਹੈ। ਸਰਕਾਰਾਂ ਬੜਾ 12 ਵਾਰ ਤਾਂ ਆਉਂਦੀਆਂ ਨਹੀਂ, ਜੇ ਸਰਕਾਰ 'ਚ ਅਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਾਂਗੇ ਤਾਂ ਮੈਂ ਸਮਝਦਾ ਫਿਰ ਇਹੋ ਜਿਹੀਆਂ ਸਰਕਾਰਾਂ ਦਾ ਵੀ ਕੀ ਫਾਇਦਾ। ਤੇ ਇਸ ਕਰਕੇ ਇਹ ਮੌਕਾ ਹੀ ਹੁੰਦਾ ਹੈ, ਹੋਰ ਅਸੀਂ ਕੀ ਦੇ ਦੇਣਾ ਕਿਸੇ ਨੂੰ। MP ਸਾਹਿਬ ਪਿਛਲੇ ਦਿਨ ਹੀ ਆਏ ਸੀ, ਬਿਕਰਮ ਮਜੀਠੀਆ ਨੇ ਧਰਨਾ ਲਾਇਆ ਸੀਗਾ ਮੰਤਰੀ ਆਸ਼ੂ ਖਿਲਾਫ, ਤੇ ਉਹਨਾਂ ਨੇ ਤੁਹਾਡੀ ਤੇ ਮੰਤਰੀ ਆਸ਼ੂ ਜਿਹੜੀ ਦੋਸਤੀ ਆ ਉਹ 'ਤੇ ਸਵਾਲੇ ਨਿਸ਼ਾਨ ਚੱਕਿਆ ਵਾ। ਉਹਨਾਂ ਨੇ ਹਵਾਲਾ ਦਿੱਤਾ ਦਾਖਾ ਚੋਣ ਦਾ ਵੀ, ਦਾਖਾ ਚੋਣ ਮੰਤਰੀ ਆਸ਼ੂ ਦੀਆਂ ਜਿਹੜੀਆਂ ਉੱਥੇ ਗਲਤੀਆਂ ਉਹਨਾਂ ਵੱਲੋਂ ਕਹੀਆਂ ਗਈਆਂ ਵੀ ਉਹਨੇ ਜੋ ਉੱਥੇ ਕੀਤਾ ਉਹਦੇ ਕਰਕੇ ਹਾਰੇ ਨੇ, ਤੇ ਹੁਣ ਜਿਹੜੀ ਅਗਲੀ ਵਾਰੀ ਆ ਮੰਤਰੀ ਆਸ਼ੂ ਰਵਨੀਤ ਸਿੰਘ ਬਿੱਟੂ ਲਈ ਲਾਉਣ ਜਾ ਰਹੇ ਨੇ, ਉਹਨਾਂ ਨੂੰ ਖਤਮ ਕਰਨ 'ਤੇ ਤੁਲੇ ਹੋਏ ਨੇ। ਦੇਖੋ, ਮੈਂ ਮਜੀਠੀਆ ਸਾਹਿਬ ਬੜੇ ਸਤਿਕਾਰਯੋਗ ਨੇ, ਭਰਾ ਨੇ, ਮੈਂ ਕਹਿੰਦਾ ਹੈਰਾਨ ਹੀ ਹੋ ਗਿਆ ਉਦੋਂ ਮੈਂ ਸੁਣ ਕੇ। ਚਲੋ ਉਹਨਾਂ ਦੇ ਫਰਜ਼ ਬਣਦਾ ਇਹ ਡਿਊਟੀ। ਪਹਿਲਾਂ ਇਲੈਕਸ਼ਨ ਤਾਂ ਬਿੱਟੂ ਦੀ ਨਹੀਂ ਗਈ, ਪਹਿਲਾਂ ਇਲੈਕਸ਼ਨ ਤਾਂ ਆਸ਼ੂ ਜੀ ਦੀ ਆ। ਤੁਹਾਨੂੰ ਪਤਾ ਵੀ ਵਿਧਾਨ ਸਭਾ ਆਉਣੀ ਆ, ਪਾਰਲੀਮੈਂਟ ਤਾਂ ਹਜੇ 4 ਸਾਲ ਬਾਅਦ ਆਉਣੀ ਆ। ਪੂਰਾ 100% ਟਿਲ ਦਾ ਜ਼ੋਰ ਲਾ ਕੇ ਪਾਰਟੀ ਆ ਜਿਹੜੀ, ਉਹ ਆਸ਼ੂ ਜੀ ਵੀ ਜਿੱਤਣਗੇ, ਉਹਨਾਂ ਨੂੰ ਵੀ ਜਿਤਾਊਂ, ਮੇਰੀ ਜ਼ਿੰਮੇਵਾਰੀ ਆ। ਸੰਦੀਪ ਸੰਧੂ ਜਿਹੜੀ ਕਸਰ ਰਹਿ ਗਈ ਉਹ ਵੀ ਕੱਢਾਂਗੇ, ਜਿਹੜੀ ਕੋਈ ਕਮੀ ਗਲਤੀ ਰਹੀ ਸਾਤੋਂ ਉਹਨੂੰ ਵੀ ਸੁਧਾਰਾਂਗੇ। ਤੇ ਇੱਕ ਟੀਮ ਬਣ ਕੇ ਜਿਹੜਾ ਅਸੀਂ ਪਹਿਲਾਂ ਵੀ ਕੰਮ ਕਰਦੇ ਹਾਂ, ਮੈਂ ਉਹਨਾਂ 'ਚੋਂ ਨਹੀਂ ਗਾ ਵੀ ਰੋਜ਼ ਬੰਦੇ ਬਦਲ ਦਈਏ, ਰੋਜ਼ ਭਰਾ ਨਹੀਂ ਕਦੇ ਬਦਲੇ ਜਾਂਦੇ, ਭਰਾ ਤਾਂ ਜਿਹੜੇ ਭਰਾ ਹੀ ਹੁੰਦੇ ਆ। ਇਸ ਕਰਕੇ ਮਜੀਠੀਆ ਸਾਹਿਬ, ਇੱਕ ਗੱਲ ਪਰ ਦੁੱਖ ਹੋਇਆ, ਉਹ ਜਿਹੜੇ ਬੁੱਢੇ ਘੋੜੇ ਆ ਨਾ, ਉਹਨਾਂ 'ਤੇ ਦਾਅ ਲਾਉਂਦੇ, ਉਹ ਚੱਲਣੇ ਨਹੀਂ, ਉਹ ਝੋਟੇ ਗਾਰੇ 'ਚ ਬਹਿ ਚੁੱਕੇ ਨੇ। ਪਰ ਉਦਣ ਦੁੱਖ ਵੀ ਲੱਗਿਆ ਜਦੋਂ ਉਹਨਾਂ ਦੇ ਮੂੰਹ 'ਚੋਂ ਗਾਲ ਨਿਕਲ ਗਈ। ਐਡੀ ਬੜੇ ਲੀਡਰ, ਪੁਰਾਣੇ, ਤੇ ਨੀਲੀਆਂ ਪੱਗਾਂ, ਮੂੰਹ 'ਤੇ ਸਾਰਾ ਦਾੜਾ ਦਾ ਪ੍ਰਕਾਸ਼, ਸਾਰਾ ਕੁਛ ਹੋਵੇ, ਤੇ ਤੁਸੀਂ ਇੱਕ ਇਹ ਭੁੱਲ ਜਾਓ ਵੀ ਲੋਕ ਸੁਣ ਰਹੇ ਆ ਤੁਹਾਨੂੰ, ਸ਼ਹਿਰ ਸੁਣ ਰਿਹਾ ਤੁਹਾਨੂੰ ਜਦੋਂ ਤੁਸੀਂ ਬੋਲ ਰਹੇ ਹੋ, ਤੇ ਮੂੰਹ 'ਚੋਂ ਤੁਸੀਂ ਗਾਲਾਂ ਕੱਢ ਰਹੇ ਹੋ। ਮੈਂ ਸਮਝਦਾ ਮਾਫੀ ਮਜੀਠੀਆ ਸਾਹਿਬ ਨੂੰ ਮੰਗਣੀ ਚਾਹੀਦੀ ਆ ਵੀ ਜਿਹੜੇ ਤੁਹਾਡੇ ਸਭ ਤੋਂ ਸੀਨੀਅਰ ਲੀਡਰ, ਉਹਦੇ ਮੂੰਹ 'ਚੋਂ ਗਾਲਾਂ ਨਿਕਲਣ, ਤੇ ਇਹ ਲੀਡਰ ਆਸ਼ੂ ਦੇ ਉਲਟ ਲੜਨਗੇ। ਇਹ ਸ਼ਹਿਰ 'ਚ ਲੀਡਰ ਇਲੈਕਸ਼ਨਾਂ ਲੜਨਗੇ ਜਿਹੜੇ ਮਾਈਕ 'ਤੇ ਖੜ੍ਹ ਕੇ ਗਾਲਾਂ ਕੱਢਦੇ ਆ। ਤੇ ਇਸ ਗੱਲ ਦੀ ਕਿਤੇ ਨਾ ਕਿਤੇ ਉਦਣ ਦੁੱਖ ਲੱਗਿਆ, ਸ਼ਰਮ ਆਈ ਵੀ ਇੱਕ ਸਭ ਤੋਂ ਇਹਨਾਂ ਦਾ ਸਪੋਕਸ ਪਰਸਨ, ਸੀਨੀਅਰ ਲੀਡਰ ਗਰੇਵਾਲ ਸਾਹਿਬ, ਸਤਿਕਾਰਯੋਗ, ਮੂੰਹ 'ਚੋਂ ਗਾਲਾਂ ਕੱਢਣ ਸ਼ੋਭਾ ਨਹੀਂ ਦਿੰਦੀ। MP ਸਾਹਿਬ, ਤੁਸੀਂ ਗੱਲ ਕੀਤੀ, ਤੁਸੀਂ ਆਸ਼ੂ ਜੀ ਨੂੰ ਜਿਤਾਓਗੇ। ਆਖਰੀ ਸਵਾਲ ਹੈ, ਚਰਚਾ ਇਹ ਵੀ ਛਿੜੀ ਹੋਈ ਹੈ ਵੀ 2022 ਦੀ ਜਿਹੜੀ ਵਿਧਾਨ ਸਭਾ ਚੋਣਾਂ ਨੇ, ਰਵਨੀਤ ਸਿੰਘ ਬਿੱਟੂ ਉਹਦੇ ਵਿੱਚ ਆਪਣਾ ਜਿਹੜਾ ਜ਼ੋਰ ਅਜ਼ਮਾਇਸ਼ ਕਰਨਗੇ। 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਲੁਧਿਆਣੇ ਦੇ ਕਿਸੇ ਜ਼ਿਲ੍ਹੇ ਦੇ ਕਿਸੇ ਹਲਕੇ 'ਤੇ ਉਹਨਾਂ ਦੀ ਅੱਖ ਹੈਗੀ ਹੈ। ਦੇਖੋ, ਮੇਰੇ ਲਈ ਤਾਂ ਸਾਰੀਆਂ ਹੀ ਲੁਧਿਆਣੇ ਦੀਆਂ ਸੀਟਾਂ ਇੱਕ ਜਿਹੇ ਆ, ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਚੈਨਲ ਮੂਹਰੇ ਵਿਸ਼ਵਾਸ ਦਿਵਾਉਣਾ ਵੀ ਬਿਲਕੁਲ ਵੀ ਮੈਂ 22 ਦੀਆਂ ਚੋਣਾਂ ਵਿਧਾਨ ਸਭਾ, ਪਿਛਲੀ ਵਾਰ ਤਾਂ ਪਾਰਟੀ ਨੇ ਮੈਨੂੰ ਭੇਜਤਾ ਜਲਾਲਾਬਾਦ, ਅਤੇ ਮੈਂ ਲੁਧਿਆਣਾ ਛੱਡ ਕੇ ਪਾਰਟੀ ਦੇ ਲਈ, ਕਿਉਂਕਿ ਇਹ ਗੱਲ ਚੱਲਦੀ ਸੀ ਵੀ ਸੁਖਬੀਰ ਹੋਣਾ ਦੇ ਖਿਲਾਫ ਕੋਈ ਕਾਂਗਰਸੀਆ ਲੜਦਾ ਨਹੀਂ ਅਤੇ ਭਗਵੰਤ ਮਾਨ ਲੜਦਾ, ਇਸ ਕਰਕੇ ਪਾਰਟੀ ਦੇ ਖਾਤਰ ਆਪਣੇ ਆਪ ਨੂੰ, ਮਤਲਬ ਜਿਹੜਾ ਹਲਕਾ ਮੈਂ ਕਦੇ ਦੇਖਿਆ ਵੀ ਨਹੀਂ ਸੀ, ਮੈਂ ਸੁਖਬੀਰ ਬਾਦਲ ਦੇ ਉਲਟ ਇਲੈਕਸ਼ਨ ਲੜਨ ਚਲਾ ਗਿਆ। ਚਲੋ ਪਾਰਟੀ ਨੂੰ ਫਾਇਦਾ ਹੋਇਆ, ਬੇਸ਼ੱਕ ਮੈਂ ਹਾਰਿਆ, ਪਰ ਮੈਂ ਬਹੁਤ ਆਪਣੀ ਪਾਰਲੀਮੈਂਟ ਦੀ ਪਰਫਾਰਮੈਂਸ ਤੋਂ, ਪਾਰਲੀਮੈਂਟ 'ਚ ਮੈਨੂੰ ਤੀਜੀ ਵਾਰ ਪਰਮਾਤਮਾ ਨੇ ਅਤੇ ਲੁਧਿਆਣੇ ਵਾਲਿਆਂ ਨੇ ਮੌਕਾ ਦਿੱਤਾ, ਮੇਰੀ ਸੀਨੀਅਰਿਟੀ ਉੱਥੇ ਆ, ਅਤੇ ਇੱਥੇ ਤਾਂ ਮੈਂ ਜੇ MLA ਬਣ ਕੇ ਫਿਰ ਪਿੱਛੇ ਲਾਈਨ 'ਚ ਲੱਗੂੰਗਾ। ਇਸ ਕਰਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, 9 ਸੀਟਾਂ ਛੱਡ ਕੇ ਮੈਂ 1 ਸੀਟ ਦਾ MLA ਬਣਨਾ। ਰੱਬ ਨੇ 9 ਦਿੱਤੀਆਂ ਹੋਈਆਂ, ਉਹੀ ਦੇ ਕੇ ਰੱਖੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁੰਨਾ ਜੀ, ਤੁਹਾਨੂੰ ਪਰਮਾਤਮਾ ਸਾਰਿਆਂ ਨੂੰ, ਤੁਹਾਨੂੰ, ਤੁਹਾਡੇ ਚੈਨਲ ਨੂੰ, ਅਤੇ ਮੇਰੇ ਸਾਰੇ ਹੀ ਪਿਆਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ, ਅਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਪਰਮਾਤਮਾ ਸਾਰਿਆਂ ਨੂੰ ਸਿਹਤ ਸਭ ਤੋਂ ਪਹਿਲਾਂ, ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ, ਸਿਹਤ ਬਖਸ਼ੇ,
ਤੇ ਸਾਰਿਆਂ ਨੂੰ ਹੀ ਸੁੱਖ ਸ਼ਾਂਤੀ, ਸਭ ਨੂੰ ਆਪਣੇ ਆਪਣੇ ਘਰਾਂ 'ਚ ਖੁਸ਼ੀਆਂ ਬਖਸ਼ੇ। ਧੰਨਵਾਦ। ਸੋ ਇਹ ਸਨ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਨਾਲ ਅਸੀਂ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਨੇ। ਕਿਸਾਨ ਅੰਦੋਲਨ ਦੀ ਗੱਲ ਚੁਰਦੀ ਹੈ ਤਾਂ ਦੁਬਾਰਾ ਉਹਨਾਂ ਨੇ ਗੱਲ ਦੁਹਰਾਈ ਹੈ ਵੀ ਜਿਹੜੇ ਹਰਦੀਪ ਪੁਰੀ ਤੇ ਤਰੁਣ ਚੁੱਘ ਨੇ ਉਹ ਕਿਤੇ ਨਾ ਕਿਤੇ ਅੜਿੱਕਾ ਪਾ ਰਹੇ ਨੇ ਕਿਸਾਨ ਅੰਦੋਲਨ ਦੇ ਵਿੱਚ ਕੇਂਦਰ ਸਰਕਾਰ ਨਾਲ ਰਾਬਤਾ ਹੋਣ ਦੇ ਵਿੱਚ। ਸੋ ਜਿੱਥੋਂ ਤੱਕ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣ ਦੀ, ਤਾਂ ਉਹਨਾਂ ਨੇ ਬਿਨਾਂ ਨਾਮ ਲਏ ਇਹ ਕਿਹਾ ਵੀ ਜਿਹੜੇ ਕੱਲ੍ਹ ਦੇ ਕਾਂਗਰਸੀ ਆਏ ਨੇ ਉਹਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇ, ਉਹਨੂੰ ਕਿਸੇ ਅਜਿਹੀ ਮੰਤਰੀ ਦੀ ਜਿਹੜੀ ਕੁਰਸੀ ਆ ਉਹ 'ਤੇ ਬਿਠਾਇਆ ਜਾਵੇ। ਸੋ ਜਿੱਥੋਂ ਤੱਕ ਚਰਚਾ ਛਿੜੀ ਸੀਗੀ ਵੀ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ, ਤਾਂ ਉਹ ਤੋਂ ਵੀ ਰਵਨੀਤ ਸਿੰਘ ਬਿੱਟੂ ਨੇ ਇਹ ਕਹਿ ਕੇ ਇਨਕਾਰ ਕੀਤਾ ਵੀ ਉਹ 9 ਵਿਧਾਨ ਸਭਾ ਹਲਕਿਆਂ ਦੇ ਤੇ ਕਬਜ਼ਾ ਉਹਨਾਂ ਦਾ ਇੱਕ MP ਦਾ ਹੁੰਦਾ ਵਾ, ਤਾਂ ਇੱਕ ਸੀਟ 'ਤੇ MLA ਬਣਨਾ ਪਸੰਦ ਨਹੀਂ ਕਰਨਗੇ ਅਤੇ ਉਹ ਆਪਣੀ ਜਿਹੜੀ ਮੈਂਬਰ ਪਾਰਲੀਮੈਂਟ ਪਰਫੋਰਮੈਂਸ ਆ ਉਹਦੇ ਉੱਤੇ ਚੱਲਦੇ ਹੋਏ ਅਗਲਾ ਆਪਣਾ ਰਾਜਨੀਤਿਕ ਸਫ਼ਰ ਆ ਉਹਨੂੰ ਤੈਅ ਕਰਨਗੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਨਾਲ, ਵੇਖਦੇ ਰਹੋ ਪ੍ਰਾਈਮ ਉਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਹੌਬੀ, ਪ੍ਰਧਾਨ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ SDF। ਮੇਰੇ ਵੱਲੋਂ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ 'ਤੇ ਸਮੂਹ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਅਰਦਾਸ ਕਰਦਾ ਪਰਮਾਤਮਾ ਦੀਵਾਲੀ ਔਰ ਸਾਰੇ ਇਹੋ ਜਿਹੇ ਤਿਉਹਾਰ ਆਪ ਦਾ ਮੇਰਾ ਭਰਾ ਹੱਥ ਰੱਖ ਕੇ ਚੜ੍ਹਦੀ ਕਲਾਵਾਂ ਵਿੱਚ ਮਨਾਵੇ। ਬਹੁਤ ਬਹੁਤ ਧੰਨਵਾਦ ਜੀ।